सत श्री अकाल जी, स्वागत है तुहाडा साडे प्लेटफॉर्म मास्टर क्लासिस पटियाला ते। सो तुसीं साडी हुण एक वीडियो देखण जा रहे हो जिहदे च असीं फुल फ्लैज मेन्स दे पेपर दे नाल ओरीएंटेड चंद्रयान 3 जिहड़ी कि 1 घंटे तो वध दी वीडियो होण जा रही है। तुसीं उहनूं चंगी तरह देखो ते सब तो इंपॉर्टेंट चीज़ ये आ कि तुसीं PCS IS दी जिहड़ी मेन्स दी तैयारी आ, आंसर राइटिंग स्किल्स नूं लैके जिहड़ी तैयारी आ वो तुसीं साडे नाल इंग्लिश जां पंजाबी मीडियम च कर सकदे हो। यूट्यूब ते साडी प्लेलिस्ट बनी हुई आ IS PCS ते एडिटोरीअल्स दी, उहदे च जाके तुसीं साडा होर पोटैंशियल देख सकते हो कि वाकई एडिटोरीअल्स ते आंसर राइटिंग नूं लैके साडी समझ की है। तुसीं साडे नाल कल्ला IS PCS नहीं, IS PCS इंग्लिश पंजाबी मीडियम, इस तो बिना PCS प्री ते PPSC दे टफेस्ट एग्जाम्स वास्ते ते जिहड़े स्टूडेंट सिर्फ PSSB तक दे ग्रुप C ते ग्रुप B दे एग्जाम्स देना चाहुंदे आ उहदे वास्ते जुड़ सकते हो। सब तो वधिया गल ये आ कि तुसीं पंजाबी मीडियम जां इंग्लिश मीडियम च साडा जिहड़ा कंटेंट आ ਉਹ ਅਸੀਂ ਡੈਮੋ ਸਟੱਡੀ ਮਟੀਰੀਅਲ ਦੇ ਤੌਰ ਤੇ ਤੁਹਾਡੇ ਨਾਲ WhatsApp ਨੰਬਰ ਤੇ ਸ਼ੇਅਰ ਕਰ ਸਕਦੇ ਹਾਂ। ਤੁਸੀਂ ਪਲੀਜ਼ ਇਸ ਨੰਬਰ ਤੇ ਲਿਖ ਕੇ ਭੇਜਣਾ ਹੈ ਸੈਂਡ ਮੀ ਡੈਮੋ ਮਟੀਰੀਅਲ, ਤਾਂ ਕਿ ਅਸੀਂ ਤੁਹਾਨੂੰ ਸ਼ੇਅਰ ਕਰ ਸਕੀਏ। YouTube ਦੇ ਮਾਸਟਰ ਕਲਾਸਿਸ ਪਟਿਆਲਾ ਦੇ ਚੈਨਲ ਤੇ ਜਾ ਕੇ ਪਲੇਲਿਸਟ ਵਾਲੇ ਫੋਲਡਰ 'ਚ ਮੈਰਾਥਨਸ ਦਾ ਫੋਲਡਰ ਆ, ਜਿਹੜੇ ਕਰਕਸ ਦੇਖਣਾ ਚਾਹੁੰਦੇ ਆ ਤੇ ਬੜੀ ਡਿਟੇਲਡ ਕਰਕਸ, ਐਡੀਟੋਰੀਅਲਸ ਦਾ ਫੋਲਡਰ ਆ ਜਿਹੜੇ ਮੇਨਸ ਦੇ ਹਿਸਾਬ ਨਾਲ ਐਡੀਟੋਰੀਅਲਸ ਦੇਖਣਾ ਚਾਹੁੰਦੇ ਆ। IS ਦਾ एक फोल्डर बनया PCS IS 2023-24, ਉਹਦੇ 'ਚ ਪਹਿਲੀ ਵੀਡੀਓ ਬਣੀ ਆ ਪਲੇਲਿਸਟ ਦੇ, ਉਸ ਪਲੇਲਿਸਟ ਦੇ ਵਿੱਚ ਪਹਿਲੀ ਵੀਡੀਓ ਜਿਹਦੇ 'ਚ PCS ਪ੍ਰੀ ਤੋਂ ਲੈ ਕੇ ਮੇਨਸ ਤੱਕ ਦਾ ਫੁੱਲ ਸਿਲੇਬਸ ਦੱਸਿਆ ਹੈ। ਸੋ ਹੁਣ ਤੁਸੀਂ ਨੈਕਸਟ ਵੀਡੀਓ ਇੰਜੋਏ ਕਰੋ ਚੰਦਰਯਾਨ ਦੀ। ਧੰਨਵਾਦ। ਹਾਂਜੀ, ਸੋ ਆਪਾਂ ਅੱਜ ਸਟਾਰਟ ਕਰ ਰਹੇ ਹਾਂ। ਅੱਜ ਵੀ ਆਪਣਾ ਇੱਕ ਆਰਟੀਕਲ ਜਿਹੜਾ ਹੈ ਉਹ ਚੰਦਰਯਾਨ ਮਿਸ਼ਨ ਆ। ਜਿਵੇਂ ਕਿ ਆਪਾਂ ਲਾਸਟ ਪਿਛਲੀ ਜਿਹੜਾ ਆਪਾਂ ਆਰਟੀਕਲ ਕਵਰ ਕੀਤਾ ਸੀ ਉਹ ਵੀ ਸਾਇੰਸ ਟੈਕ ਦਾ ਸੀ, ਬਟ ਇਹ ਜ਼ਿਆਦਾ ਇੰਪੋਰਟੈਂਟ ਆਰਟੀਕਲ ਆ, ਕਾਫੀ ਇੰਪੋਰਟੈਂਟ ਰਹਿਣ ਵਾਲਾ ਇਹ ਆਰਟੀਕਲ, ਠੀਕ ਆ, ਬਿਕੋਜ਼ ਇਹਦੇ 'ਚ ਨਾ ਅਸੀਂ ਸਾਰੇ ਹਿਸਟੋਰੀਕਲ ਐਂਗਲ ਨੂੰ ਵੀ ਐਕਸਪਲੋਰ ਕਰਾਂਗੇ। ਉਦਾਹਰਨ ਦੇ ਤੌਰ 'ਤੇ ਕਿਵੇਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਚੰਦਰਯਾਨ 3 ਜਿਹੜਾ ਹੈ ਉਹ ਇੰਡੀਆ ਨੂੰ ਸਾਇੰਸ ਦੀ ਫੀਲਡ 'ਚ, ਭਾਵ ਕਿ ਵਿਗਿਆਨ ਦੇ ਸਤਰ 'ਤੇ ਜੇ ਆਪਾਂ ਦੇਖਿਆ ਜਾਵੇ, ਠੀਕ ਹੈ, ਵਿਗਿਆਨ ਦੇ ਖੇਤਰ 'ਚ ਦੇਖਿਆ ਜਾਵੇ, ਇਹ ਕਿੱਥੇ ਲਿਆ ਕੇ ਖੜਾ ਕਰਦਾ ਹੈ। ਅਸੀਂ ਬਹੁਤ ਸਵਾਲ ਫਰੇਮ ਕਰ ਸਕਦੇ ਹਾਂ ਚੰਦਰਯਾਨ 3 ਤੋਂ। ਜਿਵੇਂ ਆਪਾਂ ਨੂੰ ਇੱਕ ਪੇਪਰ 'ਚ ਸਵਾਲ ਸਿੱਧਾ ਆ ਸਕਦਾ ਕਿ ਚੰਦਰਯਾਨ 3 ਚੰਦਰਯਾਨ 2 ਤੋਂ ਕਿਸ ਤਰੀਕੇ ਨਾਲ ਵੱਖ ਆ, ਜਾਂ ਪੇਪਰ 'ਚ ਸਵਾਲ ਆ ਸਕਦਾ ਹੈ ਕਿ ਚੰਦਰਯਾਨ 2 'ਚੋਂ ਕਿਹੜੀਆਂ ਟੈਕਨੀਕਲ ਫਾਲਟ ਸੀਗੇ, ਉਹ ਤਕਨੀਕੀ ਖਰਾਬੀਆਂ ਸੀ ਜੋ ਚੰਦਰਯਾਨ 3 'ਚ ਨਾ ਕਰਕੇ ਅਸੀਂ ਇੱਕ ਸਫਲਤਾ ਹਾਸਲ ਕੀਤੀ। ਅਸੀਂ ਕਿਸ ਤਰੀਕੇ ਨਾਲ ਚੰਦਰਮਾ ਦੇ ਦੱਖਣੀ ਧਰੁਵ, ਭਾਵ ਕਿ ਸਾਊਥ ਪੋਲ 'ਤੇ ਲੈਂਡਿੰਗ ਕਰਨ ਵਾਲੇ ਪਹਿਲੇ ਦੇਸ਼ ਬਣੇ। ਜਾਂ ਸਾਨੂੰ ਪੇਪਰ 'ਚ ਇਹ ਵੀ ਸਵਾਲ ਆ ਸਕਦਾ ਹੈ ਕਿ ਇੰਨੀ ਵਧੀਆ ਤਕਨੀਕ ਹੋਣ ਦੇ ਬਾਵਜੂਦ 21ਵੀਂ ਸਦੀ ਦੇ 23ਵੇਂ ਸਾਲ ਦੇ ਵਿੱਚ ਐਂਟਰ ਹੋਣ ਦੇ ਬਾਵਜੂਦ ਵੀ ਅੱਜ ਵੀ ਭਾਰਤ ਅਜੇ ਆਪਣੇ ਲੈਂਡਰ ਜਾਂ ਰੋਵਰ ਮਿਸ਼ਨ ਤੋਂ ਮੈਂਡ ਮਿਸ਼ਨ 'ਤੇ, ਮਨੁੱਖੀ ਮਿਸ਼ਨ 'ਤੇ ਕਿਉਂ ਨਹੀਂ ਤਬਦੀਲ ਕਰ ਪਾਇਆ ਆਪਣੇ ਆਪ ਨੂੰ। ਬਹੁਤ ਸਾਰੇ ਸਵਾਲ ਆ ਜਿਹੜੇ ਮੇਨਸ ਦੇ ਪੇਪਰ ਦੇ ਵਿੱਚ ਆ ਸਕਦੇ ਆ। ਅਗਲਾ ਮੇਨ ਸਵਾਲ ਇਹ ਆ ਕਿ ਚੰਦਰਯਾਨ 3 ਦੀ ਸਕਸੈਸ ਤੋਂ ਬਾਅਦ ਵੀ ਕਿਹੜੀਆਂ ਉਹ ਚੁਣੌਤੀਆਂ ਨੇ, ਕਿਹੜੇ ਉਹ ਚੈਲੰਜਿਸ ਨੇ ਜਿਨ੍ਹਾਂ ਦੇ ਨਾਲ ਭਾਰਤ ਦਾ ਜਿਹੜਾ ਸਪੇਸ ਸੈਕਟਰ ਆ, ਪੁਲਾੜ ਉਦਯੋਗ ਆ, ਉਹ ਜੂਝ ਰਿਹਾ ਹੈ, ਅਤੇ ਉਹਨਾਂ ਤੋਂ ਪਾੜ ਕਿਵੇਂ ਪਾਇਆ ਜਾ ਸਕਦਾ ਹੈ, ਕਿਵੇਂ ਉਹਨਾਂ ਸਾਰੇ ਚੈਲੰਜਿਸ ਨੂੰ ਓਵਰਕਮ ਕੀਤਾ ਜਾ ਸਕਦਾ ਹੈ। ਸੋ ਅੱਜ ਦਾ ਸਾਡਾ ਜਿਹੜਾ ਟੌਪਿਕ ਰਹਿਣ ਵਾਲਾ ਹੈ ਨਾ, ਉਹ ਬੜਾ ਅਲਟੀਮੇਟ ਆ। ਚੰਦਰਯਾਨ 3 ਮਿਸ਼ਨ ਤਾਂ ਸਿਰਫ ਇੱਕ ਨਾਮ ਆ ਇਹਦਾ। ਅਸੀਂ ਇੰਡੀਆ ਦੀ ਸਾਇੰਸ ਦੀ ਫੀਲਡ ਦੇ ਵਿੱਚ ਜੋ ਸਾਡੀ ਅੱਜ ਦੇ ਸਮੇਂ 'ਚ ਸਟੇਟਸ ਆ, ਉਹਨੂੰ ਅਸੀਂ ਪੂਰੇ ਤਰੀਕੇ ਨਾਲ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਾਂਗੇ। ਖੈਰ, ਥੋੜ੍ਹਾ ਬਹੁਤਾ ਚੰਦਰਯਾਨ 3 ਬਾਰੇ ਦੱਸਦਾ ਕਿ ਇੰਡੀਆ ਜਿਹੜਾ ਹੈ ਉਹਦਾ ਸਤੀਸ਼ ਧਵਨ ਸਪੇਸ ਸੈਂਟਰ ਆਂਧਰਾ ਪ੍ਰਦੇਸ਼ 'ਚ, ਠੀਕ ਆ, ਪੁਲੀਕਟ ਲੇਕ ਦੇ ਕੋਲ ਆ। ਤੁਹਾਨੂੰ ਸਭ ਨੂੰ ਪਤਾ ਹੈ ਕਿ ਧਰਤੀ ਵੈਸਟ ਤੋਂ ਈਸਟ ਰੋਟੇਟ ਕਰਦੀ ਆ, ਠੀਕ ਆ। ਇਸੇ ਕਰਕੇ ਜੇ ਸਪੋਜ਼ ਕਰੋ ਇਸ ਪਾਸੇ ਸਾਡਾ ਕੋਈ ਵੀ ਸਪੇਸ ਸਟੇਸ਼ਨ ਹੋਊਗਾ ਅਤੇ ਜੇ ਸਪੋਜ਼ ਕਰੋ ਕੋਈ ਵੀ ਕ੍ਰੈਸ਼ ਹੁੰਦਾ ਹੈ, ਉਹ ਬੇ ਆਫ ਬੰਗਾਲ 'ਚ ਬੜੀ ਆਸਾਨੀ ਨਾਲ ਡਿੱਗ ਸਕਦਾ ਹੈ। ਅਦਰਵਾਈਜ਼ ਜੇ ਇਸ ਪਾਸੇ ਹੋਵੇ, ਵੈਸਟਰਨ ਕੋਸਟ 'ਤੇ ਕੋਈ ਹੋਵੇ, ਇਸ ਤੱਟ 'ਤੇ ਕੋਈ ਹੋਵੇ, ਤਾਂ ਉਹ ਕ੍ਰੈਸ਼ ਹੋਣ ਦੀ ਸੂਰਤ 'ਚ ਉਹ ਲੈਂਡ 'ਤੇ ਡਿੱਗੂਗਾ, ਬਿਕੋਜ਼ ਉਹਨੂੰ ਇੱਕ ਇਨੀਸ਼ੀਅਲ ਵੈਲੋਸਿਟੀ, ਲਿਟਵੀਂ ਗਤੀ ਜਿਹੜੀ ਆ, ਹੌਰੀਜ਼ੋਨਟਲ ਸਪੀਡ ਆ, ਉਹ ਇਸ ਡਾਇਰੈਕਸ਼ਨ 'ਚ ਮਿਲੂਗੀ ਧਰਤੀ ਦੀ ਰੋਟੇਸ਼ਨ ਕਰਕੇ।
ਇਸੇ ਕਰਕੇ ਛੋਟੇ ਛੋਟੇ ਸਵਾਲਾਂ ਦੇ ਜਵਾਬ ਵੀ ਮੈਂ ਦਿੰਦਾ ਜਾਊਂਗਾ ਕਿ ਜ਼ਿਆਦਾਤਰ ਸਾਡੇ ਪੁਲਾੜ ਸਟੇਸ਼ਨ ਜਿਹੜੇ ਆ ਉਹ ਸਾਡੀ ਪੂਰਬੀ ਬੰਦਰਗਾਹ ਤੇ ਭਾਵ ਸਾਡੀ ਈਸਟਰਨ ਕੋਸਟ ਤੇ ਕਿਉਂ ਹੁੰਦੇ ਆ। ਠੀਕ ਹੈ ਜੀ, ਸੋ ਇਹ ਵੀ ਗੱਲ ਕਲੀਅਰ ਹੋ ਗਈ। ਨੈਕਸਟ, ਹੁਣ ਜੇ ਆਪਾਂ ਗੱਲ ਕਰੀਏ ਕਿ ਚੰਦਰਯਾਨ 3 ਤੋਂ ਪਹਿਲਾਂ ਸਾਡਾ ਮਿਸ਼ਨ ਕਿਹੜਾ ਸੀ। ਚੰਦਰਯਾਨ 3 ਤੋਂ ਪਹਿਲਾਂ ਸਾਡਾ ਇੱਕ ਪਾਰਸ਼ਲੀ ਸਕਸੈਸਫੁਲ ਦਾ ਮਤਲਬ ਹੁੰਦਾ ਅਰਧ ਕਾਮਯਾਬ, ਅੱਧਾ ਕੁ ਕਾਮਯਾਬ ਮਿਸ਼ਨ ਸੀ ਚੰਦਰਯਾਨ 2। ਤੇ ਉਸ ਤੋਂ ਪਹਿਲਾਂ 2019 ਦੀ ਗੱਲ ਆ, ਉਸ ਤੋਂ ਪਹਿਲਾਂ 2008 ਚ ਸਾਡਾ ਫੁੱਲ ਫਲੈਜ ਇੱਕ ਕਾਮਯਾਬ ਮਿਸ਼ਨ ਸੀਗਾ ਚੰਦਰਯਾਨ 1। ਉਸ ਤੋਂ ਵੀ ਪਹਿਲਾਂ ਦੁਨੀਆ ਚੰਦਰਮਾ ਤੇ ਬੰਦੇ ਭੇਜ ਚੁੱਕੀ ਆ। ਅਸੀਂ ਦੇਖਿਆ ਕਿ ਚੰਦਰਮਾ ਤੇ ਮੈਂਡ ਮਿਸ਼ਨ ਵੀ ਜਾ ਚੁੱਕੇ ਆ, ਮਨੁੱਖੀ ਮਿਸ਼ਨ ਵੀ ਜਾ ਚੁੱਕੇ ਆ। ਸਭ ਤੋਂ ਪਹਿਲਾਂ ਆਪਾਂ ਇੱਦਾਂ ਕਰਦੇ ਹਾਂ, ਇਸ ਚੀਜ਼ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਚੰਦਰਮਾ ਦੇ ਜਿਹੜੇ ਜਾਣ ਵਾਲੇ ਮਿਸ਼ਨ ਆ ਉਹ ਕਿੰਨੇ ਟਾਈਪ ਦੇ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਆਪਾਂ ਇਸ ਗੱਲ ਦੀ ਕਲੈਰਿਟੀ ਲਈਏ, ਬਾਕੀ ਸਾਰੀਆਂ ਗੱਲਾਂ ਬਾਅਦ 'ਚ ਦੇਖਦੇ ਹਾਂ। ਆ ਜਾਓ, ਚੰਦਰਮਾ ਤੇ ਜਾਣ ਵਾਲੇ ਜਿਹੜੇ ਮਿਸ਼ਨ ਨੇ ਉਹ ਕਈ ਕੈਟੇਗਰੀਜ਼ 'ਚ ਵੰਡੇ ਜਾ ਸਕਦੇ ਆ। ਮਤਲਬ ਸਭ ਤੋਂ ਪਹਿਲਾਂ ਫਲਾਈਬਾਈਜ਼ ਇੱਕ ਪ੍ਰਕਾਰ ਦੇ ਚੰਦਰਮਯਾਨ ਮਿਸ਼ਨ ਹੁੰਦੇ ਆ। ਠੀਕ ਆ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਸਪੋਜ਼ ਕਰੋ ਆਹ ਚੰਦਰਮਾ ਹੋ ਗਿਆ, ਇਹਦੇ ਨੇੜਿਓਂ ਕਿਸੇ ਨੂੰ ਬੜੀ ਤੇਜ਼ ਗਤੀ ਨਾਲ ਕ੍ਰਾਸ ਕਰਾ ਦੇਣਾ, ਤੁਸੀਂ ਉਹਦੇ ਆਲੇ ਦੁਆਲੇ ਨਹੀਂ ਘੁੰਮਣਾ। ਇਹ ਉਸ ਵੇਲੇ ਦੇ ਮਿਸ਼ਨ ਆ ਜਦੋਂ ਹਜੇ ਚੰਦਰਮਾ ਤੇ ਜਾਣਾ ਨਵਾਂ ਹੀ ਸ਼ੁਰੂ ਹੋਇਆ ਸੀ। ਤੁਸੀਂ ਚੰਦਰਮਾ ਦੇ ਕੋਲ ਦੀ ਕ੍ਰਾਸ ਕਰਦੇ ਸੀਗੇ ਤਾਂ ਕਿ ਤੁਸੀਂ ਚੰਦਰਮਾ ਦੇ ਨੇੜਿਓਂ ਲੰਘ ਕੇ ਉਹਦੀਆਂ ਫੋਟੋਆਂ ਕਲਿੱਕ ਕਰ ਸਕੋ। ਸੋ ਇਸ ਪ੍ਰਕਾਰ ਦੇ ਮਿਸ਼ਨ ਨੂੰ ਅਸੀਂ ਫਲਾਈ ਬਾਏ ਮਿਸ਼ਨ ਦੇ ਨਾਮ ਨਾਲ ਜਾਣਦੇ ਹਾਂ। ਬੇਸਿਕਲੀ ਇਹ ਚੰਦਰਮਾ ਦੇ ਬਿਲਕੁਲ ਨੇੜੇ ਲੰਘ ਕੇ ਤੁਸੀਂ ਉਹਦੇ ਔਰਬਿਟ 'ਚ ਉਹਦੀ ਜਮਾਤ 'ਚ ਐਂਟਰ ਹੋ ਕੇ ਨਾਲ ਦੀ ਨਾਲ ਬਾਹਰ ਆ ਜਾਂਦੇ ਸੀ। ਸਪੋਜ਼ ਕਰੋ ਆਹ ਚੰਦਰਮਾ ਦੀ ਜਮਾਤ ਆ, ਤੁਸੀਂ ਉਹਦੀ ਜਮਾਤ 'ਚ ਐਂਟਰ ਹੋਏ, ਨਾਲ ਦੀ ਨਾਲ ਬਾਹਰ ਆ ਗਏ। ਠੀਕ ਆ, ਸੋ ਇਸ ਤਰੀਕੇ ਨਾਲ ਤੁਸੀਂ ਉਹਨੂੰ ਕਾਫੀ ਦੂਰ ਤੋਂ ਓਬਜ਼ਰਵ ਕਰਦੇ ਸੀ। ਸਪੇਸ 'ਚ ਤੇ ਚੰਦਰਮਾ ਦੇ ਨੇੜੇ ਸਭ ਤੋਂ ਪਹਿਲਾਂ ਐਵੇਂ ਦਾ ਮਿਸ਼ਨ ਲੈ ਕੇ ਜਾਣ ਵਾਲਾ ਦੇਸ਼ ਸੀ USSR। ਉਹਨਾਂ ਦਾ ਇੱਕ ਮਿਸ਼ਨ ਸੀ ਲੂਨਾ 1। ਉਸ ਤੋਂ ਬਾਅਦ ਨਾਸਾ ਦੇ ਕੁਝ ਮਿਸ਼ਨ ਸੀਗੇ, ਪਾਇਓਨੀਅਰ 3, ਪਾਇਓਨੀਅਰ 4, ਇਹ ਲੂਨਰ 3 USSR ਦਾ। ਸੋ ਇਹ ਮਿਸ਼ਨ ਜਿਹੜੇ ਆ ਇਹ ਬੇਸਿਕਲੀ ਫਲਾਈ ਬਾਏ ਮਿਸ਼ਨ ਕਹਿਲਾਉਂਦੇ ਆ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਟਾਈਪ ਦੇ ਮਿਸ਼ਨਸ ਦਾ ਪਤਾ ਲੱਗ ਗਿਆ। ਫਿਰ ਦੂਸਰੇ ਮਿਸ਼ਨ ਆ ਗਏ ਸਾਡੇ ਆਰਬਿਟਰ ਮਿਸ਼ਨ। ਆਰਬਿਟਰ ਮਿਸ਼ਨ ਕਿਹੜੇ ਮਿਸ਼ਨ ਹੁੰਦੇ ਆ? ਇਹ ਉਹ ਮਿਸ਼ਨ ਜਦੋਂ ਤੁਸੀਂ ਕਿਸੇ ਵੀ ਸੈਟੇਲਾਈਟ ਨੂੰ ਜਾਂ ਕਿਸੇ ਵੀ ਮਸ਼ੀਨ ਨੂੰ ਤੁਸੀਂ ਆਹ ਚੰਦਰਮਾ ਹੋ ਗਿਆ, ਇਸ ਚੰਦਰਮਾ ਦੇ ਆਲੇ ਦੁਆਲੇ ਦੀ ਜਿਹੜੀ ਆਰਬਿਟ ਆ ਭਾਵ ਜਿਹੜੀ ਜਮਾਤ ਆ ਉਹਦੇ 'ਚ ਸਕਸੈਸਫੁਲੀ ਲਾਂਚ ਕਰ ਸਕੋ ਤੇ ਉਹ ਇਹਦੇ ਦੁਆਲੇ ਇਹਦੀ ਜਮਾਤ 'ਚ ਭਾਵ ਇਹਦੀ ਆਰਬਿਟ 'ਚ ਘੁੰਮੀ ਜਾਵੇ ਤੇ ਇਹਦੀ ਸਟੱਡੀ ਕਰੀ ਜਾਵੇ। ਉਸ ਪ੍ਰਕਾਰ ਦੇ ਮਿਸ਼ਨ ਨੂੰ ਅਸੀਂ ਆਰਬਿਟਰ ਮਿਸ਼ਨ ਕਹਿੰਦੇ ਆ। ਪ੍ਰੈਕਟੀਕਲੀ ਦੇਖਿਆ ਜਾਵੇ ਤਾਂ ਲੂਨਾ 10 ਤੇ ਚੰਦਰਯਾਨ 1 ਦਾ ਇੱਕ ਹਿੱਸਾ, ਇਹ ਚੰਦਰਯਾਨ 1 ਦਾ ਉਹ ਹਿੱਸਾ ਹੈ ਜਿਹਨੇ ਚੰਦਰਯਾਨ 1 ਤੇ ਮੀਨਸ ਕਿ ਦੂਰੋਂ ਆਰਬਿਟ 'ਚ ਘੁੰਮ ਕੇ ਚੰਦਰਮਾ ਦੀਆਂ ਫੋਟੋਆਂ ਕਲਿੱਕ ਕੀਤੀਆਂ ਸੀਗੀਆਂ। ਠੀਕ ਆ, ਬਿਕੋਜ਼ ਇਹ ਹਲਕਾ ਜਿਹਾ ਮਿਸ਼ਨ ਸੀਗਾ, ਜਾਣਾ ਸੀ ਚੰਦਰਮਾ ਤੱਕ ਸੀਗਾ, ਫਿਰ ਵੀ ਅਸੀਂ ਇਹਨੂੰ PSLV ਤੋਂ ਲਾਂਚ ਕਰਤਾ ਸੀਗਾ। ਉਹਦੀ ਵਜ੍ਹਾ ਇਹ ਸੀ, PSLV ਤੋਂ ਲਾਂਚ ਕਰਨ ਦਾ ਕਾਰਨ ਕੀ ਸੀਗਾ? ਬੇਸਿਕਲੀ ਕਾਰਨ ਇਹੀ ਸੀਗਾ ਕਿਉਂਕਿ ਹਲਕਾ ਹੋਣ ਕਰਕੇ ਇਹਦੇ 'ਚ ਬਹੁਤ ਜ਼ਿਆਦਾ ਕੁਛ ਨਹੀਂ ਸੀ, ਨਾ ਲੈਂਡਰ ਸੀ ਨਾ ਰੋਵਰ ਸੀ, ਸਿਰਫ ਇੱਕ ਆਰਬਿਟਰ ਸੀਗਾ। ਸੋ ਚੰਦਰਯਾਨ 1 ਤੇ ਇਵੇਂ ਦੇ ਹੋਰ 45-46 ਮਿਸ਼ਨ ਨੇ ਜਿਹੜੇ ਇਸ ਕੈਟੇਗਰੀ 'ਚ ਆਰਬਿਟਰ ਦੀ ਕੈਟੇਗਰੀ 'ਚ ਆਉਂਦੇ ਆ। ਤੀਸਰੇ ਪ੍ਰਕਾਰ ਦੇ ਮਿਸ਼ਨ ਹੁੰਦੇ ਆ ਇੰਪੈਕਟ ਮਿਸ਼ਨ। ਇੰਪੈਕਟ ਮਿਸ਼ਨ ਇੱਕ ਅਜਿਹੇ ਪ੍ਰਕਾਰ ਦੇ ਮਿਸ਼ਨ ਹੁੰਦੇ ਆ ਜਿਹਦੇ 'ਚ ਤੁਸੀਂ ਕਿਸੇ ਵੀ ਗ੍ਰਹਿ ਤੇ ਜਾ ਕੇ ਕਰੈਸ਼ ਲੈਂਡਿੰਗ ਕਰਦੇ ਹੋ, ਮਤਲਬ ਝਟਕੇ ਨਾਲ ਜਾ ਕੇ ਉੱਥੇ ਚੀਜ਼ ਸਿੱਟਦੇ ਹੋ। ਹੁਣ ਦਿਮਾਗ 'ਚ ਆਊਗਾ ਕਿ ਕਰੈਸ਼ ਲੈਂਡਿੰਗ ਤਾਂ ਕਿਸੇ ਵੀ ਤਰੀਕੇ ਨਾਲ ਵਧੀਆ ਨਹੀਂ ਹੁੰਦੀ, ਫਿਰ ਕਰੈਸ਼ ਲੈਂਡਿੰਗ ਕਰਕੇ ਤੁਸੀਂ ਕਿਹੜਾ ਮਿਸ਼ਨ ਕਾਮਯਾਬ ਕਰਦੇ ਹੋ? ਸਗੋਂ ਕਰੈਸ਼ ਲੈਂਡਿੰਗ ਤਾਂ ਸਾਡੇ ਲੈਂਡਰ ਦੀ ਹੋਈ ਸੀ ਉੱਥੇ ਤੇ ਸਾਡਾ ਤਾਂ ਮਿਸ਼ਨ ਫੇਲ ਹੋ ਗਿਆ ਸੀ। ਅਸਲ ਦੇ ਵਿੱਚ ਚੰਦਰਯਾਨ 1 ਦਾ ਇੱਕ ਹਿੱਸਾ ਇੰਪੈਕਟ ਮਿਸ਼ਨ ਵੀ ਸੀਗਾ। ਚੰਦਰਯਾਨ 1 ਚੋਂ ਇੱਕ ਯੂਨਿਟ ਜਿਹੜਾ ਸੀਗਾ ਉਹ ਨਿਕਲਿਆ, ਉਹ ਮੂਨ ਦੇ ਸਰਫੇਸ ਲੂਨਰ ਸਰਫੇਸ ਭਾਵ ਚੰਦਰਮਾ ਦੀ ਸਤ੍ਹਾ 'ਤੇ ਡਿੱਗਿਆ, ਚੰਦਰਮਾ ਦੀ ਸਤ੍ਹਾ ਤੋਂ ਘੱਟਾ ਉੱਡਿਆ। ਉਸ ਉੜਦੇ ਹੋਏ ਘੱਟੇ ਨੂੰ ਸਪੈਕਟੋਮੀਟਰ ਨੇ ਜਾਂ ਫੋਟੋਗ੍ਰਾਫਸ ਦੇ ਥਰੂ ਕਲਿੱਕ ਕੀਤਾ ਗਿਆ ਤੇ ਉਸ ਘੱਟੇ ਦੀ ਨੂੰ ਦੇਖਿਆ ਗਿਆ, ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਉਸ ਮਿੱਟੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਰਿਜ਼ਲਟ 'ਤੇ ਨਿਕਲਿਆ ਗਿਆ ਕਿ ਇਸ ਮਿੱਟੀ ਦੇ ਵਿੱਚ ਪਾਣੀ ਆ। ਸੋ ਇੰਪੈਕਟ ਮਿਸ਼ਨ ਆਪਣੇ ਆਪ 'ਚ ਉਦੋਂ ਕਾਮਯਾਬ ਹੋ ਜਾਂਦਾ ਹੈ ਜਦੋਂ ਸਾਨੂੰ ਕਿਤੇ ਜਗ੍ਹਾ 'ਤੇ ਇੰਪੈਕਟ ਕਰਕੇ ਉੱਥੋਂ ਜਿਹੜੀ ਧੂੜ ਉੱਡਦੀ ਆ ਉਹਨੂੰ ਸਟੱਡੀ ਕਰਨ ਦਾ ਭਾਵ ਉਹਦੀ ਜਾਣਕਾਰੀ ਹਾਸਲ ਕਰਨ ਦਾ ਜਦੋਂ ਮੌਕਾ ਮਿਲ ਜੇ ਤਾਂ ਉਦੋਂ ਅਸੀਂ ਮੰਨ ਕੇ ਚੱਲਦੇ ਹਾਂ ਕਿ ਇੰਪੈਕਟ ਮਿਸ਼ਨ ਵੀ ਕਾਮਯਾਬ ਆ। ਸਾਡਾ ਚੰਦਰਯਾਨ 1 ਮਿਸ਼ਨ ਉਹ ਮਿਸ਼ਨ ਸੀ ਜਿਹਨੇ ਇਹ ਦੁਨੀਆ ਨੂੰ ਦੱਸਿਆ ਸੀ ਕਿ ਚੰਦਰਮਾ 'ਤੇ ਪਾਣੀ ਆ।
ਚੰਦਰਮਾ ਦੀ ਮਿੱਟੀ 'ਚ ਵੀ ਪਾਣੀ ਐਗਜ਼ਿਸਟ ਕਰਦਾ ਹੈ, ਉਹ ਇਸ ਇੰਪੈਕਟ ਮਿਸ਼ਨ ਦੀ ਮਦਦ ਨਾਲ ਦੱਸਿਆ ਸੀਗਾ। ਸੋ ਕਈ ਵਾਰੀ ਇਹ ਬਹੁਤ ਵੈਲਿਊਏਬਲ ਡਾਟਾ ਜਾਣਕਾਰੀ ਸਾਡੇ ਤੱਕ ਪਹੁੰਚਾ ਦਿੰਦਾ ਹੈ ਆਪਣੇ ਆਪ ਨੂੰ ਡਿਸਟਰੋਏ ਭਾਵ ਕਿ ਤਬਾਹ ਕਰਨ ਤੋਂ ਪਹਿਲਾਂ। ਸੋ ਇਹ ਬਹੁਤ ਇੰਪੋਰਟੈਂਟ ਗੱਲ ਆ, ਠੀਕ ਆ। ਚੰਦਰਯਾਨ 1 ਦਾ ਜਿਹੜਾ ਮੂਨ ਇੰਪੈਕਟ ਪ੍ਰੋਬ ਉਹਦੇ 'ਚ ਭੇਜਿਆ ਸੀ, ਉਹ ਇਸੇ ਅਪਰੋਚ ਨਾਲ ਉਹਨੇ ਚੰਦਰਮਾ 'ਤੇ ਪਾਣੀ ਦੀ ਖੋਜ ਕੀਤੀ ਸੀ। ਖੈਰ ਆ ਜਾਓ, ਅਗਲੇ ਟਾਈਪ ਦੇ ਮਿਸ਼ਨ ਹੁੰਦੇ ਆ ਲੈਂਡਰ ਮਿਸ਼ਨ। ਇਸ ਮਿਸ਼ਨ 'ਚ ਕੀ ਹੁੰਦਾ ਹੈ ਕਿ ਤੁਸੀਂ ਆਪਣੇ ਚੰਦਰਮਾ 'ਤੇ ਇਸ ਤਰੀਕੇ ਨਾਲ ਮਿਸ਼ਨ ਭੇਜੋ ਕਿ ਤੁਸੀਂ ਆਪਣੇ ਔਰਬਿਟਰ 'ਚੋਂ ਬੜੀ ਸਕਸੈਸਫੁਲੀ, ਬੜੇ ਕਾਮਯਾਬ ਤਰੀਕੇ ਨਾਲ ਇੱਕ ਲੈਂਡਰ ਜਿਹੜਾ ਹੈ ਉਹਨੂੰ ਬਾਹਰ ਚੰਦਰਮਾ ਦੇ ਸਰਫੇਸ 'ਤੇ ਸਟੇ ਕਰਵਾ ਲਓ। ਉਸ ਪ੍ਰਕਾਰ ਦੇ ਮਿਸ਼ਨ ਨੂੰ ਆਪਾਂ ਲੈਂਡਰ ਮਿਸ਼ਨ ਦੀ ਕੈਟੇਗਰੀ 'ਚ ਰੱਖਦੇ ਹਾਂ, ਜਿਹਦੇ 'ਚ ਅਸੀਂ ਬੜੀ ਸੌਫਟ ਲੈਂਡਿੰਗ ਕਰਵਾਉਂਦੇ ਹਾਂ ਇੱਕ ਲੈਂਡਰ ਦੀ, ਜਿਹੜਾ ਕਿ ਚੰਦਰਮਾ ਦੀ ਸਤਹ 'ਤੇ ਉਤਰ ਕੇ ਚੰਦਰਮਾ ਬਾਰੇ ਸਾਨੂੰ ਓਬਜ਼ਰਵੇਸ਼ਨਸ ਦਿੰਦਾ ਹੈ, ਜਾਣਕਾਰੀਆਂ ਹਾਸਲ ਕਰਕੇ ਦਿੰਦਾ ਹੈ। ਇਸ ਤਰੀਕੇ ਦਾ ਲੂਨਾ 9 ਪਹਿਲਾ ਕਹਿ ਲਓ ਕਿ ਇੱਕ ਸਕਸੈਸਫੁਲ ਲੈਂਡਿੰਗ ਮਿਸ਼ਨ ਸੀਗਾ 1966 'ਚ। ਉਸ ਤੋਂ ਬਾਅਦ ਅੱਗੇ ਆ ਗਿਆ ਰੋਵਰ ਮਿਸ਼ਨ। ਰੋਵਰ ਮਿਸ਼ਨ ਬਾਰੇ ਮੈਂ ਤੁਹਾਨੂੰ ਬਾਅਦ 'ਚ ਜਾਣਕਾਰੀ ਦਊਂਗਾ। ਰੋਵਰ ਮਿਸ਼ਨ ਦਾ ਮਤਲਬ ਹੁੰਦਾ ਹੈ ਕਿ ਲੈਂਡਰ ਦੇ ਵਿੱਚੋਂ ਇੱਕ ਟਾਇਰਾਂ ਵਾਲਾ ਕੋਈ ਰੇੜਾ ਜਾਂ ਕੋਈ ਵਹੀਕਲ ਨਿਕਲਿਆ ਅਤੇ ਉਹ ਸਾਧਨ ਜਿਹੜਾ ਹੈ, ਵਾਹਨ ਜਿਹੜਾ ਹੈ, ਉਹ ਚੰਦਰਮਾ ਦੀ ਧਰਤੀ 'ਤੇ ਰੜਨ ਲੱਗ ਪਿਆ, ਉਹਨੂੰ ਆਪਾਂ ਰੋਵਰ ਕਹਿੰਦੇ ਹਾਂ। ਪਰ ਮੈਂ ਤੁਹਾਨੂੰ ਇਹ ਦੱਸਦਾ, ਰੋਵਰ ਮਿਸ਼ਨ ਭੇਜਣ ਤੋਂ ਪਹਿਲਾਂ ਸਾਇੰਟਿਸਟਾਂ ਨੇ ਉੱਪਰ ਜਾ ਕੇ ਇਹ ਸਮਝਣਾ ਸੀ ਕਿ ਚੰਦਰਮਾ ਦੀ ਸਤਹ 'ਤੇ ਕਿਸ ਤਰੀਕੇ ਦੀ ਚੀਜ਼ ਚੱਲ ਸਕੂਗੀ। ਇੰਟਰਸਟਿੰਗ ਗੱਲ ਇਹ ਆ ਕਿ ਰੋਵਰ ਮਿਸ਼ਨ ਬਾਅਦ 'ਚ ਗਿਆ ਹੈ, ਪਹਿਲਾਂ ਮੈਂਡ ਮਿਸ਼ਨ ਗਿਆ ਹੈ। 1969 ਦੇ ਵਿੱਚ ਸਭ ਤੋਂ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਕਿ ਹਿਊਮਨ ਮਿਸ਼ਨ, ਜਿਹਨੂੰ ਅਸੀਂ ਮਨੁੱਖੀ ਮਿਸ਼ਨ ਕਹਿੰਦੇ ਹਾਂ, ਇਹ ਸਭ ਤੋਂ ਪਹਿਲਾਂ ਹੁਣ ਤੱਕ ਦੇ ਸਾਰੇ ਮਿਸ਼ਨਾਂ 'ਚ ਮੂਹਰੀ ਰਿਹਾ USSR। ਪਰ ਮਨੁੱਖ ਨੂੰ ਚੰਦਰਮਾ ਦੀ ਸਤਹ 'ਤੇ ਉਤਾਰਨ ਦੇ ਕੇਸ ਦੇ ਵਿੱਚ ਇੱਕੋ ਇੱਕ ਦੇਸ਼ ਸਕਸੈਸਫੁਲ ਹੋ ਗਿਆ, ਉਹ ਸੀ USA, ਅਤੇ ਉਹਨਾਂ ਦੀ ਏਜੰਸੀ ਕਿਹੜੀ ਸੀ? ਨਾਸਾ। ਸੋ ਨਾਸਾ ਨੇ ਅਪੋਲੋ ਮਿਸ਼ਨ ਦੇ ਥਰੂ ਤਕਰੀਬਨ 6 ਸਕਸੈਸਫੁਲ ਮਿਸ਼ਨ ਅਤੇ 12 ਦੇ ਅਰਾਊਂਡ ਬੰਦੇ ਚੰਦਰਮਾ ਦੀ ਧਰਤੀ 'ਤੇ ਉਤਾਰਤੇ ਆ, ਚਾਹੇ ਉਹ ਆਪਣੇ ਨੀਲ ਆਰਮਸਟਰੋਂਗ ਹੋਣ, ਚਾਹੇ ਉਹਨਾਂ ਦੇ ਨਾਲ ਦੀ ਪੂਰੀ ਟੀਮ ਮੰਡਲੀ ਹੋਵੇ, ਠੀਕ ਆ। ਤਾਂ ਇਹ ਅਪੋਲੋ ਮਿਸ਼ਨ ਜਿਹੜਾ ਹੈ ਉਹ ਸਭ ਤੋਂ ਪਹਿਲਾ ਮਿਸ਼ਨ ਸੀਗਾ ਨਾਸਾ ਦਾ, ਜਿਹੜਾ ਕਿ ਇੱਥੇ ਗਿਆ ਹੈ। ਅਤੇ ਹੁਣ 2025 'ਚ ਨਾਸਾ ਦਾ ਆਰਟੇਮਿਸ ਮਿਸ਼ਨ ਜਿਹੜਾ ਹੈ ਉਹ ਦੁਬਾਰਾ ਫੇਰ ਮੈਂਡ ਮਿਸ਼ਨ ਹੋਣ ਜਾ ਰਿਹਾ ਹੈ, ਠੀਕ ਆ। ਸੋ ਇਹ ਰੀਸੈਂਟ ਅਪਡੇਟਸ ਆ। ਇਸ ਤੋਂ ਬਾਅਦ ਮੈਂ ਦੱਸਦਾ ਤੁਹਾਨੂੰ ਨੈਕਸਟ ਆਉਂਦਾ ਹੈ ਰੋਵਰ ਮਿਸ਼ਨ। ਰੋਵਰ ਇੱਕ ਸਪੈਸ਼ਲ ਪ੍ਰਕਾਰ ਦੇ ਪੇਲੋਡ ਹੁੰਦੇ ਆ, ਜਾਂ ਸਪੈਸ਼ਲ ਪ੍ਰਕਾਰ ਦਾ ਯੰਤਰ ਹੁੰਦਾ ਹੈ, ਜਿਹਦੇ ਅੰਦਰ ਕਈ ਯੰਤਰ ਲੱਗੇ ਹੁੰਦੇ ਆ, ਸਭ ਯੰਤਰ ਲੱਗੇ ਹੁੰਦੇ ਆ, ਜਿਹੜੇ ਕਿ ਤੁਰ ਫਿਰ ਕੇ ਜਾਂ ਰਿੜ ਕੇ ਪੂਰੇ ਮੂਨ ਦੀ ਸਤਹ ਦੀ ਜਾਣਕਾਰੀ ਲੈ ਕੇ ਆਉਂਦੇ ਆ। ਅਤੇ ਇੰਟਰਸਟਿੰਗ ਗੱਲ ਇਹ ਆ ਕਿ ਜਿਹੜਾ ਮਿਸ਼ਨ ਜਿਵੇਂ ਚੰਦਰਯਾਨ 2 ਆ, ਉਹ ਆਪਣੇ ਆਪ ਦੇ ਵਿੱਚ ਇੱਕ ਰੋਵਰ ਮਿਸ਼ਨ ਆ, ਕਿਉਂਕਿ ਉਹਦੇ 'ਚ ਔਰਬਿਟਰ ਤਾਂ ਲੈਂਡਰ ਤਾਂ ਹੈ ਹੀ ਹੈ, ਨਾਲ ਉਹਦੇ 'ਚ ਪ੍ਰਗਿਆਨ ਨਾਮ ਦਾ ਰੋਵਰ ਵੀ ਇੰਸਟਾਲਡ ਸੀਗਾ। ਸੋ ਇਸ ਤਰੀਕੇ ਦੇ ਮਿਸ਼ਨ ਜਿਹੜੇ ਆ ਰੋਵਰਸ ਦੀ ਕੈਟੇਗਰੀ 'ਚ ਆਉਂਦੇ ਆ। ਅਤੇ ਪਹਿਲਾ ਰੋਵਰ ਮਿਸ਼ਨ ਜਿਹੜਾ ਹੈ ਉਹ ਮੂਨ ਮਿਸ਼ਨ ਤੋਂ ਬਾਅਦ ਗਿਆ ਸੀ, 69 ਜਾਂ 70 ਦੇ ਵਿੱਚ ਗਿਆ ਸੀ। ਮੈਂਡ ਮਿਸ਼ਨ 69 'ਚ ਹੀ ਚਲੇ ਗਿਆ ਸੀ। ਸੋ ਇਹ ਉਮੀਦ ਕਰਦਾ ਕਿ ਇੱਕ ਕਨਸੈਪਚੁਅਲ ਕਲੈਰਿਟੀ ਤੁਹਾਨੂੰ ਹੋਣੀ ਚਾਹੀਦੀ ਹੈ। ਇੰਡੀਆ ਦੇ ਕੇਸ 'ਚ ਜੇ ਮੈਂਡ ਮਿਸ਼ਨ ਨਹੀਂ ਗਿਆ ਪਰ ਰੋਵਰ ਭੇਜਤਾ ਹੈ, ਉਹਦੀ ਵਜ੍ਹਾ ਇੱਕ, ਮੈਂਡ ਮਿਸ਼ਨ ਉਦੋਂ ਤੱਕ ਚੰਦਰਮਾ 'ਤੇ ਨਹੀਂ ਜਾ ਸਕਦਾ ਜਦੋਂ ਤੱਕ ਤੁਹਾਡੇ ਕੋਲ ਬਹੁਤ ਹੈਵੀ ਸੈਟੇਲਾਈਟ ਨੂੰ ਲਾਂਚ ਕਰਨ ਵਾਲੇ ਵਹੀਕਲ ਨਹੀਂ ਹੋਣਗੇ। ਸਭ ਤੋਂ ਵੱਡੀ ਗੱਲ ਇਹ ਆ। ਅਤੇ ਦੂਸਰੀ ਗੱਲ, ਤੁਹਾਡਾ ਜਿਹੜਾ ਵਹੀਕਲ ਆ ਉਹ ਰੀਯੂਜ਼ੇਬਲ ਲਾਂਚ ਵਹੀਕਲ ਹੋਣਾ ਚਾਹੀਦਾ ਹੈ, ਭਾਵ ਉਹ ਕਿਸੇ ਨੂੰ ਸਪੇਸ 'ਚ ਛੱਡ ਕੇ ਵਾਪਸ ਆ ਸਕੇ। ਅਦਰਵਾਈਜ਼ ਕੀ ਹੁੰਦਾ ਹੈ, ਜਿੰਨੇ ਵੀ ਤੁਹਾਡੇ ਚੰਦਰਮਾ ਦੇ ਜਿਹੜਾ ਚੰਦਰਯਾਨ ਆ ਉਹਦੇ ਕੰਟੈਕਸਟ 'ਚ ਜਿਹੜੇ ਵੀ ਤੁਹਾਡੇ ਮੋਡਿਊਲ ਨੇ, ਚਾਹੇ ਪ੍ਰੋਪਲਸ਼ਨ ਮੋਡਿਊਲ ਜਿਹੜਾ, ਫਿਰ ਉਹ ਜਿੰਨੇ ਮਤਲਬ ਕਿ ਸਾਰੀ ਇੰਜੈਕਸ਼ਨ ਦੇਣੀ ਆ, ਚਾਹੇ ਔਰਬਿਟਰ ਆ, ਲੈਂਡਰ ਆ, ਰੋਵਰ ਆ, ਇਹ ਸਾਰੇ ਜਿਹੜੇ ਆ ਇਹਨਾਂ ਤੋਂ ਰੋਕਟ ਅੱਡ ਹੋ ਜਾਂਦਾ ਹੈ, ਜਿੰਨੇ ਇਹਨਾਂ ਔਰਬਿਟਰ, ਲੈਂਡਰ ਅਤੇ ਰੋਵਰ ਨੂੰ ਛੱਡ ਕੇ ਆਉਣਾ ਹੈ, ਅਤੇ ਸਪੇਸ 'ਚ ਡਿਸਟਰੋਏ ਹੋ ਜਾਂਦਾ ਹੈ। ਜੇ ਆਪਾਂ ਮੈਂਡ ਮਿਸ਼ਨ ਭੇਜਣਾ ਹੈ ਤਾਂ ਸਾਨੂੰ ਜਿਹੜਾ ਵਹੀਕਲ ਚਾਹੀਦਾ, ਜਿਹੜਾ ਇਹਨਾਂ ਨੂੰ ਲੈ ਕੇ ਜਾਵੇ, ਉਹ ਆਪਣੇ ਆਪ 'ਚ ਕੀ ਹੋਣਾ ਚਾਹੀਦਾ? ਰੀਯੂਜ਼ੇਬਲ, ਇਹਨਾਂ ਨੂੰ ਵਾਪਸ ਵੀ ਲੈ ਕੇ ਆਵੇ ਨਾ। ਦੂਸਰੀ ਗੱਲ, ਉਹ ਬਹੁਤ ਹੈਵੀ ਹੋਣਾ ਚਾਹੀਦਾ, ਹੈਵੀ ਪੇ ਲੋਡ ਲੈ ਕੇ ਜਾਣ ਵਾਲਾ। ਮਤਲਬ PSLV ਟਾਈਪ ਕੋਲ ਤਾਂ ਇਹੋ ਜਿਹੀ ਗੱਲ ਹੀ ਨਹੀਂ ਬਣ ਸਕਦੀ। ਤੁਹਾਡੇ ਕੋਲ ਬਹੁਤ ਮਜ਼ਬੂਤ LMV ਮਤਲਬ ਕਿ ਲਾਂਚ ਮਾਰਕ ਵਹੀਕਲ ਵਰਗੇ ਸੰਦ ਹੋਣੇ ਚਾਹੀਦੇ ਆ, ਤਾਂ ਤੁਸੀਂ ਸਪੇਸ ਦੇ ਵਿੱਚ ਮੈਂਡ ਮਿਸ਼ਨ ਕਰ ਸਕਦੇ ਹੋ। ਸਭ ਤੋਂ ਇੰਪੋਰਟੈਂਟ ਗੱਲ ਆ, ਦੋ ਚੀਜ਼ਾਂ, ਰੀਯੂਜ਼ੇਬਲ ਕਿ ਉਹਨੂੰ ਦੁਬਾਰਾ ਵਰਤੋਂ 'ਚ ਲਿਆਂਦਾ ਜਾ ਸਕੇ, ਉਹ ਲੈ ਕੇ ਵੀ ਜਾਵੇ ਅਤੇ ਵਾਪਸ ਵੀ ਲੈ ਆਵੇ, ਪਲੱਸ ਉਹ ਬਹੁਤ ਹੈਵੀ ਯੰਤਰ ਅਤੇ ਹੈਵੀ ਸਮਾਨ ਲੈ ਕੇ ਜਾਣ ਦੇ ਕਾਬਲ ਹੋਵੇ, ਹੈਵੀ ਪੇ ਲੋਡ ਕੈਰੀ ਕਰ ਸਕੇ। ਇਹ ਚੀਜ਼ਾਂ ਵਾਸਤੇ ਤੁਹਾਡਾ ਜਿਹੜਾ ਰੋਕੇਟ ਆ ਉਹਦਾ ਇੰਜਨ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ।
ਤੇ ਬਹੁਤ ਮਜ਼ਬੂਤ ਇੰਜਨਾਂ ਦੀ ਜਦੋਂ ਕੈਟੇਗਰੀ ਵਾਈਜ਼ ਲਿਸਟ ਬਣਦੀ ਆ ਤੇ ਉਹਦੇ 'ਚ ਕ੍ਰਾਇਓਜੈਨਿਕ ਇੰਜਨ ਸਭ ਤੋਂ ਮਜ਼ਬੂਤ ਕੈਟੇਗਰੀ 'ਚ ਬਣਦਾ ਹੈ। ਇੰਡੀਆ ਨੇ ਕ੍ਰਾਇਓਜੈਨਿਕ ਇੰਜਨ ਦੀ ਖੋਜ 21ਵੀਂ ਸਦੀ 'ਚ ਕੀਤੀ ਹੈ। ਇਸ ਕਰਕੇ ਭਾਰਤ 20ਵੀਂ ਸਦੀ ਦੇ ਵਿੱਚ ਆਪਣੇ ਜਿੰਨੇ ਵੀ ਮਿਸ਼ਨ ਆ ਉਹ ਅਨਮੈਂਡ ਮਿਸ਼ਨ ਹੀ ਕਰਦਾ ਰਿਹਾ। ਮੈਂਡ ਮਿਸ਼ਨ ਲੈ ਕੇ ਜਾਣ ਦੀ ਸਾਡੇ ਕੋਲ ਹੈਸੀਅਤ ਨਹੀਂ ਸੀ। ਉਹਦਾ ਇੱਕ ਕਾਰਨ ਤੇ ਸਾਨੂੰ ਦੱਸ ਹੀ ਦਿੱਤਾ, ਹੈਵੀ ਪੇਲੋਡ ਲੈ ਕੇ ਜਾਣ ਵਾਲੇ ਇੰਜਨ ਅਵੇਲੇਬਲ ਨਹੀਂ ਸੀਗੇ, ਬਹੁਤ ਭਾਰੀ ਸਮਾਨ ਲੈ ਕੇ ਜਾਣ ਵਾਲੇ ਇੰਜਨਾਂ ਦੀ ਕਮੀ। ਦੂਸਰੀ ਸਭ ਤੋਂ ਵੱਡੀ ਕਮੀ ਸੀ ਰੀਯੂਜ਼ੇਬਲ ਜਿਹੜੇ ਲਾਂਚ ਵਹੀਕਲ ਨੇ, ਜਿਹੜੇ ਦੁਬਾਰਾ ਵਰਤੋਂ 'ਚ ਆਉਣ ਵਾਲੇ ਜਿਹੜੇ ਪੁਲਾੜ ਯੰਤਰ ਨੇ ਸਾਡੇ ਜਾਂ ਵਾਹਨ ਨੇ ਸਾਡੇ, ਉਹ ਸਾਨੂੰ ਚਾਹੀਦੇ ਸੀਗੇ, ਉਹ ਸਾਡੇ ਕੋਲ ਅਵੇਲੇਬਲ ਨਹੀਂ ਗੇ। ਖੈਰ ਉਮੀਦ ਕਰਦਾ ਕਿ ਤੁਹਾਨੂੰ ਆ ਸਾਰੇ ਪ੍ਰਕਾਰ ਦੇ ਮਿਸ਼ਨ ਜਿਹੜੇ ਆ ਉਹ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਹੁਣ ਆਪਾਂ ਦੁਬਾਰਾ ਆਪਣੇ ਪੁਆਇੰਟ 'ਤੇ ਵਾਪਸ ਚੱਲਦੇ ਹਾਂ, ਕਿਉਂਕਿ ਗੱਲ ਇਹ ਆ ਕਿ ਹਰ ਪੁਆਇੰਟ ਟਾਈਪ ਦੀ ਕਲੈਰਿਟੀ ਜਿਹੜੀ ਆ ਉਹ ਸਾਨੂੰ ਪੂਰੀ ਕਲੀਅਰ ਹੋਣੀ ਚਾਹੀਦੀ ਆ। ਖੈਰ ਆ ਜਾਓ, ਚੰਦਰਯਾਨ 3 ਬਾਰੇ ਸਾਨੂੰ ਪਤਾ ਲੱਗ ਗਿਆ ਕਿ ਇੱਕ ਤਾਂ ਇਹਦੇ 'ਚ ਲੈਂਡਰ ਮੋਡਿਊਲ ਆ, ਠੀਕ ਆ, ਇੱਕ ਇਹਦੇ 'ਚ ਪ੍ਰਪਲਸ਼ਨ ਮੋਡਿਊਲ ਆ, ਤੇ ਇੱਕ ਇਹਦਾ ਰੋਵਰ ਸੀਗਾ। ਰੋਵਰ ਦਾ ਨਾਮ ਪ੍ਰਯਾਨ ਸੀ, ਲੈਂਡਰ ਦਾ ਨਾਮ ਇਹਦੇ ਦਾ ਸੀਗਾ ਵਿਕਰਮ, ਤੇ ਜਿਹੜਾ ਦਾ ਪ੍ਰਪਲਸ਼ਨ ਮੋਡਿਊਲ ਆ ਉਹਨੂੰ ਚੰਦਰਯਾਨ ਹੀ ਕਿਹਾ ਜਾਂਦਾ ਹੈ। ਉਹਦਾ ਕੋਈ ਨਾਮ ਨਹੀਂ ਸੀ, ਇਸ ਕਰਕੇ ਉਹਨੂੰ ਚੰਦਰਯਾਨ 2 ਦੇ ਕੇਸ 'ਚ ਉਹਨੂੰ ਚੰਦਰਯਾਨ 2 ਕਿਹਾ ਗਿਆ ਤੇ 3 ਦੇ ਕੇਸ 'ਚ ਉਹਨੂੰ ਚੰਦਰਯਾਨ 3 ਕਿਹਾ ਗਿਆ। ਸੋ ਇਹਦੇ 'ਚ ਯੰਤਰ ਸੀਗੇ ਜਿਹੜੇ ਬੇਸਿਕਲੀ ਇਹਦੇ 'ਚ ਲੱਗੇ ਸੀ। ਮਕਸਦ ਕੀ ਸੀਗਾ? ਸਾਨੂੰ ਪਤਾ ਹੈ ਕਿ ਚੰਦਰਮਾ ਦਾ ਇੱਕ ਫੇਜ਼ ਉਹ ਆ ਜਿਹੜਾ ਹਮੇਸ਼ਾ ਸਾਨੂੰ ਦਿਸਦਾ ਹੈ। ਸੂਰਜ ਦੇ ਪ੍ਰਭਾਵ 'ਚ ਹੋਣ ਕਰਕੇ ਸਾਨੂੰ ਉਹ ਫੇਸ ਲਗਾਤਾਰ ਦਿਸਦਾ ਹੈ, ਕਿਉਂਕਿ ਜਿਵੇਂ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਉਸੇ ਹਿਸਾਬ ਨਾਲ ਹੀ ਚੰਦਰਮਾ ਧਰਤੀ ਦੁਆਲੇ ਘੁੰਮਦਾ ਹੈ। ਇਸ ਕਰਕੇ ਇੱਕੋ ਹੀ ਫੇਜ਼ ਆ ਜਿਹੜਾ ਧਰਤੀ ਵੱਲ ਹਮੇਸ਼ਾ ਹੀ ਰਹਿੰਦਾ ਹੈ, ਠੀਕ ਆ, ਉਹਨੂੰ ਅਸੀਂ ਨਾਰਥ ਪੋਲ ਕਹਿ ਦਿੰਦੇ ਹਾਂ। ਤੇ ਜਿਹੜਾ ਫੇਜ਼ ਪਰਲੇ ਪਾਸੇ ਆ ਜਿੱਥੇ ਸੂਰਜ ਦੀ ਰੋਸ਼ਨੀ ਤੱਕ ਨਹੀਂ ਪਈ ਉਹ ਸਾਊਥ ਪੋਲ ਆ, ਉਹਨੂੰ ਅਸੀਂ ਚੰਦਰਮਾ ਦਾ ਦੱਖਣੀ ਧਰੁਵ ਕਹਿ ਦਿੰਦੇ ਹਾਂ। ਚੰਦਰਮਾ ਦੇ ਕੇਸ 'ਚ ਜੇ ਸਾਊਥ ਪੋਲ ਇਸ ਤਰੀਕੇ ਨਾਲ ਰਿਹਾ ਹੈ ਕਿ ਜਿਵੇਂ ਧਰਤੀ ਸੂਰਜ ਦੇ ਕਮਰੇ ਘੁੰਮਦੀ ਆ ਤੇ ਉਵੇਂ ਹੀ ਚੰਦਰਮਾ ਧਰਤੀ ਦੁਆਲੇ ਘੁੰਮ ਰਿਹਾ ਹੈ, ਤੇ ਇੱਕ ਪਰਟੀਕੂਲਰ ਸਾਈਡ ਚੰਦਰਮਾ ਦੀ ਐਵੇਂ ਦੀ ਆ ਜਿਹੜੀ ਕਦੀ ਸੂਰਜ ਦੇ ਪ੍ਰਭਾਵ 'ਚ ਆਈ ਨਹੀਂ। ਇਟ ਮੀਨਸ ਉੱਥੇ ਜੇ ਸੂਰਜ ਦੀ ਰੋਸ਼ਨੀ ਗਈ ਨਹੀਂ, ਇਟ ਮੀਨਸ ਇਹਦਾ ਕੀ ਮਤਲਬ ਨਿਕਲ ਕੇ ਆਇਆ? ਇਹਦਾ ਸਾਫ਼ ਤੇ ਸਪਸ਼ਟ ਮਤਲਬ ਇਹ ਨਿਕਲ ਕੇ ਆਇਆ ਕਿ ਉਹ ਪਾਸਾ ਅੱਜ ਵੀ ਜ਼ਿੰਦਗੀ ਦੇ ਮਾਮਲੇ 'ਚ, ਲਾਈਫ ਦੇ ਮਾਮਲੇ 'ਚ ਅਜੇ ਉੱਥੇ ਹੀ ਖੜਾ ਹੈ ਜਦੋਂ ਸ੍ਰਿਸ਼ਟੀ ਨਵੀਂ ਬਣੀ ਹੋਊਗੀ, ਕਿਉਂਕਿ ਉੱਥੇ ਸੂਰਜ ਦੀ ਰੋਸ਼ਨੀ ਨਹੀਂ ਆਈ ਤੇ ਉੱਥੇ ਫੋਟੋਸਿੰਥੇਸਿਸ, ਪ੍ਰਕਾਸ਼ ਸੰਸਲੇਸ਼ਨ ਤੇ ਇਹੋ ਜਿਹੀਆਂ ਕਈ ਪ੍ਰਕਿਰਿਆ ਹਜੇ ਸ਼ੁਰੂ ਵਾਲੀ ਮੋੜ 'ਚ ਹੀ ਹੋਣਗੀਆਂ, ਮੁੱਢਲੇ ਫੇਸ 'ਤੇ ਹੀ ਹੋਣਗੀਆਂ। ਤਾਂ ਅਸਲ ਦੇ ਵਿੱਚ ਜੇ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਤਾਂ ਸਾਨੂੰ ਇੱਕ ਸਵਾਲ ਦਾ ਜਵਾਬ ਮਿਲੂਗਾ ਕਿ ਜਦੋਂ ਇਹ ਸ੍ਰਿਸ਼ਟੀ ਨਵੀਂ ਬਣੀ ਸੀ ਇਹ ਕੈਸੀ ਸੀ? ਮੇਰੀ ਗੱਲ ਸਮਝ ਗਏ ਨਾ? ਸੋ ਸ੍ਰਿਸ਼ਟੀ ਦੇ ਬਣਨ ਦੀ ਇੱਕ ਹੋਂਦ ਤਾਂ ਸਾਨੂੰ ਚੰਦਰਮਾ ਦੇ ਸਾਊਥ ਪੋਲ ਤੋਂ ਮਿਲ ਸਕਦੀ ਹੈ। ਤੇ ਜਦੋਂ ਅਸੀਂ ਦੁਨੀਆ ਦੇ ਬਣਨ ਦੇ ਪ੍ਰੋਸੈਸ ਨੂੰ ਸਮਝ ਲਿਆ ਤਾਂ ਮੈਨੂੰ ਲੱਗਦਾ ਉਹਨੂੰ ਅਸੀਂ ਬਹੁਤ ਜਗ੍ਹਾ 'ਤੇ ਇੰਪਲੀਮੈਂਟ ਕਰ ਸਕਦੇ ਹਾਂ। ਦੂਸਰੀ ਸਭ ਤੋਂ ਵੱਡੀ ਗੱਲ, ਜਦੋਂ ਪੂਰੀ ਦੁਨੀਆ ਦੇ ਵਿੱਚ ਚੰਦਰਮਾ ਨੂੰ ਸਮਝਣ ਦੀ ਜਾਂ ਧਰਤੀ ਤੋਂ ਬਾਹਰਲੇ ਗ੍ਰਹਿਾਂ ਨੂੰ ਸਮਝਣ ਦੀ ਹੋੜ ਮੱਚੀ ਹੋਈ ਹੈ, ਉੱਥੇ ਜੇ ਇੰਡੀਆ ਕੁਛ ਕਰਦਾ ਹੈ ਤਾਂ ਡਿਪਲੋਮੈਸੀ ਦੇ ਮਾਮਲੇ 'ਚ, ਕੂਟਨੀਤੀ ਦੇ ਮਾਮਲੇ 'ਚ ਇੰਡੀਆ ਉਹਨਾਂ ਦੇਸ਼ਾਂ 'ਚ ਸ਼ਾਮਲ ਹੋ ਜਾਊਗਾ ਜਿਨ੍ਹਾਂ ਦੀ ਸਾਇੰਸ ਦਾ ਲੋਹਾ ਬਾਕੀ ਦੇਸ਼ ਮੰਨਣਗੇ। ਤੇ ਇਹਦੇ ਹਿਸਾਬ ਨਾਲ ਬੜੇ ਮਹਿੰਗੇ ਤੋਂ ਮਹਿੰਗੇ ਕੰਟਰੈਕਟ ਭਾਰਤ ਦੀਆਂ ਏਜੰਸੀਆਂ ਨੂੰ ਮਿਲਣਗੇ, ਇਕੱਲੇ ਸਪੇਸ ਦੇ ਨਹੀਂ। ਜਦੋਂ ਤੁਹਾਨੂੰ ਸਮਝ ਆ ਜਾਏ ਨਾ ਕਿ ਇਸ ਦੇਸ਼ ਦੀ ਸਪੇਸ ਟੈਕਨੋਲੋਜੀ ਬਹੁਤ ਵਧੀਆ ਹੈ ਤਾਂ ਇੱਕ ਗੱਲ ਮੰਨ ਲਈ ਜਾਂਦੀ ਹੈ ਕਿ ਤੁਹਾਡੀ ਰੱਖਿਆ ਟੈਕਨੋਲੋਜੀ, ਡਿਫੈਂਸ ਟੈਕਨੋਲੋਜੀ ਵੀ ਸੇਮ ਵਧੀਆ ਹੀ ਹੋਊਗੀ, ਕਿਉਂਕਿ ਤਕਰੀਬਨ ਦੋਵਾਂ ਨੂੰ ਬੈਕ ਐਂਡ ਤੋਂ ਚਲਾਉਣ ਵਾਲੀ ਜਿਹੜੀ ਚੀਜ਼ ਆ ਉਹਨੂੰ ਸਾਇੰਸ ਟੈਕ ਕਹਿੰਦੇ ਆ। ਤੇ ਇਹਦਾ ਮਤਲਬ ਤੁਸੀਂ ਸਾਇੰਸ ਟੈਕ 'ਚ ਕਨਫਰਮ ਹੋ। ਸੋ ਸਭ ਤੋਂ ਪਹਿਲਾ ਮਕਸਦ ਇਹਦਾ ਕੀ ਸੀਗਾ? ਇਸ ਮਿਸ਼ਨ ਦੇ ਕੰਟੈਕਸਟ 'ਚ ਆ ਜਾਓ। ਸਭ ਤੋਂ ਮੇਨ ਮਕਸਦ ਸੀ ਕਿ ਅਸੀਂ ਚੰਦਰਮਾ ਦੀ ਸਤ੍ਹਾ 'ਤੇ ਸਾਊਥ ਪੋਲ 'ਤੇ ਬੜੀ ਸੌਫਟ ਲੈਂਡਿੰਗ ਕਰ ਸਕੀਏ, ਕ੍ਰੈਸ਼ ਨਾ ਕਰੀਏ। ਦੂਜਾ, ਸਾਡਾ ਜਿਹੜਾ ਰੋਵਰ ਆ, ਠੀਕ ਆ, ਉਹ ਮੂਨ 'ਤੇ ਰਿੜ ਸਕੇ, ਇਹ ਸਾਡਾ ਦੂਜਾ ਮਕਸਦ ਸੀ। ਤੇ ਤੀਸਰਾ ਸੀਗਾ ਕਿ ਉੱਥੇ ਜਾ ਕੇ ਜਿਹੜੇ ਐਕਸਪੈਰੀਮੈਂਟ ਹੁੰਦੇ ਆ ਜਿਨ੍ਹਾਂ ਨੂੰ ਕਹਿੰਦੇ ਇਨ ਸੀਟੂ ਐਕਸਪੈਰੀਮੈਂਟ। ਇਨ ਸੀਟੂ ਦਾ ਮਤਲਬ ਆ ਕਿ ਉੱਥੇ ਰੁਕ ਕੇ ਖੁਦ ਐਕਸਪੈਰੀਮੈਂਟ ਕਰਨੇ, ਉਹਨੂੰ ਕਹਿੰਦੇ ਆ ਇਨ ਸੀਟੂ ਤਜਰਬੇ। ਸੋ ਉਹ ਵਾਲੇ ਪ੍ਰਯੋਗ ਕੀਤੇ ਜਾ ਸਕਣ। ਸੋ ਇਹ ਕਹਾਣੀ ਸੀ ਸਾਰੀ ਆਪਣੀ। ਮਕਸਦ ਕੀ ਆ, ਆਬਜੈਕਟਿਵ ਕੀ ਆ, ਜਿਹਨੂੰ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ ਉਦੇਸ਼ ਕੀ ਆ ਸਾਡਾ। ਉਦੇਸ਼ ਕਲੀਅਰ ਹੋ ਗਿਆ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਅਸਲ 'ਚ ਇਹਦੇ 'ਚ 6 ਪੇਲੋਡ ਗਏ ਸੀ। ਪੇਲੋਡ ਦਾ ਮਤਲਬ ਸਮਝ ਗਏ ਨਾ? ਪੇਲੋਡ ਦਾ ਬੇਸਿਕਲੀ ਮਤਲਬ ਹੁੰਦਾ ਕਿ ਇਹਦੇ ਅੰਦਰ ਕਿਹੜੇ ਯੰਤਰ ਕਿਸ ਕੰਮ ਵਾਸਤੇ ਭੇਜੇ ਗਏ ਆ। ਆ ਜਾਓ, ਜੇ ਆਪਾਂ ਇਹਦੇ ਅੰਦਰਲੇ ਯੰਤਰਾਂ ਦੀ ਗੱਲ ਕਰੀਏ ਤਾਂ ਦੇਖੋ, ਵੈਸੇ ਤਾਂ ਇਹਦੇ ਅੰਦਰ ਬਹੁਤ ਸਾਰੇ ਯੰਤਰ ਸੀਗੇ। ਕੀ ਮੋਟੇ ਤੌਰ 'ਤੇ ਪੁੱਛੇ ਕਿ ਸਰ ਇਹ ਦੱਸੋ ਕਿ ਉਹ ਯੰਤਰ ਜਿਹੜੇ ਸੀਗੇ ਉਹ ਕਿਹੜੇ ਕੰਮ ਸੀ? ਚੰਦਰਮਾ 'ਤੇ ਭੂਚਾਲ ਆਉਂਦੇ ਆ, ਪਹਿਲਾ ਸਵਾਲ।
ਚੰਦਰਮਾ ਦੀਆਂ ਥਰਮਲ ਪ੍ਰੋਪਰਟੀਜ਼, ਉੱਥੇ ਧੁੱਪ ਦਾ ਸਾਊਥ ਪੋਲ ਤੇ ਧੁੱਪ ਪੈਂਦੀ ਆ ਕਿ ਨਹੀਂ ਪੈਂਦੀ, ਜੇ ਨਹੀਂ ਪੈਂਦੀ ਤਾਂ ਉੱਥੇ ਕੀ ਕਾਰਨ ਆ। ਤੀਸਰਾ ਸਭ ਤੋਂ ਇੰਪੋਰਟੈਂਟ ਗੱਲ, ਚੇਂਜ ਇਨ ਪਲਾਜ਼ਮਾ ਨੀਅਰ ਦੀ ਸਰਫੇਸ। ਚੰਦਰਮਾ ਦੀ ਸਤ੍ਹਾ ਦੇ ਨੇੜੇ ਜਿਹੜਾ ਪਲਾਜ਼ਮਾ ਸਟੇਟ ਆ, ਇਹ ਤੁਹਾਨੂੰ ਪਤਾ ਹੀ ਆ ਕਿ ਮੈਟਰ ਦੀ ਇੱਕ ਸਟੇਟ ਸੋਲਿਡ ਹੁੰਦੀ ਹੈ, ਇੱਕ ਲਿਕੁਇਡ, ਇੱਕ ਗੈਸ ਤੇ ਇੱਕ ਪਲਾਜ਼ਮਾ। ਸੋ ਸਰਫੇਸ ਦੇ ਨੇੜੇ ਪਲਾਜ਼ਮਾ ਫਲੂਇਡ ਸਟੇਟ ਕਿਵੇਂ ਦੀ ਆ, ਤੇ ਹੋਰ ਉਸ ਤੋਂ ਬਾਅਦ ਕਿ ਚੰਦਰਮਾ ਤੇ ਧਰਤੀ ਦੇ ਵਿਚਲਾ ਐਗਜ਼ੈਕਟ ਦੂਰੀ ਕਿੰਨੀ ਆ। ਇਹੋ ਜਿਹੇ ਕੁਝ ਸਵਾਲ ਜਿਹੜੇ ਕਿ ਚੰਦਰਮਾ ਤੇ ਉੱਪਰ ਗਏ ਚੰਦਰਯਾਨ 3 ਵਾਸਤੇ ਜ਼ਰੂਰੀ ਸੀਗੇ। ਖੈਰ ਇਹਦੇ ਵਾਸਤੇ ਪੇਲੋਡ ਭੇਜੇ ਗਏ ਆ। ਕਿਹੜੇ ਯੰਤਰ ਭੇਜੇ ਗਏ ਆ? 3 ਯੰਤਰ ਤੇ 3 ਯੰਤਰ, 5-6 ਯੰਤਰ। 3 ਯੰਤਰ ਤਾਂ ਇਹਦੇ ਲੈਂਡਰ ਤੇ ਰੱਖੇ ਗਏ ਆ, ਭਾਵ 3 ਯੰਤਰ ਤਾਂ ਵਿਕਰਮ ਦੇ ਉੱਪਰ ਲਾਏ ਗਏ ਆ, 2 ਯੰਤਰ ਲਾਏ ਗਏ ਆ ਰੋਵਰ ਤੇ 1 ਯੰਤਰ ਜਿਹੜਾ ਆਲੇ ਘੁੰਮ ਰਿਹਾ ਸੀਗਾ ਪ੍ਰੋਪਲਸ਼ਨ ਮੋਡਿਊਲ ਜਿਹੜਾ ਲੈ ਕੇ ਗਿਆ ਇਹਨਾਂ ਨੂੰ, ਉਹਦੇ ਤੇ ਲੱਗੇ ਆ। ਠੀਕ ਆ, ਹੁਣ ਸਭ ਤੋਂ ਇੰਪੋਰਟੈਂਟ ਗੱਲ, ਜਿਹੜੇ ਯੰਤਰ ਲੈਂਡਰ ਤੇ ਲੱਗੇ ਆ ਉਹ ਕਿਹੜੇ ਆ? ਦੇਖੋ ਜਿਹੜਾ ਔਰਬਿਟਰ ਆ ਉਹ ਕਿਉਂ ਨਹੀਂ ਭੇਜਿਆ ਗਿਆ? ਔਰਬਿਟਰ ਤਾਂ ਚੰਦਰਯਾਨ 2 ਵਾਲਾ ਹੀ ਚੱਲ ਰਿਹਾ ਸੀ ਜਦੋਂ ਇਹ ਥੱਲਿਓਂ ਗਏ। ਠੀਕ ਆ, ਪ੍ਰੋਪਲਸ਼ਨ ਮੋਡਿਊਲ ਇਹਨਾਂ ਦੋਵਾਂ ਨੂੰ, ਲੈਂਡਰ ਤੇ ਰੋਵਰ ਨੂੰ ਅੱਡ ਕਰਦਾ ਹੈ। ਠੀਕ ਆ, ਤਾਂ ਔਰਬਿਟਰ ਤਾਂ ਪਹਿਲਾਂ ਹੀ ਉੱਥੇ ਸੀਗਾ। ਔਰਬਿਟਰ ਨਾਲ ਜਾਂਦੇ ਸਾਰ ਹੀ ਪ੍ਰੋਪਲਸ਼ਨ ਮੋਡਿਊਲ ਨੇ ਇਹਨਾਂ ਦਾ ਸੰਪਰਕ ਬਣਾਤਾ। ਸੋ ਇਸ ਕਰਕੇ ਸਾਨੂੰ ਔਰਬਿਟਰ ਨਵਾਂ ਨਹੀਂ ਭੇਜਣਾ ਪਿਆ, ਪੁਰਾਣਾ ਔਰਬਿਟਰ ਹੀ ਸੀਗਾ, ਉਹਦੇ ਨਾਲ ਹੀ ਸੰਪਰਕ ਸਾਧ ਦਿੱਤਾ ਗਿਆ ਤੇ ਉਹ ਚੱਲਿਆ ਅੱਗੇ। ਖੈਰ ਆ ਜਾਓ, ਕਹਿੰਦੇ ਲੈਂਡਰ ਦੇ ਵਿੱਚ ਪਹਿਲਾ ਜਿਹੜਾ ਪੇਲੋਡ ਸੀ ਦੈਟ ਵਾਜ਼ ਰੰਬਾ, RAMBHA। ਠੀਕ ਆ, ਇਹ ਬੇਸਿਕਲੀ ਕੀ ਸੀਗਾ, ਇਹਦਾ ਮਕਸਦ ਕੀ ਸੀਗਾ ਕਿ ਚੰਦਰਮਾ ਦੀ ਸਤ੍ਹਾ ਦੇ ਨੇੜੇ ਪਲਾਜ਼ਮਾ, ਭਾਵ ਕਿ ਚਾਰਜ ਪਾਰਟੀਕਲਸ ਨੂੰ ਅਬਜ਼ਰਵ ਕਰਨਾ ਕਿ ਕਿੰਨਾ ਕੁ ਜ਼ਿਆਦਾ ਚਾਰਜ ਪਾਰਟੀਕਲ ਚੰਦਰਮਾ ਦੀ ਸਤ੍ਹਾ ਤੇ ਹੈਗਾ ਹੈ, ਉਹਦੀ ਸੰਘਣਤਾ ਤੇ ਉਹ ਕਿਵੇਂ ਸਮੇਂ ਦੇ ਨਾਲ ਵੱਧ ਘਟ ਰਿਹਾ ਹੈ। ਮਤਲਬ ਕਿ ਚੰਦਰਮਾ ਦੀ ਸਤ੍ਹਾ ਕਿੰਨੀ ਕੁ ਚਾਰਜ ਆ ਜਾਂ ਗੈਰ ਚਾਰਜ ਆ, ਨੌਨ ਚਾਰਜ। ਜਿਵੇਂ ਅਰਥ ਨਿਊਟਰਲ ਆ ਨਾ, ਚੰਦਰਮਾ ਦੀ ਸਤ੍ਹਾ ਚਾਰਜ ਆ ਕਿ ਨਿਊਟਰਲ ਆ, ਤੇ ਜੇ ਚਾਰਜ ਆ ਤੇ ਕਿੰਨਾ ਕੁ ਚਾਰਜ ਉਹਦੇ ਤੇ, ਇਹ ਪਤਾ ਕਰਨ ਵਾਸਤੇ ਸੀ ਰੰਬਾ। ਦੂਜਾ ਹੈ ਚੈਸਟੇ, ਚੰਦਰਾ ਸਰਫੇਸ ਥਰਮੋਫਿਜ਼ੀਕਲ ਐਕਸਪੈਰੀਮੈਂਟ। ਬੇਸਿਕਲੀ ਇਹਦਾ ਕੰਮ ਸੀਗਾ ਕਿ ਆਪਾਂ ਨੂੰ ਪਤਾ ਹੈ ਕਿ ਅਸੀਂ ਸਾਊਥ ਪੋਲ ਵੱਲ ਲੈਂਡ ਕੀਤੇ ਆ। ਸਾਊਥ ਪੋਲ ਵਾਲੇ ਜਿਹੜਾ ਸੂਰਜ ਦਾ ਸਰਫੇਸ ਆ, ਚੰਦਰਮਾ ਦਾ ਸਰਫੇਸ ਆ, ਉਹਦੇ ਤੇ ਕਿੰਨੀ ਕੁ ਗਰਮੀ ਆ, ਉਹਨੂੰ ਮਾਪਣ ਵਾਸਤੇ ਗਿਆ ਸੀ ਚਾਸਟ। ਨੈਕਸਟ ਇਲਸਾ, ਇੰਸਟਰੂਮੈਂਟ ਫॉर ਲੂਨਰ ਸਿਸਮਿਕ ਐਕਟੀਵਿਟੀ। ਸਾਫ਼ ਪਤਾ ਲੱਗ ਰਿਹਾ ਕਿ ਚੰਦਰਮਾ ਦੇ ਉੱਪਰ ਇਹ ਪਤਾ ਕਰਨ ਵਾਸਤੇ ਕਿ ਉੱਥੇ ਭੂਚਾਲ ਜਾਨੀ ਕਿ ਸਿਸਮਿਕ ਐਕਟੀਵਿਟੀਜ਼, ਅਰਥਕੁਏਕ ਦੀਆਂ ਐਕਟੀਵਿਟੀਜ਼ ਕਿੰਨੀਆਂ ਕਾ, ਭੂਚਾਲ ਦੀ ਕੀ ਸੰਭਾਵਨਾ ਹੈ, ਚੰਦਰਮਾ ਦੇ ਅਰਾਊਂਡ ਕਿੰਨੀ ਕੁ ਸਿਸਮੀਸਿਟੀ ਆ, ਮਤਲਬ ਉਹਦੇ ਥੱਲੇ ਜਿਹੜੀਆਂ ਪਲੇਟਾਂ ਨੇ, ਚੰਦਰਮਾ ਦੀ ਸਤ੍ਹਾ ਦੀਆਂ ਪਲੇਟਾਂ ਜਿਹੜੀਆਂ, ਉਹਨਾਂ ਦੀ ਆਪਸੀ ਹਿਲਜੁਲ ਕਿੰਨੀ ਕਾ, ਤੇ ਚੰਦਰਮਾ ਦੀ ਥੱਲੜੀ ਭੂ ਪਾਪੜੀ ਕਰਸਟ ਤੇ ਉਹਦੇ ਅੰਦਰ ਮੈਂਟਲ ਕਿਹੋ ਜੀ ਆ, ਸੋਲਿਡ ਆ ਕਿ ਲਿਕੁਇਡ ਆ ਕਿ ਗੈਸ ਆ। ਆਪਾਂ ਕਹਿੰਦੇ ਆ ਨਾ ਕਿ ਆ ਸਾਡੀ ਅਰਥ ਦੇ ਥੱਲੇ ਆਪਣੀ ਕਰਸਟ, ਮੈਂਟਲ, ਕੋਰ, ਹੁਣ ਤਾਂ ਬਹੁਤ ਸਾਰੀਆਂ ਸਟੇਜਾਂ ਹੋਰ ਵੀ ਐਕਸਪਲੋਰ ਹੋ ਰਹੀਆਂ। ਮੋਟੇ ਤੌਰ ਤੇ ਤਾਂ ਅਸੀਂ ਕਰਸਟ, ਮੈਂਟਲ ਤੇ ਕੋਰ ਕਹਿ ਦਿੰਦੇ ਆ। ਤਾਂ ਚੰਦਰਮਾ ਦੀ ਭੂ ਪਾਪੜੀ ਕਿਵੇਂ ਦੀ ਆ, ਉਹਦੇ ਅੰਦਰ ਵਾਲੀ ਮੈਂਟਲ ਤੇ ਉਹਦੇ ਥੱਲੇ ਅੰਦਰ ਵਾਲੀ ਕੋਰ ਕਿਵੇਂ ਦੀ ਆ, ਇਹਨੂੰ ਸਮਝਣ ਵਾਸਤੇ ਇਲਸਾ ਸੀ। ਇਹ ਤਿੰਨੇ ਪੇਲੋਡ ਜਿਹੜੇ ਆ ਇਹ ਬੇਸਿਕਲੀ ਹੈਗੇ ਸੀ ਕਿਹਦੇ ਤੇ? ਲੈਂਡਰ ਤੇ। ਹੁਣ ਗੱਲ ਕਰਦੇ ਆ ਰੋਵਰ ਜਿਹੜਾ ਭੇਜਿਆ, ਉਹਦੇ ਤੇ APXS ਅਲਫਾ ਪਾਰਟੀਕਲ ਐਕਸਰੇ ਸਪੈਕਟੋਮੀਟਰ। ਬੇਸਿਕਲੀ ਮਕਸਦ ਸੀਗਾ, ਇਸ ਸਪੈਕਟੋਮੀਟਰ ਦਾ ਕੰਮ ਸੀਗਾ ਕਿ ਚੰਦਰਮਾ ਦੀ ਸਤ੍ਹਾ ਤੇ ਇਹ ਪਤਾ ਕਰਨਾ ਕਿ ਉੱਥੇ ਕਿੰਨੇ ਕੁ ਜ਼ਿਆਦਾ ਐਲੀਮੈਂਟ ਨੇ, ਤੱਤ ਨੇ। ਮਤਲਬ ਕਿ ਉੱਥੇ ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕੌਨ, ਕੈਲਸ਼ੀਅਮ, ਆਇਰਨ। ਲੂਨਰ ਦੀ ਸੋਇਲ ਦੀ ਸਪੈਕਟ੍ਰੋਮੀਟਰੀ ਕਰਕੇ, ਉਹਦੀ ਸੋਇਲ ਦੀ ਸਰਚ ਕਰਕੇ ਇਹ ਸਮਝਣਾ, ਠੀਕ ਆ, ਉਹਦੇ ਸਪੈਕਟਰਮ ਦਾ ਪਤਾ ਕਰਕੇ, ਉਹਦੇ ਅੰਦਰ ਦੀ ਵੇਵਲੈਂਥ, ਫ੍ਰੀਕੁਐਂਸੀ, ਉਹਦੇ ਅੰਦਰੋਂ ਕਿਵੇਂ ਟਰਾਂਸਮਿਸ਼ਨ ਹੋ ਰਹੀਆਂ ਹੈ ਵੇਵਜ਼, ਉੱਥੋਂ ਪਤਾ ਕਰਕੇ ਕਿ ਇਹਦੇ ਅੰਦਰ ਕਿਹੜੇ ਕਿਹੜੇ ਧਾਤੂ ਮੌਜੂਦ ਨੇ, ਕਿਹੜੇ ਕਿਹੜੇ ਮੈਟਲ ਮੌਜੂਦ ਨੇ, ਜਾਂ ਮੈਟਲ, ਨੌਨ ਮੈਟਲ ਜੋ ਵੀ ਆ। ਬੇਸਿਕਲੀ ਮੈਟਲਸ ਨੂੰ ਟਾਰਗੇਟ ਕਰਨਾ, ਉਹਦੇ ਅੰਦਰ ਪਾਏ ਜਾਣ ਵਾਲੇ ਐਲੀਮੈਂਟਲ ਕੰਪੋਜੀਸ਼ਨ, ਭਾਵ ਉਹਦੇ ਅੰਦਰ ਤੱਤ ਕਿਸ ਅਨੁਪਾਤ 'ਚ ਨੇ, ਤੱਤ ਮਤਲਬ ਐਲੀਮੈਂਟ ਕਿਸ ਅਨੁਪਾਤ 'ਚ ਨੇ, ਉਹਨਾਂ ਵਾਸਤੇ APXS ਅਲਫਾ ਪਾਰਟੀਕਲ ਐਕਸਰੇ ਸਪੈਕਟੋਮੀਟਰ। ਇੱਕ ਆ ਲਿਬਸ, ਲੇਜ਼ਰ ਇੰਡਿਊਸਡ ਬ੍ਰੇਕਡਾਊਨ ਸਪੈਕਟਰੋਸਕੋਪ। ਇਹ ਬੇਸਿਕਲੀ ਇੱਕ ਇਸ ਤਰੀਕੇ ਦਾ ਉਹ ਸੀਗਾ ਜਿਹਦਾ ਮਤਲਬ ਇਹ ਸੀ ਕਿ ਲੂਨਰ ਸਰਫੇਸ, ਭਾਵ ਚੰਦਰਮਾ ਦੀ ਸਤ੍ਹਾ ਤੇ ਇਹ ਦੇਖਣਾ ਕਿ ਆਉਣ ਵਾਲੇ ਸਮੇਂ 'ਚ ਉੱਥੋਂ ਦੀ ਮਿਨਰਲੋਜੀ ਕਿਵੇਂ ਦੀ ਹੋਣ ਵਾਲੀ ਆ। ਆਉਣ ਵਾਲੇ ਸਮੇਂ 'ਚ ਚੰਦਰਮਾ ਤੇ ਖਣਿਜ ਜਿਹੜੇ ਆ ਉਹਨਾਂ ਦਾ ਅਨੁਪਾਤ ਵਧੂਗਾ ਕਿ ਘਟੂਗਾ, ਕਿਹੜੇ ਖਣਿਜ ਵੱਧ ਸਕਦੇ ਆ, ਕਿਹੜੇ ਘਟ ਸਕਦੇ ਆ। ਲਗਾਤਾਰ ਚੰਦਰਮਾ ਦੇ ਕਿਹੜੀਆਂ ਕਿਹੜੀਆਂ ਗੈਸਾਂ ਐਗਜ਼ਿਸਟ ਕਰ ਰਹੀਆਂ,
ਤੇ ਉਹ ਗੈਸਾਂ ਕਰਕੇ ਕਿਹੜੇ-ਕਿਹੜੇ ਕੈਮੀਕਲ ਕੰਪਾਊਂਡ ਵੱਧ ਰਹੇ ਆ ਤੇ ਕਿਹੜੇ ਘਟ ਰਹੇ ਆ। ਇਸ ਚੀਜ਼ ਨੂੰ ਸਮਝਣ ਵਾਸਤੇ LIBS ਨਾਮ ਦਾ ਲੇਜ਼ਰ ਇੰਡਿਊਸਡ ਬ੍ਰੇਕਡਾਊਨ ਸਪੈਕਟ੍ਰੋਸਕੋਪ ਸੀ। ਸਭ ਤੋਂ ਲਾਸਟ ਇਹ ਉਹ ਪੇਲੋਡ ਆ ਜਿਹੜਾ ਚੰਦਰਯਾਨ 2 ਤੇ ਨਹੀਂ ਸੀ ਹੈਗਾ, 3 ਤੇ ਲੱਗਿਆ ਸੀਗਾ। ਸੋ ਕਈ ਵਾਰੀ ਪੇਪਰ 'ਚ 2 ਵਰਸਿਸ 3 ਦਾ ਡਿਫਰੈਂਸ ਵੀ ਆਊਗਾ, ਮੈਂ ਅੱਗੇ ਵੀ ਪੜਾਊਂਗਾ, ਚਿੰਤਾ ਨਾ ਕਰੋ। 2 ਵਰਸਿਸ 3 ਦਾ ਡਿਫਰੈਂਸ, ਦਿਸ ਇਜ਼ ਸ਼ੇਪ that is spectropolarimetry of habitable planet earth। ਸੋ ਇਹ ਇੱਕ ਅਜਿਹਾ ਸੀਗਾ ਜਿਹੜਾ ਬੇਸਿਕਲੀ ਇਹ ਸਮਝਣ ਦੀ ਕੋਸ਼ਿਸ਼ ਕਰੂਗਾ ਚੰਦਰਮਾ ਦਾ ਜਿਹੜਾ ਉਹ ਪ੍ਰੋਪਲਸ਼ਨ ਮੋਡਿਊਲ ਸੀਗਾ ਉੱਥੋਂ ਕਿ ਉਹਦੇ ਨੇੜੇ ਹੋਰ ਕਿਵੇਂ ਅਰਥ ਵਰਗੀਆਂ ਸੰਭਾਵਨਾਵਾਂ ਐਕਸਪਲੋਰ ਕੀਤੀਆਂ ਜਾ ਸਕਦੀਆਂ। ਹੈਬਿਟੇਬਲ ਪਲੈਨਟ ਤੇ ਚੰਦਰਮਾ ਨੂੰ ਜਾਂ ਹੋਰ ਕਿਸੇ ਨੇੜੇ ਦੇ ਗ੍ਰਹਿ ਨੂੰ ਆਪਾਂ ਕਿਵੇਂ ਇੱਕ ਰਹਿਣਯੋਗ ਗ੍ਰਹਿ ਦੇ ਤੌਰ ਤੇ ਐਕਸਪਲੋਰ ਕਰ ਸਕਦੇ ਆ, ਉਹਦੀ ਸਟੱਡੀ ਵਾਸਤੇ ਬੇਸਿਕਲੀ ਇਹ ਭੇਜਿਆ ਸੀਗਾ। ਇਹ ਆਫ ਦੀ ਹੈਬਿਟੇਬਲ ਪਲੈਨਟ ਅਰਥ ਇਨ ਦੀ ਨੀਅਰ ਇਨਫਰਾਰੈਡ ਵੇਵਲੈਂਥ। ਸੋ ਇੱਕ ਪਰਟੀਕੂਲਰ ਵੇਵਲੈਂਥ ਦੀ ਰੇਂਜ ਦੇ ਵਿੱਚ ਹੋਰ ਕਿਹੜੇ-ਕਿਹੜੇ ਪਲੈਨਟਸ ਆ ਜਿਨ੍ਹਾਂ ਨੂੰ ਐਕਸਪਲੋਰ ਕੀਤਾ ਜਾ ਸਕਦਾ ਹੈ। ਸੋ ਬੇਸਿਕਲੀ 6 ਆਪਣੇ ਪੇਲੋਡ ਮੈਂ ਗਿਣਾਏ ਆ ਜਿਹੜੇ ਚੰਦਰਯਾਨ 3 ਦੇ ਵਿੱਚ ਗਏ ਸੀ, ਬਾਕੀ 5 ਸੇਮ ਆ। ਜਿਹੜਾ 6ਵਾਂ ਪੇਲੋਡ ਆ ਇਹ 2 'ਚ ਨਹੀਂ ਸੀ ਹੈਗਾ ਬਟ 3 'ਚ ਗਿਆ ਸੀਗਾ, ਠੀਕ ਆ। ਸੋ ਬੇਸਿਕਲੀ ਸ਼ੇਪ ਦਾ ਕੰਮ ਹੀ ਇਹ ਸੀਗਾ ਕਿ ਹੋਰ ਇਹੋ ਜਿਹੇ ਛੋਟੇ-ਛੋਟੇ ਗ੍ਰਹਿਾਂ ਨੂੰ ਐਕਸਪਲੋਰ ਕਰਨਾ। ਇਹ ਚੰਦਰਮਾ ਵਾਸਤੇ ਨਹੀਂ ਸੀਗਾ, ਇਹੋ ਜਿਹੇ ਛੋਟੇ-ਛੋਟੇ ਗ੍ਰਹਿਾਂ ਨੂੰ ਐਕਸਪਲੋਰ ਕਰਨਾ ਜਿੱਥੇ ਧਰਤੀ ਵਾਂਗ ਰਹਿਣ ਲਾਇਕ ਜਗ੍ਹਾ ਹੋਵੇ। ਇਹ ਕੰਮ ਸੀਗਾ ਸ਼ੇਪ ਦਾ। ਮੈਂ ਕਲੀਅਰ ਕਰ ਚੁੱਕਿਆ ਕਿ ਮਕਸਦ ਚੰਦਰਮਾ ਨੂੰ ਇਕੱਲੇ ਨੂੰ ਨਹੀਂ, ਚੰਦਰਮਾ ਦੇ ਨੇੜੇ ਜਾਂ ਉੱਥੋਂ ਖੜ ਕੇ ਕੋਈ ਹੋਰ ਹੈਬਿਟੇਬਲ ਪਲੈਨਟ ਹੈਗਾ ਹੈ, ਰਹਿਣ ਦੇ ਲਾਇਕ ਪਲੈਨਟ ਹੈਗਾ ਹੈ ਜਿਹਨੂੰ ਐਕਸਪਲੋਰ ਕਰਿਆ ਜਾ ਸਕਦਾ ਹੈ। ਸੋ ਬੇਸਿਕਲੀ ਇਹ 6 ਜਿਹੜੇ ਚੀਜ਼ ਸੀਗੇ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਤੇ। ਹੁਣ ਗੱਲ ਕਰਦੇ ਹਾਂ ਕਿ ਚੰਦਰਯਾਨ 2 ਆਖਰ ਕਿਉਂ ਕ੍ਰੈਸ਼ ਹੋ ਗਿਆ ਸੀ ਤੇ ਅਸੀਂ ਕੀ ਸੁਧਾਰ ਕੀਤੇ ਕਿ ਅਸੀਂ ਚੰਦਰਯਾਨ 3 'ਚ ਨੂੰ ਲੈ ਕੇ ਗਏ, ਠੀਕ ਆ। ਸਭ ਤੋਂ ਪਹਿਲਾਂ ਚੰਦਰਯਾਨ 2 ਤੇ 3 'ਚ ਮੁੱਢਲਾ ਫਰਕ ਕੀ ਸੀਗਾ। ਦੇਖੋ, ਜਦੋਂ ਚੰਦਰਯਾਨ 2 ਨੇ ਲੈਂਡ ਕਰਨਾ ਸੀ ਨਾ ਤਾਂ ਕੁਛ ਬਾਏ ਕੁਛ ਮੀਟਰ ਏਰੀਆ ਸੀਗਾ, ਮੀਨਸ ਕਿ ਮੈਨੂੰ ਲੱਗਦਾ 40 ਬਾਏ 50 ਮੀਟਰ ਇੰਨਾ ਕੋਈ ਏਰੀਆ ਸੀਗਾ, ਬਹੁਤ ਥੋੜ੍ਹਾ ਏਰੀਆ ਸੀਗਾ ਜਿਹਦੇ 'ਚ ਚੰਦਰਯਾਨ 3 ਨੇ ਆਪਣੇ ਆਪ ਨੂੰ ਲੈਂਡ ਕਰਨਾ ਸੀਗਾ। ਉਹਦੀ ਵਜ੍ਹਾ ਇਹ ਸੀ ਕਿ ਜਿਹੜੇ ਉਹਦੇ 'ਚ ਕੈਮਰੇ ਲੱਗੇ ਸੀ ਉਹ ਓਨੇ ਏਰੀਏ ਨੂੰ ਡਿਟੈਕਟ ਕਰ ਸਕੇ, ਠੀਕ ਆ। ਕਿ ਇੰਨਾ ਕੁ ਏਰੀਆ ਹੈ, ਇੱਥੇ ਜਿੱਥੇ ਤੈਨੂੰ ਸੌਫਟ ਲੈਂਡਿੰਗ ਲੱਗਦੀ ਆ ਉੱਥੇ ਕਰ ਲਾ। ਇੰਨੇ ਏਰੀਏ ਦੇ ਵਿੱਚ ਉਹ ਤੈਅ ਨਹੀਂ ਕਰ ਸਕਿਆ ਕਿ ਮੈਂ ਕਿੱਥੇ ਉਤਰਾਂ। ਜਦੋਂ ਅਸੀਂ ਚੰਦਰਯਾਨ 3 ਤੇ ਗਏ ਉੱਥੇ 2 ਬਾਏ 4 ਕੁਛ ਇੰਨੇ ਕਿਲੋਮੀਟਰ ਦਾ ਏਰੀਆ ਸੀਗਾ ਜਿਹਦੇ 'ਚ ਕੈਮਰੇ ਇੰਨੀ ਦੂਰ ਤੱਕ ਲੱਗੇ ਸੀ ਕਿ ਜਿਹੜੇ ਇੰਨੇ ਏਰੀਏ ਨੂੰ ਕਵਰ ਕਰ ਪਾ ਰਹੇ ਸੀਗੇ ਅਤੇ ਉਹ ਬੜੀ ਉੱਚੋਂ ਹੀ ਇਹ ਤੈਅ ਕਰਨ 'ਚ ਸਫਲ ਹੋ ਗਿਆ ਕਿ ਮੈਂ ਆਪਣੀ ਸੌਫਟ ਲੈਂਡਿੰਗ ਕਿਸ ਜਗ੍ਹਾ 'ਤੇ ਕਰਨੀ ਹੈ, ਕਿਉਂਕਿ ਤੁਹਾਡੇ ਕੋਲ ਏਰੀਆ ਵੱਧ ਗਿਆ ਨਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹੂੰਗਾ ਕਿ ਲੈਂਡਿੰਗ ਏਰੀਆ ਜਿਹੜਾ ਸੀ ਉਹਨੂੰ ਕਈ ਗੁਣਾ ਵਧਾ ਦਿੱਤਾ ਗਿਆ ਤਾਂ ਕਿ ਚੰਦਰਯਾਨ ਦਾ ਜਿਹੜਾ ਲੈਂਡਰ ਆ ਉਹ ਆਪਣੀ ਲੈਂਡਿੰਗ ਵਾਸਤੇ ਜਿਹੜੀ ਵੀ ਸੂਟੇਬਲ ਜਗ੍ਹਾ ਹੈ ਉਹਨੂੰ ਬੜੀ ਆਸਾਨੀ ਨਾਲ ਪ੍ਰੈਡਿਕਟ ਕਰ ਸਕੇ, ਠੀਕ ਆ। ਨੈਕਸਟ ਜਿਹੜਾ ਲੈਂਡਰ ਸੀਗਾ, ਹੁਣ ਅਸਲ 'ਚ ਕੀ ਹੋਇਆ, ਜਿਹੜਾ ਲੈਂਡਰ ਚੰਦਰਯਾਨ 2 ਦਾ ਲੈਂਡਰ ਸੀਗਾ ਉਹਦੇ 'ਚ ਤੇਲ ਪੂਰਾ ਸੀਗਾ। ਇੱਕ ਤਾਂ ਉਹ ਆਪਣੇ ਵਾਸਤੇ ਜਗ੍ਹਾ ਨਹੀਂ ਲੱਭ ਸਕਿਆ, ਇੱਕ ਉਹਦੇ 'ਚ ਤੇਲ ਘੱਟ ਸੀਗਾ, ਇਸ ਕਰਕੇ ਉਹਨੇ ਆਪਣੀ ਸਪੀਡ ਨੂੰ ਘਟਾ ਕੇ ਏਰੀਏ ਨੂੰ ਤੈਅ ਕਰਨ ਦਾ ਜ਼ਰੂਰੀ ਨਹੀਂ ਸਮਝਿਆ ਅਤੇ ਉਹਦੀ ਸਪੀਡ ਵੀ ਨਹੀਂ ਘੱਟ ਸਕੀ ਅਤੇ ਉਹ ਤਾਂ ਕਰੈਸ਼ ਕਰ ਗਿਆ। ਇਹਦੇ 'ਚ ਐਕਸੈਸ ਆਫ ਫਿਊਲ ਪਾਇਆ ਗਿਆ, ਤੇਲ ਇੰਧਣ ਜ਼ਿਆਦਾ ਪਾਇਆ ਗਿਆ ਤਾਂ ਜੋ ਥੋੜ੍ਹਾ ਸਮਾਂ ਉੱਪਰ ਵੇਟ ਕਰਕੇ ਜੇ ਜਗ੍ਹਾ ਤੈਅ ਕਰਨੀ ਪਈ ਅਤੇ ਜੇ ਕੁਛ ਕਿਲੋਮੀਟਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵੱਲ ਨੂੰ ਹੋਰੀਜ਼ੋਂਟਲੀ ਵੀ ਜਾਣਾ ਪਿਆ ਤਾਂ ਬੜੀ ਆਸਾਨੀ ਨਾਲ ਇੰਨਾ ਕੁ ਐਕਸਟਰਾ ਫਿਊਲ ਹੋਵੇ ਕਿ ਅਸੀਂ ਆਸਾਨੀ ਨਾਲ ਉਹਨੂੰ ਕਰ ਸਕੀਏ। ਸੋ ਦੂਸਰਾ ਸੀਗਾ ਲੈਂਡਰ ਦੇ ਵਿੱਚ ਬਹੁਤ ਐਕਸੈਸ ਫਿਊਲ ਦਿੱਤਾ ਗਿਆ ਤਾਂ ਕਿ ਉਹ ਤੈਅ ਕਰ ਸਕੇ ਕਿ ਮੈਂ ਕਿੱਥੇ ਲੈਂਡ ਕਰਨਾ ਹੈ। ਨੈਕਸਟ ਉਸ ਤੋਂ ਬਾਅਦ ਚੰਦਰਯਾਨ 3 ਦੇ ਵਿੱਚ ਸੋਲਰ ਪੈਨਲਸ ਦੀ ਗਿਣਤੀ ਵਧਾਈ ਗਈ, ਕਿਉਂਕਿ ਓਬਵੀਅਸ ਜੀ ਗੱਲ ਆ, ਜੇ ਤੁਸੀਂ ਬਹੁਤ ਲੰਮਾ ਸਮਾਂ ਤੁਹਾਨੂੰ ਕਿਸੇ ਵੀ ਕਾਰਨ ਕਰਕੇ ਲੈਂਡਰ ਨੂੰ ਸਪੇਸ 'ਚ ਰਹਿਣਾ ਪੈ ਗਿਆ ਤਾਂ ਉਹਦੇ ਵਾਸਤੇ ਇੱਕ ਪੈਨਲਸ ਦੀ ਲੋੜ ਪਊਗੀ, ਸੋਲਰ ਪੈਨਲਸ ਦੀ ਲੋੜ ਪਊਗੀ ਤਾਂ ਜੋ ਉਨੀ ਵੱਧ ਊਰਜਾ ਇਕੱਠੀ ਕੀਤੀ ਜਾ ਸਕੇ, ਠੀਕ ਆ। ਕਿਉਂਕਿ ਜੇ ਤੁਸੀਂ ਇੱਕ ਵਾਰੀ ਥੱਲੇ ਚਲੇ ਗਏ ਤਾਂ ਤੁਸੀਂ ਹੁਣ ਚੰਦਰਮਾ ਦੇ ਸਾਊਥ ਪੋਲ 'ਤੇ ਹੋ, ਉੱਥੇ ਤਾਂ ਪ੍ਰੈਕਟੀਕਲੀ ਤੁਹਾਡੇ ਕੋਲ ਸੋਲਰ ਐਨਰਜੀ ਨਹੀਂ ਰਹੂਗੀ ਹੁਣ, ਕਿਉਂਕਿ ਤੁਸੀਂ ਉਸ ਸਾਈਡ 'ਤੇ ਹੋ ਜਿਹੜਾ ਉੱਪਰ ਤੱਕ ਹੀ ਆ ਜਿਹੜੀ ਸੋਲਰ ਐਨਰਜੀ ਤੁਹਾਡੇ ਕੋਲ ਹੈਗੀ ਆ ਅਜੇ ਅਵੇਲੇਬਲ। ਸੋ ਇਹ ਸਭ ਤੋਂ ਇੰਪੋਰਟੈਂਟ ਗੱਲ ਸੀਗੀ। ਨੈਕਸਟ ਉਸ ਤੋਂ ਬਾਅਦ ਚੰਦਰਯਾਨ ਜਿਹੜਾ ਸੀਗਾ ਹਾਈ ਰੈਜ਼ੋਲੂਸ਼ਨ ਇਮੇਜਿਸ ਫਰੋਮ ਚੰਦਰਯਾਨ 2 ਔਰਬਿਟਰ, ਹਾਂ
अगली इंपॉर्टेंट चीज़ कि चंद्रयान 2 जिहड़ा सीगा उहदा लैंडर क्रैश कर गया तो और रोवर क्रैश कर गया, बट उहदा ऑर्बिटर तो अज भी सीगा। उहदे ऑर्बिटर ने जिहड़ियां हाई डेफिनेशन पिक्स सानू भेजियां सी साउथ पोल दियां, उत्थों असीं होर भी बहुत कुछ तय कर सके सी। देखो मन्निया कि साडे चंद्रयान 2 च टैक्नीकल ग्लिच सीगा, कोई सॉफ्टवेयर की प्रॉब्लम सी जिहदे करके साडा जिहड़ा चंद्रयान 2 दा लैंडर सीगा वो जिवें जिवें धरती के साउथ पोल के नेड़े आया वो अपनी जमीन नूं तय नहीं कर सकिया कि मैं कित्थे लैंड करना है। खैर ये तो एक कारण सीगा जिहदे करके वो क्रैश कर गया, पर यह इकल्ला एक कारण नहीं सीगा। सॉफ्टवेयर ग्लिच एक कारण, जमीन थोड़ी होनी दूसरा कारण, तीसरा कारण तुहाडे कोल इन्ना टाइम ही नहीं सी हैगा कि तुसीं स्पेस च खड़ के डिसाइड कर पाउंदे। चौथी गल तुहाडे कोल इन्ना फ्यूल ही नहीं सी हैगा कि तुसीं तय कर पाउंदे कि जे इत्थे कुछ गड़बड़ मैं साइड ते हो जा। सो एक कारण ये भी सीगा कि सॉफ्टवेयर ग्लिच कर गया। जे मतलब सारा कुछ हुंदा भी, जमीन भी हुंदी थल्ले, फ्यूल भी हुंदा, साडे कोल स्पेस भी हुंदी, फिर भी असीं पास नहीं सी हो सकदे। उहदी वजह सी सब तो वड्डा कारण सीगा कि जिवें जिवें वो थल्ले आ रहा तो वो सॉफ्ट लैंडिंग करनी सी, सरफेस के नेड़े आउंदे जिन्नी मात्रा च उहदी स्पीड घटनी चाहिए सी उन्नी स्पीड घटी नहीं। सब तो मेन कारण सी सॉफ्टवेयर ग्लिच, जो कि एक सॉफ्टवेयर गड़बड़ी आई। एक कारण सी फिर जो बंदा कहता फेल हो ही गए हैं फिर सारे कारण ही एक्सप्लोर कर लो। फिर इसरो ने दूजा कारण, वैसे तो इसरो पहला दसना ही नहीं सी चाहती, 2019 का पूरा साल इसरो ने बिना दसे ही कढ़ता, बट 2020 जो दबाव वधिया फिर इसरो नूं दसना पिया कि आह कुछ ग्लिच सीगे। फिर उन्होंने सॉफ्टवेयर ग्लिच, फिर उन्हें भी दसिया कि जे ये भी कामयाब हो जाता तो साडे कोल जगह भी एरिया भी थोड़ा सी। तीजी चीज़ साडे कोल फ्यूल थोड़ा सी, साडे सोलर पैनल्स घट सीगे। इस बार वो सारियां गलतियां नूं दुरुस्त किया गया, प्लस सोलर पैनल्स वधाए गए। इस बार सॉफ्ट चंद्रयान 2 के ऑर्बिटर दियां भेजियां हुई HD फोटोज़ भी ने। सानू ये भी तय हो गया कि जे असीं सीधा सीधा जाइए तो किहड़ी जगह साफ आ। सो इस तरीके के बहुत एडवांटेज सीगे जिहड़े सानू इस बार साथ दिंदे आ। ते सब तो वड्डी गल चंद्रयान 3 दे उपर असी नैवीगेशनल ते गाइडेंस इंस्ट्रूमेंट, नैवीगेशनल समझते हो जिहड़े कि प्रॉपर राह दस्सण वाले राह नैवीगेशनल इंस्ट्रूमेंट, गाइडिंग इंस्ट्रूमेंट, वो इस बार असी ज़्यादा ला के भेजे सीगे ताकि जिहड़े कि लैंडर की स्पीड नूं लगातार मोनीटर करन। क्योंकि चंद्रयान 2 दे विच मैं दस चुकिया कि सब तो वड्डी गड़बड़ी की पाई गई सी, थल्ले नूं आउंदे दी स्पीड नहीं घट सकी। सो इस बार उहदी स्पीड ते बहुत फोकस किया गया सीगा, ठीक है। तो यदा मतलब सी कि एक स्पैशल लेजर डॉपलर विलोसीमीटर का मतलब आ जिहड़ा विलोसिटी भाव वेग भाव स्पीड नूं रेगूलेट कर सके। एक इंस्ट्रूमेंट स्पैशल लाया गया सीगा जिहड़ा कि लैंडर की स्पीड नूं कैलकुलेट करके उन्होंने कंट्रोल च रखे। सो इस तरीके का मकसद ये सीगा। इहदा मतलब ये सीगा कि असीं इस बार नवे कीर्तिमान नूं रचन वास्ते सारियां गलतियां की गुंजाइश जिहड़ी सी उहनूं खत्म करके चलना चाहुंदे सी। किवें असीं इस बार जिहड़ा मॉडल अडॉप्ट किया वो सी फेलीयर बेस्ड डिज़ाइन। असल दे विच फेलीयर बेस्ड डिज़ाइन का मतलब की हुंदा, सक्सैस बेस्ड डिज़ाइन की जगह ते फेलीयर बेस्ड डिज़ाइन का की मतलब हुंदा है। ये फेलीयर बेस्ड डिज़ाइन का मतलब हुंदा है कि ना असफलता आधारित डिज़ाइन। ये बहुत इंपॉर्टेंट शब्द आ। कहते फेलीयर बेस्ड डिज़ाइन का मतलब आ कि तुसीं एवें मन के चलो कि जे आ भी फेल हो गया, जे आ भी फेल हो गया, जे आ भी फेल हो गया, जे आ भी फेल हो गया कि असीं फिर भी पहुँच जाएंगे, हाँ फिर आ चलता रहूगा फिर भी पहुँच जाएंगे। इनू कहते हैं फेलीयर बेस्ड डिज़ाइन। पिछली बार असीं सक्सैस बेस्ड डिज़ाइन बनाया सी, सफलता आधारित डिज़ाइन। उस च पता की सी कि आ भी चलता रहूगा, आ भी चलता रहूगा, आ भी चलता रहूगा तो आ भी चलता रहूगा, असीं उत्थे लैंड कर जाएंगे। पुछण वाला पुछे कि जे आ फेल हो गया किवें फेल हो गया, थोड़ा फेल होगा नहीं, जे हो गया फिर पंगा। इट मीनस सक्सैस बेस्ड डिज़ाइन की बजाए इस बार असीं उपरलियां तुहानूं की लगदा कि ਜਿਹੜੀਆਂ पिछली बार कमियां आईयां नहीं असीं उन्हां दा भी मन के चले कि ये भी कमियां आ सकती है। 2 पैनल थुड़ सकते हैं, 4 ला दो, थोड़ा फ्यूल थुड़ सकता है, ज़्यादा ला दो। पिछली बार मतलब कि एरिया थोड़ा सी, फिर की अजे एरिया इस बार अपने को क्लीयर कट इमेजिज हैगियां है ਜਿਹੜੀਆਂ चंद्रयान 2 के ऑर्बिटर ने भेजियां कि आ जगह साफ इत्थे लैंड कर जाएंगे। फिर भी यार जे उत्थे कोई गड़बड़ आ गई मौके ते एरिया वधा लो, ठीक है। असीं फेलीयर बेस्ड डिज़ाइन ते गए ना कि सक्सैस बेस्ड डिज़ाइन ते।
ਟੈਕਨੀਕਲੀ ਸਮਝ ਆ ਰਹੀ ਹੈ ਨਾ ਗੱਲ ਕਿ ਫੇਲੀਅਰ ਬੇਸਡ ਡਿਜ਼ਾਈਨ ਦਾ ਮਤਲਬ ਹੁੰਦਾ ਹੈ ਕਿ ਇਫ ਐਵਰੀਥਿੰਗ ਇਨਕਲੂਡਿੰਗ ਸੈਂਸਰ ਐਂਡ ਇਲੈਕਟ੍ਰੋਨਿਕਸ ਹੈਜ਼ ਫੇਲਡ ਵਿਕਰਮ ਵੁੱਡ ਸਟਿਲ ਮੇਡ ਦੀ ਸੌਫਟ ਲੈਂਡਿੰਗ। ਉਹ ਫਿਰ ਵੀ ਸੌਫਟ ਲੈਂਡਿੰਗ ਕਰ ਲੂਗਾ ਕਿ ਫਲਾਣੀ ਚੀਜ਼ ਫੇਲ ਹੋਣ ਦੇ ਬਾਵਜੂਦ ਵੀ ਉਹ ਲੈਂਡਿੰਗ ਕਰ ਲੂਗਾ। ਇਹ ਆਪਣੇ ਆਪ 'ਚ ਸਭ ਤੋਂ ਇੰਪੋਰਟੈਂਟ ਗੱਲ ਕਿਉਂ ਕੀਤੀ ਗਈ ਤਾਂ ਕਿ ਹਰ ਪ੍ਰਕਾਰ ਦੀ ਗਲਤੀ ਜਿਹੜੀ ਆ ਉਹਦੀ ਗੁੰਜਾਇਸ਼ ਨੂੰ ਖਤਮ ਕਰ ਦਿੱਤਾ ਜਾਵੇ, ਰੈਟੀਫਾਈ ਕਰ ਦਿੱਤਾ ਜਾਵੇ, ਠੀਕ ਕਰ ਦਿੱਤਾ ਜਾਵੇ। ਉਮੀਦ ਕਰਦਾ ਕਿ ਸਮਝ ਆ ਗਿਆ। ਸੋ ਅਸਲ ਦੇ ਵਿੱਚ ਜੇ ਕੋਈ ਮੈਨੂੰ ਪੁੱਛੇ ਕਿ ਆਹ ਦੇਖੋ ਜੀ ਇੱਕ ਸਵਾਲ ਇਹਦੇ 'ਚੋਂ ਬਣ ਗਿਆ ਕਿ ਵਟ ਵਰ ਦੀ ਇੰਪਰੂਵਮੈਂਟਸ ਡਨ ਬਾਏ ਚੰਦਰਯਾਨ 3 ਵਿਚ ਵਰ ਇਗਨੋਰਡ ਇਨ ਚੰਦਰਯਾਨ 2, ਕਿ ਉਹ ਕਿਹੜੀਆਂ ਸੁਧਾਰ ਸੀ ਜਿਹਦੇ ਕਰਕੇ ਚੰਦਰਯਾਨ 3 ਬੜੀ ਆਸਾਨੀ ਨਾਲ ਚੰਦਰਮਾ ਦੀ ਸਤ੍ਹਾ 'ਤੇ ਲੈਂਡ ਕਰ ਗਿਆ, ਜੋ ਕਿ ਚੰਦਰਯਾਨ 2 ਨਹੀਂ ਕਰ ਸਕਿਆ। ਜੇ ਸਪੋਜ਼ ਕਰੋ ਤੁਹਾਡੇ ਕੋਲ ਇੱਕ ਬੜੇ ਵੱਡੇ ਸਵਾਲ ਦਾ ਛੋਟਾ ਜਿਹਾ ਹਿੱਸਾ ਇਹ ਹੋਵੇ ਤਾਂ ਤੁਸੀਂ ਇਸ ਪੈਰੇ ਨੂੰ ਬੜੀ ਆਸਾਨੀ ਨਾਲ ਸਜਾ ਸਕਦੇ ਹੋ ਕਿ ਚੰਦਰਯਾਨ 2 ਨੇ ਇਹੋ ਜਿਹੀਆਂ ਕਿਹੜੀਆਂ, ਤੇ ਜ਼ਿਆਦਾਤਰ ਜਿੰਨੇ ਵੀ ਤੁਸੀਂ ਆਪਾਂ YouTube ਤੇ ਜਾਂ ਵੈਸੇ ਵੀਡੀਓਜ਼ ਦੇਖਦੇ ਆ ਨਾ ਤਾਂ ਉਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਬਹੁਤ ਘੱਟ ਕੀਤਾ ਉਹਨਾਂ ਨੇ। ਚੰਦਰਯਾਨ 2 ਕਿਹੜੀਆਂ ਕਮੀਆਂ ਦਾ ਸ਼ਿਕਾਰ ਹੋਇਆ ਜਿਹਦੇ ਕਰਕੇ 3 ਜਾਂ ਚੰਦਰਯਾਨ 3 ਕਿਸ ਕਰਕੇ ਕਾਮਯਾਬ ਹੋਇਆ, ਠੀਕ ਆ। ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਪੰਜਾਬੀ ਦੀਆਂ ਅਖਬਾਰਾਂ ਚਾਹੇ ਉਹ ਟ੍ਰਿਬਿਊਨ ਆ, ਜਦੋਂ ਉਹਨਾਂ ਨੇ ਲੇਖ ਲਿਖੇ ਆ ਬਹੁਤ ਸਿੰਪਲ ਜੀ ਗੱਲ ਆ, ਉਹਨਾਂ ਨੇ ਔਰਬਿਟਰ ਨੂੰ ਔਰਬਿਟਰ ਹੀ ਲਿਖਿਆ, ਲੈਂਡਰ ਨੂੰ ਲੈਂਡਰ ਹੀ ਲਿਖਿਆ ਹੈ। ਸੋ ਜ਼ਿਆਦਾ ਸਾਨੂੰ ਚਿੰਤਾ 'ਚ ਪੈਣ ਦੀ ਲੋੜ ਨਹੀਂ। ਜਦੋਂ ਅਖਬਾਰਾਂ ਜਿਹੜੀਆਂ ਹੁੰਦੀਆਂ ਹੈ ਜਾਂ ਸਰਕਾਰੀ ਅਦਾਰੇ ਹੁੰਦੇ ਆ ਜਿਹੜੇ, ਜਦੋਂ ਉਹ ਕੋਈ ਖਬਰ ਸ਼ਬਦ ਪੰਜਾਬੀ 'ਚ ਛਾਪਣਗੇ ਸਾਡੀ ਜ਼ਿੰਮੇਵਾਰੀ ਉਸ ਤੋਂ ਬਾਅਦ ਸ਼ੁਰੂ ਹੁੰਦੀ ਆ, ਅਦਰਵਾਈਜ਼ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਹੀ ਨਹੀਂ। ਹੁਣ ਗੱਲ ਕਰੀਏ ਚੰਦਰਯਾਨ ਦੇ ਲਾਂਚ ਦੀ, ਠੀਕ ਆ। ਆਪਾਂ ਨੂੰ ਪਤਾ ਹੈ ਕਿ LVM ਦੇ ਥਰੂ ਇਹਨੂੰ ਲਾਂਚ ਕੀਤਾ ਗਿਆ ਹੈ, ਠੀਕ ਆ। ਇਹਦਾ ਆਪਣੇ ਕੋਲ ਪ੍ਰਪਲਸ਼ਨ ਮੋਡਿਊਲ ਸੀ, ਉੱਪਰਲਾ ਹਿੱਸਾ ਲੈਂਡਰ ਤੇ ਰੋਵਰ ਦਾ ਸੀਗਾ, ਤੇ ਆਖਰ ਇਹ ਕਿਸ ਟੈਕਨੀਕ ਨਾਲ ਲਾਂਚ ਕੀਤਾ ਗਿਆ ਇਹਦੇ ਬਾਰੇ ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕਿਆ ਤੇ ਮੈਂ ਤੁਹਾਡੇ ਨਾਲ ਹੁਣ ਵੀ ਡਿਸਕਸ ਕਰਨਾ ਕਿ ਇਹਨੂੰ ਲਾਂਚ ਕਿਵੇਂ ਕੀਤਾ ਗਿਆ ਹੈ, ਠੀਕ ਆ। ਦੇਖੋ ਇਹਨੂੰ ਲਾਂਚ ਕਰਨ ਦਾ ਤਰੀਕਾ ਕੀ ਸੀਗਾ। ਬੇਸਿਕਲੀ ਇਹਨੂੰ ਇਸ ਤਰੀਕੇ ਨਾਲ ਲਾਂਚ ਕੀਤਾ ਗਿਆ, ਸਮਝਣ ਦੀ ਕੋਸ਼ਿਸ਼ ਕਰਿਓ। ਚੰਦਰਯਾਨ 3 ਨੂੰ ਇਸ ਤਰੀਕੇ ਨਾਲ ਲਾਂਚ ਕੀਤਾ ਗਿਆ ਕਿ ਸਪੋਜ਼ ਕਰੋ ਧਰਤੀ ਦੇ ਆਲੇ ਦੁਆਲੇ ਇਹ ਘੁੰਮ ਰਿਹਾ ਹੈ ਜਮਾਤ ਵਿੱਚ, ਭਾਵ ਔਰਬਿਟ 'ਚ। ਜਿਵੇਂ ਜਿਵੇਂ ਤੁਸੀਂ ਧਰਤੀ ਦੇ ਆਲੇ ਦੁਆਲੇ ਘੁੰਮੋਗੇ ਤਾਂ ਉਹਨੂੰ ਕਹਿੰਦੇ ਆ ਜਮਾਤੀ ਗਤੀ, ਔਰਬਿਟਲ ਸਪੀਡ, ਠੀਕ ਆ, ਕਿ ਉਸ ਜਮਾਤ ਵਿੱਚ ਘੁੰਮਣ ਦੀ ਗਤੀ। ਹੁਣ ਕੀ ਹੁੰਦਾ ਹੈ, ਜਿਵੇਂ ਜਿਵੇਂ ਜੇ ਤੁਸੀਂ ਥੋੜ੍ਹੀ ਬਹੁਤੀ ਸਾਇੰਸ ਪੜ੍ਹੀ ਆ, ਜੇ ਨਹੀਂ ਵੀ ਪੜ੍ਹੀ ਤਾਂ ਵੀ ਕੋਈ ਚੱਕਰ ਨਹੀਂ, ਜਿਵੇਂ ਜਿਵੇਂ ਆਪਾਂ ਸਪੀਡ ਵਧਾਉਂਦੇ ਜਾਂਦੇ ਆ ਨਾ ਘੁੰਮਦੇ ਦੀ, ਉਹਦਾ ਘੇਰਾ ਵਧੀ ਜਾਂਦਾ ਹੈ, ਮਤਲਬ ਉਹਦਾ ਸਰਕਮਫਰੈਂਸ ਵੱਧਦਾ ਜਾਂਦਾ ਹੈ। ਤੁਸੀਂ ਹੌਲੀ ਸਪੀਡ ਵਧਾਈ ਗਏ, ਦੂਜੀ ਵਾਰ ਘੇਰਾ, ਤੀਸਰੀ ਵਾਰ ਘੇਰਾ, ਚੌਥੀ ਵਾਰ ਘੇਰਾ, ਪੰਜਵੀਂ ਵਾਰ ਘੇਰਾ ਵਧਿਆ। ਜਦੋਂ ਕਾਫੀ ਘੇਰਾ ਵੱਧ ਗਿਆ ਫਿਰ ਤੁਸੀਂ ਉਹਨੂੰ ਇੱਥੋਂ ਸਿੱਟਤਾ ਤੇਜ਼, ਠੀਕ ਆ। ਇਹਦਾ ਮਤਲਬ ਇੱਕ ਗੱਲ ਹੋਰ, ਜੇ ਕੋਈ ਮੈਨੂੰ ਕਵੇ ਨਾ ਕਿ ਇਹਦੇ ਨਾਲ ਇੰਨੇ ਗੇੜੇ ਖਵਾਉਣ ਦਾ ਕੀ ਫਾਇਦਾ ਸੀ, ਸਿੱਧਾ ਹੀ ਇੱਥੋਂ ਉੱਧਰ ਨੂੰ ਭੇਜ ਦਿੰਦੇ, ਤੇਲ ਬਹੁਤ ਲੱਗਦਾ। ਜੇ ਆਪਾਂ ਕਿਸੇ ਵੀ ਗ੍ਰਹਿ ਨੂੰ ਇੱਥੋਂ ਕਿਸੇ ਵੀ ਸੈਟੇਲਾਈਟ ਨੂੰ ਧਰਤੀ ਤੋਂ ਉੱਪਰ ਸਿੱਟ ਦਿਓ, ਇਸਕੇਪ ਕਰਾ ਦਿਓ ਧਰਤੀ 'ਚੋਂ ਨਿਕਲਣ ਦੀ ਗਤੀ ਦੇ ਕੇ, ਤੁਸੀਂ ਉਹਨੂੰ ਇੱਕ ਜਮਾਤ 'ਚ ਪਾਤਾ, ਉਹ ਧਰਤੀ ਦੇ ਆਲੇ ਦੁਆਲੇ ਉਸੇ ਜਮਾਤ 'ਚ ਆਪੇ ਘੁੰਮੀ ਜਾਊਗਾ ਬਿਨਾਂ ਤੇਲ ਤੋਂ। ਸਿੰਪਲ ਜੀ ਗੱਲ ਆ। ਪਰ ਤੁਹਾਨੂੰ ਥੋੜ੍ਹਾ ਜਿਹਾ ਇੰਜਣ ਚਲਾਉਣਾ ਪਊਗਾ, ਥੋੜ੍ਹਾ ਜਿਹਾ। ਕਿਉਂ? ਇੱਕ ਵਾਰੀ ਇੰਜਣ ਚਲਾਇਆ ਤੁਸੀਂ ਉਹਨੂੰ ਇੱਕ ਔਰਬਿਟ ਤੱਕ ਭੇਜਣ ਵਾਸਤੇ, ਬਸ ਫਿਰ ਉਸ ਤੋਂ ਬਾਅਦ ਉਹ ਇੱਥੇ ਘੁੰਮੀ ਜਾਊਗਾ। ਜਦੋਂ ਤੁਸੀਂ ਉਹਦੀ ਥੋੜ੍ਹੀ ਜਿਹੀ ਸਪੀਡ ਵਧਾਉਣੀ ਆ, ਤੁਸੀਂ ਥੋੜ੍ਹਾ ਜਿਹਾ ਇੰਜਣ ਚਲਾ ਕੇ ਬੰਦ ਕਰ ਦਿਓ। ਥੋੜ੍ਹਾ ਜਿਹੀ ਸਪੀਡ ਵਧਾਈ, ਉਹਨੇ ਆਪਣਾ ਘੇਰਾ ਵਧਾ ਲਿਆ, ਫਿਰ ਇੰਜਣ ਬੰਦ ਕਰਤਾ। ਜਦੋਂ ਉਹਨੇ ਉਹ ਗੇੜਾ ਪੂਰਾ ਕੀਤਾ, ਤੁਸੀਂ ਥੋੜ੍ਹੀ ਜਿਹੀ ਸਪੀਡ ਹੋਰ ਵਧਾਤੀ, ਥੋੜ੍ਹੀ ਜਿਹੀ ਸਪੀਡ ਵਧਣ ਨਾਲ ਥੋੜ੍ਹਾ ਜਿਹਾ ਘੇਰਾ ਹੋਰ ਵੱਧ ਗਿਆ, ਥੋੜ੍ਹੀ ਜਿਹੀ ਸਪੀਡ ਹੋਰ ਵਧਾਤੀ, ਉਹਨੇ ਥੋੜ੍ਹਾ ਜਿਹਾ ਰੇਡੀਅਸ ਹੋਰ ਵਧਾ ਲਿਆ, ਭਾਵ ਹੋਰ ਥੋੜ੍ਹਾ ਜਿਹਾ ਵਿਆਸ, ਅਰਧ ਵਿਆਸ ਵਧਾ ਲਿਆ। ਜਦੋਂ ਉਹ ਇੰਨਾ ਕੁ ਜ਼ਿਆਦਾ ਦੂਰ ਹੋ ਗਿਆ ਤੇ ਉਹਦੀ ਜਿੰਨਾ ਜ਼ਿਆਦਾ ਦੂਰ ਓਨੀ ਜ਼ਿਆਦਾ ਸਪੀਡ ਆ, ਫਿਰ ਇੰਨੀ ਸਪੀਡ ਹੋ ਗਈ ਕਿ ਹੁਣ ਇਸ ਸਪੀਡ ਨਾਲ ਉਹ ਬੜੀ ਆਸਾਨੀ ਨਾਲ ਚੰਦਰਮਾ ਦੇ ਘੇਰੇ 'ਚ ਚਲੇ ਜਾਊਗਾ, ਉਹਦੀ ਜਮਾਤ 'ਚ ਚਲੇ ਜਾਊਗਾ। ਤਾਂ ਤੁਸੀਂ ਕੀ ਕੀਤਾ, ਧਰਤੀ ਦੇ ਆਲੇ ਦੁਆਲੇ ਚਲਾਕੀ ਨਾਲ ਹੌਲੀ ਹੌਲੀ ਉਹਦਾ ਘੇਰਾ ਵਧਾਉਂਦੇ ਗਏ। ਜਿਵੇਂ ਜਿਵੇਂ ਘੇਰਾ ਵੱਧਦਾ ਗਿਆ ਸਪੀਡ ਵੱਧਦੀ ਗਈ। ਗੌਰ ਕਰਿਓ, ਜਿਵੇਂ ਜਿਵੇਂ ਘੇਰਾ ਵੱਧਦਾ ਗਿਆ ਸਪੀਡ ਵੱਧਦੀ ਗਈ। ਸੋ ਹੋਇਆ ਕੀ, ਕਹਾਣੀ ਇਹ ਬਣੀ ਕਿ ਇੰਨੀ ਸਪੀਡ ਇੱਕ ਵਾਰ ਹੋ ਗਈ ਕਿ ਉਹ ਧਰਤੀ ਦੀ ਜਮਾਤ ਛੱਡ ਕੇ ਚੰਦਰਮਾ ਦੀ ਜਮਾਤ, ਭਾਵ ਉਹਦੇ ਔਰਬਿਟ 'ਚ ਚਲੇ ਗਿਆ। ਫਿਰ ਉਸ ਤੋਂ ਬਾਅਦ ਕੀ ਕੀਤਾ, ਤੁਸੀਂ ਉਹਨੂੰ ਐਸ ਔਰਬਿਟ 'ਚ ਲਗਾਤਾਰ ਘੁੰਮ ਰਿਹਾ ਹੈ। ਮੰਨ ਲਓ ਇੱਕ ਅੱਧਾ ਗੇੜਾ ਉਹਨੇ ਇੱਥੇ ਕੱਢ ਲਿਆ, ਤੁਸੀਂ ਉਹਦਾ ਇੰਜਣ ਚਲਾਇਆ, ਇਸ ਵਾਰ ਸਪੀਡ ਵਧਾਉਣ ਵਾਸਤੇ ਨਹੀਂ, ਸਪੀਡ ਘਟਾਉਣ ਵਾਸਤੇ। ਇੰਜਣ ਚਲਾ ਕੇ ਉਹਦੀ ਬ੍ਰੇਕ ਲਾਤੀ, ਨਹੀਂ ਤਾਂ ਪਤਾ
मतलब कि गड्डी बंद होवे तां ब्रेक भी नहीं लगदी, ठीक है। ਉਹਦੇ ਵਾਸਤੇ ਵੀ ਡੀਐਕਸਲਰੇਟ ਕਰਨ ਵਾਸਤੇ ਵੀ ਸਾਨੂੰ ਜਿਹੜੀ ਆ ਉਹ ਇੰਜਣ ਚਲਾਉਣਾ ਪਊਗਾ। ਟੈਕਨੀਕਲ ਮਸ਼ੀਨਾਂ ਦੀ ਗੱਲ ਕਰ ਰਿਹਾ ਮੈਂ। ਤੁਸੀਂ ਇੰਜਣ ਚਲਾਇਆ ਤੇ ਬ੍ਰੇਕ ਲਾਤੀ, ਉਹਦੀ ਸਪੀਡ ਘਟ ਗਈ, ਸਪੀਡ ਘਟਣ ਦੇ ਨਾਲ ਉਹਦਾ ਰੇਡੀਅਸ ਘਟ ਗਿਆ। ਫਿਰ ਦੂਜੀ ਵਾਰ ਉਹ ਥੋੜਾ ਜਿਹਾ ਥੱਲੇ ਆ ਗਿਆ, ਤੀਜੀ ਵਾਰ ਹੋਰ ਘਟਾਈ, ਚੌਥੀ ਵਾਰ ਹੋਰ ਘਟਾਈ, ਪੰਜਵੀਂ ਵਾਰ ਹੋਰ, ਫਿਰ ਉਹ ਚੰਦਰਮਾ ਦੇ ਆਲੇ ਦੁਆਲੇ ਉਸ ਔਰਬਿਟ 'ਚ ਘੁੰਮਣ ਲੱਗ ਪਿਆ ਜਿਹੜੀ ਔਰਬਿਟ 'ਚ, ਜਿਹੜੀ ਜਮਾਤ 'ਚ ਤੁਸੀਂ ਚਾਹੁੰਦੇ ਸੀ ਕਿ ਉਹ ਘੁੰਮੇ। ਤੁਸੀਂ ਚਾਹੁੰਦੇ ਸੀ ਕਿ ਉਹ ਇੱਕ ਪਰਟੀਕੂਲਰ ਜਮਾਤ 'ਚ ਘੁੰਮੇ, ਉਹਦੇ 'ਚੋਂ ਘੁੰਮਣ ਲੱਗ ਪਿਆ। ਇਸ ਤਰੀਕੇ ਨਾਲ ਲੂਨਰ ਟਰਾਂਸਫਰ ਟ੍ਰੈਜੈਕਟਰੀ ਹੋਈ ਆ। ਚੰਦਰਮਾ ਦੀ ਜਮਾਤ 'ਚ ਉਹਨੂੰ ਟਰਾਂਸਫਰ ਕਰਨਾ, ਭੇਜਣ ਵਾਲਾ ਜਿਹੜੀ ਰਾਹ ਹੈ ਉਹਨੂੰ ਕਹਿੰਦੇ ਆ ਲੂਨਰ ਟਰਾਂਸਫਰ ਟ੍ਰੈਜੈਕਟਰੀ, ਠੀਕ ਆ। ਚੰਦਰਮਾ ਦੀ ਜਮਾਤ 'ਚ ਭੇਜਣ ਵਾਲਾ ਰਾਹ। ਸੋ ਇਸ ਤਰੀਕੇ ਨਾਲ ਅਸੀਂ ਇਹਨੂੰ ਚੰਦਰਮਾ ਨੂੰ ਉੱਥੇ ਭੇਜ ਸਕੇ ਹਾਂ। ਸੋ ਮਿਸ਼ਨ ਨੂੰ ਤਕਰੀਬਨ ਮੰਨ ਕੇ ਚੱਲੋ 14 ਦਿਨ ਲੱਗੇ ਤੇ ਮੰਨ ਕੇ ਚੱਲੋ ਕਿ ਤਕਰੀਬਨ 1700 ਕਿਲੋਮੀਟਰ ਦਾ ਮਾਸ ਸੀ ਸਣੇ ਰੋਵਰ ਜਿਹੜਾ ਲੈ ਕੇ ਗਿਆ। ਤਾਂ ਅਸਲ ਦੇ ਵਿੱਚ ਭਾਰਤ ਦੇ ਇਸ ਮਿਸ਼ਨ ਨੂੰ ਬਹੁਤ ਜ਼ਿਆਦਾ ਦਿਨ ਕਿਉਂ ਲੱਗ ਰਹੇ ਆ, ਜਦ ਕਿ ਜੇ ਅਸੀਂ ਇਹ ਗੱਲ ਕਰੀਏ ਇਹਦੀ ਜਗ੍ਹਾ ਤੇ ਅਮਰੀਕਨ ਮਿਸ਼ਨ ਆ, ਉਹ ਸਿੱਧੇ ਧਰਤੀ ਤੋਂ ਜਾਂਦੇ ਆ ਤੇ ਗ੍ਰੈਵਿਟੀ ਨੂੰ ਜਾਂ ਐਟਮੋਸਫੇਅਰ ਫ੍ਰਿਕਸ਼ਨ ਨੂੰ ਚੀਰਦੇ ਹੋਏ ਸਿੱਧੇ ਚੰਦਰਮਾ ਤੇ ਲੈਂਡ ਕਰ ਜਾਂਦੇ ਆ। ਉਹ ਬਹੁਤ ਦਿਨ ਪਹਿਲਾਂ ਪਹੁੰਚ ਜਾਂਦੇ ਆ। ਉਹ ਇਸ ਤਰੀਕੇ ਨਾਲ ਔਰਬਿਟਲ ਵਾਲਾ ਰੂਟ ਫੋਲੋ ਨਹੀਂ ਕਰਦੇ। ਮੀਨਸ ਜ਼ਿਆਦਾ ਫਿਊਲ, ਜ਼ਿਆਦਾ ਤੇਲ ਦਾ ਮਤਲਬ ਜ਼ਿਆਦਾ ਮਜ਼ਬੂਤ ਮਟੀਰੀਅਲ ਲੈ ਕੇ ਜਾਣਗੇ, ਤਾਂ ਹੀ ਏਅਰ ਫ੍ਰਿਕਸ਼ਨ ਨੂੰ ਕਵਰ ਕਰਦੇ ਜਾਣਗੇ। ਚੰਗੀ ਸੋਲਿਡ ਚੀਜ਼ ਹੋਣੀ ਚਾਹੀਦੀ ਆ ਤੇ ਚੰਗਾ ਫਿਊਲ ਵਰਤਿਆ ਹੋਣਾ ਚਾਹੀਦਾ ਹੈ। ਫਿਰ ਜਾ ਕੇ ਤੁਸੀਂ ਸਿੱਧੇ ਮਿਸ਼ਨ ਲਾਂਚ ਕਰ ਸਕਦੇ ਹੋ, ਜਿਵੇਂ ਕਿ ਨਾਸਾ ਕਰਦੀ ਹੈ। ਫਿਰ ਤੁਹਾਡਾ ਖਰਚਾ 650 ਜਾਂ 750 ਕਰੋੜ ਨਹੀਂ, ਫਿਰ 6000 ਕਰੋੜ ਜਾਂ 10000 ਕਰੋੜ ਆਊਗਾ। ਅਸੀਂ ਸਭ ਤੋਂ ਵੱਡੀ ਗੱਲ ਇਹ ਆ, ਖਰਚਾ ਵੀ ਬਚਾਉਣਾ ਹੁੰਦਾ ਹੈ। ਮੰਨ ਲਓ ਸਪੋਜ਼ ਕਰੋ ਇੱਥੋਂ ਕਿਸੇ ਨੇ ਸੰਗਰੂਰ ਜਾਣਾ ਹੋਵੇ ਜਾਂ ਚੰਡੀਗੜ੍ਹ ਜਾਣਾ ਹੋਵੇ, ਦੋ ਆਪਸ਼ਨਸ ਨੇ ਕਿ ਬਈ ਇੱਕ ਹੁੰਦਾ ਹੈ ਕਿ ਤੁਸੀਂ ਇੱਥੋਂ ਸਪੈਸ਼ਲ ਗੱਡੀ ਕਰੋ, ਠੀਕ ਆ। ਸਪੋਜ਼ ਕਰੋ ਕਿ ਤੁਸੀਂ ਲੇਡੀਜ਼ ਸਵਾਰੀ ਹੋ, ਠੀਕ ਆ, ਸਪੈਸ਼ਲ ਤੁਸੀਂ ਇੱਥੋਂ ਗੱਡੀ ਕਰੋ ਤੇ 500 ਰੁਪਈਆ ਜਾਂ 1000 ਰੁਪਈਆ ਉਹਨੂੰ ਦਿਓ ਤੇ ਉਹ ਤੁਹਾਨੂੰ ਲੈ ਜਾਊਗਾ। ਮੌਕੀ ਓਬਵੀਅਸ ਜੀ ਗੱਲ ਆ, ਦੈਟ ਇਜ਼ ਇਕੁਇਵਲੈਂਟ ਟੂ ਨਾਸਾ। ਸਾਫ਼ ਆ, ਕਿਉਂਕਿ ਤੁਹਾਨੂੰ ਪਤਾ ਹੈ ਕਿ ਨਾਸਾ ਵਾਲਾ ਕੰਮ ਆ, ਇੱਥੋਂ ਚੱਕਿਆ ਉੱਥੇ ਰੱਖ ਉਤਾਰਤਾ ਤੇ ਜੋ ਉਹਦੇ ਪੈਸੇ ਬਣੇ ਤੁਸੀਂ ਉਹਨੇ ਲੈ ਲਏ, ਤੁਸੀਂ ਦੇਤੇ। ਪਰ ਜੇ ਤੁਸੀਂ ਇੱਥੇ ਖੜ੍ਹ ਜਾਓ ਪਹਿਲਾਂ ਇੱਕ ਅੱਡੇ 'ਤੇ, ਉਹ ਕਹੇ ਜੀ ਕਿ ਇਹ ਜਿਹੜੀ ਬੱਸ ਆ ਇਹ ਚੰਡੀਗੜ੍ਹ ਜਾਣੀ ਆ, ਸੌਰੀ ਦਿੱਲੀ ਜਾਣੀ ਆ, ਪੰਜਾਬ ਰੋਡਵੇਜ਼ ਦੀ ਬੱਸ, ਤੁਸੀਂ ਉਹਦੇ 'ਚ ਬੈਠੋ ਤੇ ਜੇ ਤੁਸੀਂ ਲੇਡੀ ਸਵਾਰੀ ਉਹਦੇ ਆਧਾਰ ਕਾਰਡ ਨਾਲ ਤੁਸੀਂ ਰਾਜਪੁਰੇ ਪਹੁੰਚ ਗਏ, ਰਾਜਪੁਰੇ ਤੋਂ ਅਗਲੀ ਬੱਸ ਫੜੋ, ਤੁਹਾਨੂੰ ਉਹ ਮੋਹਾਲੀ ਵਾਲੀ ਬੱਸ ਆ ਏਅਰਪੋਰਟ ਰੋਡ 'ਤੇ ਉਤਾਰ ਦੂਗੀ। ਉੱਥੋਂ ਤੀਜੀ ਬੱਸ ਫੜੋ ਪੰਜਾਬ ਰੋਡਵੇਜ਼ ਦੀ ਜਿਹੜੀ ਚੰਡੀਗੜ੍ਹ 43 ਸੈਕਟਰ ਵਾਲੀ ਆ। ਬੇਸ਼ੱਕ ਤੁਹਾਨੂੰ 2-3 ਚੱਕਰ ਕੱਟਣੇ ਪੈ ਗਏ, ਕਦੀ ਇੱਧਰ ਕਦੀ ਉੱਧਰ, ਫਿਰ ਤੀਸਰਾ ਉੱਥੇ, ਪਰ ਤੁਸੀਂ ਬੜੀ ਆਸਾਨੀ ਨਾਲ ਉੱਥੇ ਪਹੁੰਚ ਗਏ। ਜੇ ਤੁਸੀਂ ਮੇਲ ਸਵਾਰੀ ਵੀ ਹੋ ਫਿਰ ਵੀ ਕੋਈ ਬਹੁਤ ਜ਼ਿਆਦਾ ਗੱਲ ਨਹੀਂ, 40-40 50-50 ਰੁਪਏ ਲੱਗਣਗੇ। ਤਾਂ 100-150 ਰੁਪਏ ਤਾਂ ਇੱਕ ਮੇਲ ਵੀ ਬੜੀ ਆਸਾਨੀ ਨਾਲ, ਇੱਕ ਜਿਹੜੀ ਮੇਲ ਸਵਾਰੀ ਆ ਉਹ ਵੀ ਬੜੀ ਆਸਾਨੀ ਨਾਲ ਚੰਡੀਗੜ੍ਹ ਤੱਕ ਪਹੁੰਚ ਸਕਦੀ ਆ। ਦੈਟ ਇਜ਼ ਇਸਰੋਜ਼ ਕਨਸੈਪਟ। ਤੇ ਜੇ ਤੁਸੀਂ ਇੱਥੋਂ ਸਪੈਸ਼ਲ ਗੱਡੀ ਕਰਕੇ ਜਾਂਦੇ ਹੋ ਤਾਂ ਫਿਰ ਤੁਹਾਡਾ ਖਰਚਾ ਉਹ 150 ਤੋਂ 3 ਗੁਣਾ ਵੱਧ ਵੀ ਆ ਸਕਦਾ ਹੈ, ਜਾਂ 100 ਰੁਪਏ ਤੋਂ 5 ਗੁਣਾ ਵੱਧ ਵੀ ਆ ਸਕਦਾ ਹੈ, 7 ਗੁਣਾ ਵੱਧ ਵੀ ਆ ਸਕਦਾ ਹੈ। ਮੈਨੂੰ ਲੱਗਦਾ ਕਿ ਉਹ ਤੁਹਾਡੇ ਤੋਂ 2000 ਰੁਪਈਆ ਵੀ ਲੈ ਸਕਦਾ ਹੈ। ਤਾਂ ਉਹ ਜਿਹੜਾ ਖਰਚਾ ਤੁਹਾਡਾ 200 ਰੁਪਈਆ ਆਉਣਾ ਹੈ, ਉਹ 2000 ਰੁਪਈਆ ਆ ਰਿਹਾ, ਸਿੱਧਾ 10 ਗੁਣਾ ਖਰਚਾ ਵੱਧ ਗਿਆ। ਪਰ ਬਚਿਆ ਕੀ? ਤੁਹਾਡਾ ਟਾਈਮ। ਜੇ ਤੁਹਾਨੂੰ ਐਵੇਂ ਦੀ ਕੋਈ ਕਾਹਲੀ ਨਹੀਂ ਕਿ ਕਿਹੜਾ ਅੱਗ ਬੁਝਾਉਣੀ ਹੈ ਚੰਦਰਮਾ 'ਤੇ ਜਾ ਕੇ, ਠੀਕ ਆ, ਵੈਸੇ ਵੀ ਅੱਗ ਬੁਝਾਉਣ ਵਾਲਾ ਤਾਂ ਕੋਈ ਕੰਮ ਹੀ ਨਹੀਂ। ਸਾਡੇ ਤੋਂ ਬਹੁਤ ਕਾਹਲੀ ਨਾਲ ਬਾਅਦ 'ਚ ਇੱਕ ਮਿਸ਼ਨ ਗਿਆ ਸੀ, ਲੂਨਾ ਮਿਸ਼ਨ, ਅਤੇ ਉਹ ਡਾਇਰੈਕਟ ਗਿਆ ਸੀ US ਰਸ਼ੀਆ ਦਾ, ਅਤੇ ਉਹ ਸਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਕਰੈਸ਼ ਕਰ ਗਿਆ। ਉਹਨਾਂ ਨੇ ਕਿਹੜਾ ਪਹਿਲਾਂ ਜਾ ਕੇ ਕੋਈ ਅੱਗ ਬੁਝਾ ਲਈ। ਅਸੀਂ ਆਰਾਮ ਨਾਲ ਗਏ ਅਤੇ ਬੜੇ ਆਰਾਮ ਨਾਲ ਸੌਫਟ ਲੈਂਡਿੰਗ ਕਰਕੇ ਦਿਖਾਤੀ। ਸੋ ਇੰਡੀਆ ਦੁਨੀਆ ਦਾ ਉਹ ਚੌਥਾ ਦੇਸ਼ ਬਣਿਆ USSR ਭਾਵ ਰਸ਼ੀਆ ਅਤੇ ਚਾਈਨਾ ਤੋਂ ਬਾਅਦ, ਜਿਹਨੇ ਚੰਦਰਮਾ 'ਤੇ ਲੈਂਡਿੰਗ ਕੀਤੀ ਆ। ਅਤੇ ਚੰਦਰਮਾ 'ਤੇ ਹਿਊਮਨ ਭੇਜਣ ਵਾਲਾ ਹਜੇ ਇੰਡੀਆ ਦੇਸ਼ ਨਹੀਂ ਬਣ ਸਕਿਆ। ਇਹ ਕਾਰਨਾਮਾ ਹਜੇ ਸਿਰਫ USA ਦੇ ਨਾਮ ਆ। ਅਤੇ ਜੇ ਆਪਾਂ ਚੰਦਰਮਾ ਦੇ ਸਾਊਥ ਪੋਲ ਦੀ ਗੱਲ ਕਰੀਏ, ਚੰਦਰਮਾ ਦੇ ਕੇਸ 'ਚ ਸਾਊਥ ਪੋਲ, ਦੱਖਣੀ ਧਰੁਵ ਕਿਹਨੂੰ ਕਿਹਾ ਜਾਂਦਾ ਹੈ? ਉਹ ਪਾਸਾ ਜਿਹੜਾ ਸੂਰਜ ਦੇ ਪ੍ਰਭਾਵ 'ਚ ਅੱਜ ਤੱਕ ਨਹੀਂ ਆਇਆ। ਸੋ ਸਭ ਤੋਂ ਪਹਿਲੀ ਗੱਲ, ਮੈਂ ਚੰਦਰਮਾ ਦੇ ਕੇਸ ਦੇ ਵਿੱਚ ਤੁਹਾਨੂੰ ਸਾਰੀਆਂ ਗੱਲਾਂ, ਜੋ ਸੰਭਾਵਨਾਵਾਂ ਐਕਸਪਲੋਰ ਕਰੀਆਂ ਜਾ ਸਕਦੀਆਂ ਸੀਗੀਆਂ, ਉਹ ਸਾਰੀਆਂ ਸੰਭਾਵਨਾਵਾਂ ਮੈਂ ਐਕਸਪਲੋਰ ਕਰਤੀ ਕਿ ਬਈ ਕੀ ਗੱਲ ਆ। ਭਾਵੇਂ ਇਹਦੇ 'ਚੋਂ ਹੁਣ ਕੋਈ ਆਬਜੈਕਟਿਵ ਸਵਾਲ ਆ ਜੇ,
ਭਾਵੇਂ ਇਹਦੇ 'ਚੋਂ ਕੋਈ ਸਬਜੈਕਟਿਵ ਸਵਾਲ ਆ ਜੇ। ਹੁਣ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਹਦੇ 'ਚੋਂ ਕੋਈ ਵੀ ਚੀਜ਼ ਉਲਝਾ ਸਕਦੀ ਆ, ਠੀਕ ਆ। ਖੈਰ ਚੰਦਰਯਾਨ ਮਿਸ਼ਨ ਨੂੰ ਆਪਾਂ ਕਵਰ ਕੀਤਾ ਤੇ ਮੈਂ ਦੱਸਦਾ ਕਿ LVM ਲਾਂਚ ਵਹੀਕਲ ਮਾਰਕ 3 ਜਿਹੜਾ ਹੈ ਉਹ ਬੇਸਿਕਲੀ ਇਹਨੂੰ ਇੱਕ ਐਲਿਪਟੀਕਲ ਔਰਬਿਟ ਦੇ ਵਿੱਚ, ਠੀਕ ਆ, ਉਹ ਅੰਡਾਕਾਰ ਔਰਬਿਟ ਦੇ ਵਿੱਚ, ਕਿਉਂਕਿ ਧਰਤੀ ਦੀ ਆਪਣੀ ਸ਼ੇਪ ਅੰਡਾਕਾਰ ਆ ਤੇ ਧਰਤੀ ਦੇ ਆਲੇ ਦੁਆਲੇ ਜਿਹੜੀ ਚੀਜ਼ ਘੁੰਮਦੀ ਆ ਉਹ ਇਸ ਸ਼ੇਪ 'ਚ, ਕਿਵੇਂ ਉਹਨੇ ਪਹਿਲਾਂ ਧਰਤੀ ਦੀ ਔਰਬਿਟ ਭਾਵ ਅਰਥ ਦੀ ਜਮਾਤ 'ਚੋਂ ਉਹਨੂੰ ਕੱਢਿਆ, ਫਿਰ ਉਹ ਚੰਦਰਮਾ ਦੀ ਜਮਾਤ 'ਚ ਉਹਨੂੰ ਲੈ ਕੇ ਗਿਆ। ਸੋ ਇਸ ਚੀਜ਼ 'ਚ ਟਾਈਮ ਤਾਂ ਲੱਗਣਾ ਹੀ ਸੀਗਾ, ਠੀਕ ਆ। ਸੋ ਓਬਵੀਅਸ ਜੀ ਗੱਲ ਆ, ਇਹ ਸਾਰੀ ਕਹਾਣੀ ਮੈਂ ਤੁਹਾਨੂੰ ਕਲੀਅਰ ਕਰਾਤੀ। ਇਹ ਕਦੋਂ ਗਿਆ, ਕਿਵੇਂ ਗਿਆ, ਉਹ ਮੈਂ ਤੁਹਾਨੂੰ ਕਲੀਅਰ ਦੱਸ ਹੀ ਦਿੱਤੀ ਆ, ਠੀਕ ਆ। ਹੁਣ ਸਭ ਤੋਂ ਇੰਪੋਰਟੈਂਟ ਗੱਲ ਆ ਕਿ ਦੱਖਣੀ ਧਰੁਵ ਤੇ, ਚੰਦਰਮਾ ਦੇ ਦੱਖਣੀ ਧਰੁਵ ਤੇ ਜਾਣ ਦਾ ਇੰਪੋਰਟੈਂਸ ਕੀ ਹੈ, ਇਹਦੀ ਅਹਿਮੀਅਤ ਕੀ ਆ। ਮੈਨੂੰ ਇਹ ਨਹੀਂ ਲੱਗਦਾ ਕਿ ਇਹਦੇ 'ਚ ਆਪਣੀ ਕੋਈ ਗੱਲ ਰਹਿ ਗਈ। ਸੋ ਇਹ ਇੱਕ ਅਜਿਹੀ ਜ਼ਮੀਨ ਆ ਜਿਹਦੇ 'ਤੇ ਸਭ ਦਾ ਇੰਟਰਸਟ ਬਣਿਆ ਹੋਇਆ ਹੈ। ਉਹਦੀ ਵਜ੍ਹਾ ਕਿਉਂਕਿ ਇਹ ਉਹ ਜ਼ਮੀਨ ਆ ਚੰਦਰਮਾ ਦੀ ਜਿਹੜੀ ਅੱਜ ਤੱਕ ਸੂਰਜ ਦੇ ਕੰਟੈਕਟ 'ਚ ਨਹੀਂ ਆਈ। ਇਸ ਕਰਕੇ ਉੱਥੇ ਹਜੇ ਜ਼ਿੰਦਗੀ ਦੀ ਸ਼ੁਰੂਆਤ ਨਹੀਂ ਹੋਈ ਹੋਊਗੀ ਪ੍ਰੋਪਰਲੀ। ਜਦੋਂ ਇਹ ਸ੍ਰਿਸ਼ਟੀ ਬਣੀ ਆ ਉਸ ਟਾਈਮ ਵੀ ਜ਼ਿੰਦਗੀ ਦੀ ਸ਼ੁਰੂਆਤ ਐਵੇਂ ਚੱਲ ਰਹੀ ਹੋਊਗੀ ਜਿਵੇਂ ਦਾ ਅੱਜ ਦਾ ਮੂਨ ਦਾ ਸਾਊਥ ਪੋਲ ਆ। ਇਹਦਾ ਮਤਲਬ ਕੰਪੈਰੀਜ਼ਨ ਕਰਕੇ ਬੜੀ ਆਸਾਨੀ ਨਾਲ ਇਹ ਵੀ ਪਤਾ ਕੀਤਾ ਜਾ ਸਕਦਾ ਹੈ। ਦੂਜੀ ਗੱਲ, ਉਸ ਇਲਾਕੇ ਦੇ ਵਿੱਚ ਪਾਣੀ ਦੀ ਹੋਂਦ ਜਿਹੜੀ ਆ ਉਹਨੂੰ ਐਕਸਪਲੋਰ ਕੀਤਾ ਜਾ ਸਕਦਾ ਹੈ ਤੇ ਇਹ ਦੇਖਿਆ ਜਾ ਸਕਦਾ ਕਿ ਆਉਣ ਵਾਲੇ ਸਮੇਂ 'ਚ ਕੀ ਇੱਥੇ ਚੰਦਰਮਾ 'ਤੇ ਵਸੋਂ ਕੀਤੀ ਜਾ ਸਕਦੀ ਹੈ। ਸੋ ਇਸ ਕਰਕੇ ਇਹ ਸਾਈਟ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਆ ਤੇ ਤਕਰੀਬਨ -230 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਆ, ਜਿਹੜਾ ਮੰਨਿਆ ਜਾਂਦਾ ਕਿ ਇੱਥੋਂ ਤੱਕ ਦਾ ਤਾਪਮਾਨ ਉੱਥੇ ਪਹੁੰਚ ਜਾਂਦਾ ਹੈ। ਸੋ ਆਹ ਲੂਨਰ ਦਾ ਜਿਹੜਾ ਸਾਊਥ ਪੋਲ ਆ ਉਹ ਬੜੀਆਂ ਐਕਸਟ੍ਰੀਮ, ਬੜੀਆਂ ਦੁਵਿਧਾ ਵਾਲੀਆਂ ਕੰਡੀਸ਼ਨਸ ਨੇ ਤੇ ਵਾਕਈ ਮਨੁੱਖ ਵਾਸਤੇ ਕਿਹੜੀਆਂ ਚੀਜ਼ਾਂ ਚੈਲੰਜੇਬਲ ਨੇ ਉੱਥੇ। ਸੋ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਪਤਾ ਲੱਗ ਸਕਦਾ ਹੈ ਤੇ ਮੈਂ ਇਹ ਨਹੀਂ ਕਹਿੰਦਾ ਕਿ ਇਹ ਤੋਂ ਸਿਰਫ ਤੁਹਾਨੂੰ ਚੰਦਰਮਾ ਦੀ ਸਤ੍ਹਾ ਦਾ ਪਤਾ ਲੱਗੂਗਾ, ਸਾਡੇ ਪੂਰੇ ਸੌਰ ਮੰਡਲ ਨੂੰ ਭਾਵ ਸਾਡੇ ਪੂਰੇ ਸੋਲਰ ਸਿਸਟਮ ਨੂੰ ਸਮਝਣ ਦਾ ਸਾਨੂੰ ਮੌਕਾ ਮਿਲੂਗਾ ਕਿ ਪੂਰੀ ਸੋਲਰ ਸਿਸਟਮ 'ਚ ਉਹ ਇਲਾਕੇ ਜਿਹੜੇ ਸਿੱਧੇ ਸੂਰਜ ਦੇ ਪ੍ਰਭਾਵ 'ਚ ਨੇ ਤੇ ਉਹ ਇਲਾਕੇ ਜਿਹੜੇ ਸੂਰਜ ਦੇ ਪ੍ਰਭਾਵ 'ਚ ਨਹੀਂ ਗੇ, ਉਹਨਾਂ 'ਚ ਆਪਸ 'ਚ ਕੀ ਬਿਗ ਡਿਫਰੈਂਸ ਆ। ਇਹ ਡਿਫਰੈਂਸ ਸਾਨੂੰ ਸਿਰਫ ਚੰਦਰਮਾ ਦੇ ਸਾਊਥ ਪੋਲ ਤੇ ਸਾਹਮਣੇ ਵਾਲਾ ਜਿਹੜਾ ਸੂਰਜ ਫੇਸਿੰਗ ਪੋਲ ਆ ਉਹਨਾਂ ਦੋਵਾਂ ਨੂੰ ਦੇਖ ਕੇ ਪਤਾ ਲੱਗ ਸਕਦਾ ਹੈ। ਸੋ ਇਹ ਚੀਜ਼ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਆ। ਸੋ ਸਭ ਤੋਂ ਇੰਪੋਰਟੈਂਟ ਗੱਲ ਜੋ ਮੈਂ ਤੁਹਾਡੇ ਸਾਹਮਣੇ ਕੀਤੀ ਆ ਕਿ ਅਸੀਂ ਸਾਊਥ ਪੋਲ ਹੀ ਕਿਉਂ ਚੁਣਿਆ। ਪਹਿਲੀ ਗੱਲ, 2 ਤੇ 3 'ਚ ਕੀ ਫਰਕ ਸੀ। ਚੰਦਰਯਾਨ 3 ਕਿਸ ਪ੍ਰਕਾਰ ਦਾ ਮਿਸ਼ਨ ਆ, ਇਹ ਇੱਕ ਰੋਵਰ ਮਿਸ਼ਨ ਆ, ਠੀਕ ਆ। ਇਸ ਤੋਂ ਬਿਨਾਂ ਹੋਰ ਕਿਸ ਪ੍ਰਕਾਰ ਦੇ ਮਿਸ਼ਨ ਹੁੰਦੇ ਆ ਮੈਂ ਉਹ ਤੁਹਾਡੇ ਨਾਲ ਡਿਸਕਸ ਕੀਤੇ ਆ। ਹੁਣ ਗੱਲ ਕਰਦੇ ਆ ਕਿ ਇੰਡੀਆ ਦੇ 2 ਮਿਸ਼ਨ ਇਸ ਤੋਂ ਪਹਿਲਾਂ ਵੀ ਜਾ ਚੁੱਕੇ ਆ, ਚੰਦਰਯਾਨ 1 ਤੇ ਚੰਦਰਯਾਨ 2। ਚੰਦਰਯਾਨ 1 ਪਹਿਲਾ ਮੂਨ ਮਿਸ਼ਨ ਸੀਗਾ, ਠੀਕ ਆ, ਜਿਹੜਾ ਬੇਸਿਕਲੀ 2 ਕਾਰਨਾਂ ਕਰਕੇ ਮਸ਼ਹੂਰ ਸੀਗਾ। ਇੱਕ ਤਾਂ ਇੱਥੇ ਇਹਦੇ ਨਾਲ ਚੰਦਰਯਾਨ 1 ਇੱਕ ਔਰਬਿਟਰ ਮਿਸ਼ਨ ਸੀਗਾ, ਠੀਕ ਆ। ਇਹਨੇ ਘੁੰਮ ਕੇ ਚੰਦਰਮਾ ਦੀ ਸਰਫੇਸ ਦੀਆਂ ਫੋਟੋਜ਼ ਕਲਿੱਕ ਕੀਤੀਆਂ ਤੇ ਉੱਥੋਂ ਸਾਨੂੰ ਚੰਦਰਮਾਨ ਬਾਰੇ ਬਹੁਤ ਕੁਝ ਪਤਾ ਲੱਗਿਆ। ਦੂਜੀ ਗੱਲ, ਇਹਦਾ ਜਿਹੜਾ ਇੰਪੈਕਟ ਪ੍ਰੋਬ ਸੀਗਾ ਉਹ ਚੰਦਰਮਾ ਦੀ ਧਰਤੀ 'ਤੇ ਇੱਕੋ ਦਮ ਜਾ ਕੇ ਕ੍ਰੈਸ਼ ਲੈਂਡਿੰਗ ਕਰਦਾ, ਇਹਦਾ ਦੂਜਾ ਹਿੱਸਾ, ਤੇ ਉੱਥੋਂ ਉੱਡੀ ਹੋਈ ਧੂੜ ਨੂੰ ਕਲੈਕਟ ਕਰਕੇ ਜਾਂ ਉਹਨੂੰ ਸਮਝ ਕੇ ਅਸੀਂ ਇਹ ਸਮਝਣ 'ਚ ਹੈਲਪ ਮਿਲੀ ਤੇ ਪੂਰੀ ਦੁਨੀਆ ਨੂੰ ਅਸੀਂ ਇਹ ਦੱਸਣ 'ਚ ਕਾਮਯਾਬ ਹੋਏ ਕਿ ਚੰਦਰਮਾ ਦੀ ਧਰਤੀ 'ਤੇ ਪਾਣੀ ਦੀ ਮੌਜੂਦਗੀ ਹੈ। ਇਹ ਉਹ ਚੰਦਰਯਾਨ 1 ਹੀ ਸੀਗਾ ਜਿਹਨੇ ਦੱਸਿਆ ਸੀਗਾ। ਸੋ ਇਹ ਮੋਸਟ ਇੰਪੋਰਟੈਂਟ ਉਪਲਬਧੀ ਜਿਹੜੀ ਸੀ ਕਿ ਚੰਦਰਮਾ ਦੇ ਉੱਪਰ ਹਾਈਡਰੋਕਸਿਲ ਭਾਵ ਪਾਣੀ ਦੇ ਕਣ ਮੌਜੂਦ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਇੰਪੋਰਟੈਂਟ ਆ। ਫਿਰ ਆ ਗਿਆ ਚੰਦਰਯਾਨ 2, ਆਪਣੇ ਆਪ 'ਚ ਪਾਰਸ਼ੀਅਲ ਸਕਸੈਸਫੁਲ ਮਿਸ਼ਨ, ਮਤਲਬ ਅਧੂਰਾ ਜਿਹਾ ਕਾਮਯਾਬ ਮਿਸ਼ਨ ਜਿਹਦਾ ਔਰਬਿਟਰ ਅੱਜ ਤੱਕ ਵੀ ਕਾਮਯਾਬ ਆ ਬਟ ਕ੍ਰੈਸ਼ ਲੈਂਡਿੰਗ ਕਰਕੇ ਜੋ ਇਹਦਾ ਵਿਕਰਮ ਲੈਂਡਰ ਸੀਗਾ ਉਹ ਕ੍ਰੈਸ਼ ਕਰ ਗਿਆ ਤੇ ਰੋਵਰ ਵੀ ਡਿਸਟਰੋਏ ਹੋ ਗਿਆ, ਠੀਕ ਆ। ਚੰਦਰਯਾਨ 2 'ਚ ਇੱਕ ਔਰਬਿਟਰ ਸੀ ਜਿਹਨੂੰ ਚੰਦਰਯਾਨ 2 ਦਾ ਹੀ ਨਾਮ ਦੇ ਦਿੱਤਾ ਗਿਆ ਸੀਗਾ, ਵੈਸੇ ਉਹਦਾ ਕੋਈ ਨਾਮ ਨਹੀਂ ਸੀ। ਲੈਂਡਰ ਜਿਹਨੂੰ ਵਿਕਰਮ ਤੇ ਰੋਵਰ ਜਿਹਨੂੰ ਪ੍ਰਗਿਆਨ ਕਿਹਾ ਗਿਆ ਸੀਗਾ। ਮਕਸਦ ਸੀ ਸੂਰਜ ਦੇ ਸਾਊਥ ਪੋਲ ਨੂੰ ਐਕਸਪਲੋਰ ਕਰਨਾ। ਬਹੁਤ ਹੈਵੀ ਸੀਗਾ, ਰੋਵਰ ਬਹੁਤ ਹੈਵੀ ਚੀਜ਼ ਆ, ਇਸ ਕਰਕੇ ਇਹਨੂੰ ਵੀ GSLV ਮਾਰਕ 3 ਦੇ ਥਰੂ ਲਾਂਚ ਕੀਤਾ ਗਿਆ ਸੀ। ਉਦੋਂ ਇਸ LVM ਦਾ ਨਾਮ GSLV ਹੁੰਦਾ ਸੀ ਤੇ ਮੈਂ ਨਾ ਇੱਕ ਪੁਰਾਣੇ ਲੈਕਚਰ 'ਚ ਬਹੁਤ ਡਿਟੇਲ 'ਚ ਪੜ੍ਹਾਇਆ ਹੈ ਕਿ ਵਟ ਇਜ਼ GSLV, ਵਟ ਇਜ਼ LVM, ਕਿਉਂ ਨਾਮ ਬਦਲੇ ਗਏ ਤੇ ਕੀ ਸਟੋਰੀ ਆ ਸਾਰੀ, ਠੀਕ ਆ। ਤੇ ਇਹ ਸਟੋਰੀ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਆਖਰ ਸਾਡਾ ਮਿਸ਼ਨ ਕ੍ਰੈਸ਼ ਹੋ ਗਿਆ ਸੀਗਾ ਤੇ ਅੱਜ ਵੀ ਬਹੁਤ ਹੱਦ ਤੱਕ ਸ਼ਾਇਦ ਉਹ ਚੰਦਰਯਾਨ 2 ਦਾ ਔਰਬਿਟਰ ਹੀ ਸੀਗਾ ਜਿਹੜਾ ਘੁੰਮ ਰਿਹਾ ਸੀ ਤੇ ਜਿਹਨੇ ਸਾਨੂੰ ਇੰਨੀ ਜਾਣਕਾਰੀ ਦਿੱਤੀ ਕਿ ਅਸੀਂ
ਚੰਦਰਯਾਨ 3 ਨੂੰ ਉੱਥੇ ਭੇਜਣ 'ਚ ਸਫਲ ਹੋ ਗਏ। ਠੀਕ ਆ, ਸੋ ਇਹ ਤਾਂ ਸਾਨੂੰ ਸਮਝ ਆ ਗਿਆ। ਅੱਗੇ ਆਪਾਂ ਪੜ੍ਹਿਆ ਕਿ ਚੰਦਰਮਾ 'ਤੇ ਜਾਣ ਵਾਲੇ ਮਿਸ਼ਨ ਕਿੰਨੇ ਪ੍ਰਕਾਰ ਦੇ ਹੋ ਸਕਦੇ ਆ। ਤਾਂ ਤੁਸੀਂ ਜੇ ਕਦੀ ਟਾਈਪ ਆਫ ਮਿਸ਼ਨਸ ਦੀ ਗੱਲ ਆਵੇ, ਜਾਂ ਚੰਦਰਯਾਨ 1 ਜਾਂ ਚੰਦਰਯਾਨ 2 ਜਾਂ ਚੰਦਰਯਾਨ 3 ਕਿਸ ਪ੍ਰਕਾਰ ਦਾ ਮਿਸ਼ਨ ਆ, ਉਹ ਆ ਗਿਆ। ਹੁਣ ਕੁਛ ਚੀਜ਼ਾਂ ਜਿਹੜੀਆਂ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਆ ਕਿ ਚੰਦਰਯਾਨ 3 ਮਿਸ਼ਨ ਜਿਹਦੇ ਬਾਰੇ ਅਸੀਂ ਅਕਸਰ ਗੱਲਾਂ ਕਰ ਰਹੇ ਹਾਂ, ਫੇਲੀਅਰ ਬੇਸਡ ਦਾ ਮਤਲਬ ਬਿਲਕੁਲ ਕਿ ਗਲਤੀਆਂ ਤੋਂ ਸਿੱਖ ਕੇ, ਜਾਂ ਇਹਦਾ ਟੈਕਨੀਕਲ ਮਤਲਬ ਮੈਂ ਤੁਹਾਨੂੰ ਦੱਸਦਾ ਕਿ ਟੈਕਨੀਕਲ ਮਤਲਬ ਫੇਲੀਅਰ ਬੇਸਡ ਦਾ ਇਹੀ ਆ ਕਿ ਗਲਤੀ ਦੀਆਂ ਸੰਭਾਵਨਾਵਾਂ ਨੂੰ ਐਕਸਪਲੋਰ ਕਰਕੇ ਕਿ ਇਹ ਵੀ ਹੋ ਸਕਦੀ ਆ, ਇਹ ਵੀ ਹੋ ਸਕਦੀ ਆ, ਇਹ ਵੀ ਹੋ ਸਕਦੀ ਆ, ਤੁਸੀਂ ਆਪਣੇ ਮਿਸ਼ਨ 'ਚ ਐਡੀਸ਼ਨਲ ਚੀਜ਼ਾਂ ਐਡ ਕਰ ਦਿਓ। ਹੁਣ ਇਹਨੂੰ ਮੈਂ ਕਹਿ ਸਕਦਾ ਕਿ ਗਲਤੀਆਂ ਤੋਂ ਸਿੱਖ ਕੇ, ਪਰ ਜੇ ਉਹ ਜ਼ਿਆਦਾ ਸੂਟੇਬਲ ਵਰਡ ਹੁੰਦਾ ਤਾਂ ਮੈਂ ਸਿੱਧੀ ਹਾਂ ਕਰ ਦਿੰਦਾ। ਸਿੱਧਾ ਮਤਲਬ ਇਹਦਾ ਇਹ ਆ ਕਿ ਤੁਸੀਂ ਗਲਤੀਆਂ ਕੀਤੀਆਂ ਜਾਂ ਨਹੀਂ ਕੀਤੀਆਂ, ਸਪੋਜ਼ ਕਰੋ ਤੁਸੀਂ ਗਲਤੀ ਨਹੀਂ ਕੀਤੀ, ਫੇਲੀਅਰ ਬੇਸਡ ਮਿਸ਼ਨ ਆ ਜਿਹੜਾ, ਮੰਨ ਲਓ ਕਿ ਤੁਸੀਂ ਉਸ ਤੋਂ ਪਹਿਲਾਂ ਤੁਹਾਡਾ ਕੋਈ ਮਿਸ਼ਨ ਫੇਲ ਨਹੀਂ ਹੋਇਆ, ਫਿਰ ਵੀ ਤੁਸੀਂ ਇਹ ਮੰਨ ਕੇ ਚੱਲੋ ਕਿ ਜੇ ਆਹ ਫੇਲ ਹੋ ਗਿਆ ਤਾਂ ਇਹਦੇ 'ਚ 2 ਦੀ ਬਜਾਏ 4 ਕਰ ਦਿਓ, ਜੇ ਆਹ ਫੇਲ ਹੋ ਗਿਆ ਇਹਦੀ ਬਜਾਏ ਆਹ ਕਰ ਦਿਓ, ਜੇ ਆਹ ਫੇਲ ਹੋ ਗਿਆ ਇਹਦੀ ਬਜਾਏ ਆਹ ਕਰ ਦਿਓ। ਤਾਂ ਫੇਲੀਅਰ ਬੇਸਡ ਮਿਸ਼ਨ ਜ਼ਰੂਰੀ ਨਹੀਂ ਕਿ ਕਿਸੇ ਫੇਲੀਅਰ ਤੋਂ ਬਾਅਦ ਹੀ ਕੀਤਾ ਜਾਵੇ। ਇੰਪੋਰਟੈਂਟ ਗੱਲ ਸਮਝ ਆ ਗਈ ਨਾ, ਉਹ ਪਹਿਲੀ ਵਾਰ 'ਚ ਫਸਟ ਟਾਈਮ ਵੀ ਹੋ ਸਕਦਾ ਹੈ। ਹੁਣ ਚੰਦਰਯਾਨ 3 ਮਿਸ਼ਨ ਜਿਹੜਾ ਹੈ, ਅਸੀਂ ਇਹਦੀ ਅਹਿਮੀਅਤ ਦੀ ਗੱਲ ਕਰਨੀ ਹੈ, ਇਹਦੀ ਸਿਗਨੀਫਿਕੈਂਸ ਦੀ ਗੱਲ ਕਰਨੀ ਆ। ਸਭ ਤੋਂ ਪਹਿਲਾਂ ਅਸੀਂ ਇਹਦੀ ਵਿਗਿਆਨਕ ਸਿਗਨੀਫਿਕੈਂਸ ਕੀ ਆ। ਠੀਕ ਆ, ਦੇਖੋ ਇੱਕ ਗੱਲ ਕਲੀਅਰ ਆ, ਅੱਜ ਅਸੀਂ ਇਸਰੋ ਨੂੰ ਬਹੁਤ ਉੱਚਾ ਮਾਣ ਤਾਣ, ਅਸੀਂ ਅੱਜ ਕੱਲ੍ਹ YouTube 'ਤੇ ਅੱਜ ਕੱਲ੍ਹ ਜਿਹੜੇ ਸ਼ਾਰਟਸ ਚੱਲ ਰਹੇ ਆ, ਉਹ ਇੱਕ ਸ਼ਾਰਟ ਬੜਾ ਮਸ਼ਹੂਰ ਚੱਲ ਰਿਹਾ ਨਾ YouTube 'ਤੇ ਜਾਂ ਇੰਸਟਾਗ੍ਰਾਮ 'ਤੇ, ਕਿ ਸਾਡੇ ਇਸਰੋ ਦੇ ਜਿਹੜੇ ਚੀਫ ਆ S ਸੋਮਨਾਥ, ਉਹ ਕਿਸੇ ਫਲਾਈਟ 'ਚ ਆ ਅਤੇ ਪ੍ਰਾਊਡਲੀ ਮਤਲਬ ਕਿ ਸਾਡੇ ਲੋਕ ਇਹ ਫੀਲ ਕਰ ਰਹੇ ਆ ਕਿ ਅਸੀਂ ਇਸਰੋ ਦੇ ਚੇਅਰਮੈਨ ਸਾਡੇ ਨਾਲ ਆ। ਸੋ ਜੇ ਇਸਰੋ ਦੀ ਇਹ ਅਹਿਮੀਅਤ ਆ ਤਾਂ ਓਬਵੀਅਸ ਜੀ ਗੱਲ ਆ ਕਿ ਇਹ ਸਾਡੇ ਲਈ ਸਿਗਨੀਫਾਈ ਤਾਂ ਹੈਗਾ ਹੀ ਆ ਬਹੁਤ ਜਗ੍ਹਾ 'ਤੇ। ਇਹ ਜਦੋਂ ਨਾ 2013 ਦੇ ਵਿੱਚ ਮਾਰਸ ਔਰਬਿਟਰ ਮਿਸ਼ਨ ਗਿਆ ਸੀ, ਉਦੋਂ ਵੀ ਇੱਕ ਤਬਕੇ ਨੇ ਕਿਹਾ ਸੀ ਕਿ ਜਿੰਨਾ ਪੈਸਾ ਤੁਸੀਂ ਇਹਦੇ 'ਤੇ ਲਾਤਾ, ਓਨਾ ਪੈਸਾ ਜੇ ਸੋਸ਼ਲ ਸਿਕਿਉਰਿਟੀ ਦੀਆਂ ਸਕੀਮਾਂ 'ਚ ਦਿਓਗੇ ਤਾਂ ਸ਼ਾਇਦ ਬਹੁਤ ਭਲਾ ਹੋ ਸਕਦਾ ਹੈ। ਖੈਰ 650 ਕਰੋੜ ਜਿਹੜਾ ਏ, ਜੇ ਅਸੀਂ ਇੱਥੋਂ ਨਾ ਇਨਵੈਸਟ ਕਰਕੇ ਸੋਸ਼ਲ ਸਿਕਿਉਰਿਟੀ 'ਚ ਲਾ ਦਈਏ, ਉਹਦੇ ਨਾਲ ਕਿੰਨਾ ਕੁ ਭਲਾ ਹੋ ਜਾਊਗਾ ਉਹ ਤਾਂ ਨਹੀਂ ਪਤਾ। ਪਰ ਜੇ ਇਸਰੋ ਇਹੋ ਜਿਹੇ ਕਾਰਨਾਮੇ ਕਰ ਰਹੀ ਆ, ਉਹਦੇ ਕਰਕੇ ਭਾਰਤ ਕਹਿ ਲਓ ਕਿ ਭੂ ਰਾਜਨੀਤਿਕ ਤੌਰ 'ਤੇ, ਜੀਓ ਪੋਲੀਟੀਕਲ ਤੌਰ 'ਤੇ ਦੂਜੇ ਦੇਸ਼ਾਂ ਦੇ ਨਾਲ ਰਿਸ਼ਤੇ ਸਥਾਪਿਤ ਕਰਨ 'ਚ ਕਾਮਯਾਬ ਹੁੰਦਾ ਹੈ, ਜਾਂ ਦੂਜੇ ਦੇਸ਼ਾਂ ਨੂੰ ਆਪਣੀ ਗੱਲ ਮਨਵਾਉਣ 'ਚ ਕਾਮਯਾਬ ਹੁੰਦਾ ਹੈ। ਜਾਂ ਸਪੋਜ਼ ਕਰੋ ਕੋਈ ਅਜਿਹਾ ਦੇਸ਼ ਆ ਜਿਹੜੇ ਦੇਸ਼ ਦੇ ਕੋਲ ਬਹੁਤ ਸਾਰਾ ਤੇਲ ਆ, ਜਾਂ ਬਹੁਤ ਸਾਰਾ ਕੋਈ ਫਲਾਣਾ ਰਿਸੋਰਸ ਆ, ਉਹ ਇੱਕੋ ਗੱਲ ਕਵੇ ਕਿ ਸਾਡੇ 3-4 ਮਿਸ਼ਨ ਆਪਣੇ ਫ੍ਰੀ ਭੇਜ ਦਿਓ, ਅਸੀਂ ਵੀ ਕੁਛ ਕਰਨਾ ਚਾਹੁੰਦੇ ਹਾਂ ਸਪੇਸ 'ਚ, ਪਰ ਸਾਡੇ ਕੋਲ ਟੈਕਨੋਲੋਜੀ ਹੈ ਨਹੀਂ, ਤੁਸੀਂ ਸਾਨੂੰ ਇਹ ਟੈਕਨੋਲੋਜੀ ਦੇ ਦਿਓ, ਅਸੀਂ ਤੁਹਾਨੂੰ ਫਲਾਣਾ ਰਿਸੋਰਸ ਜਿਹੜਾ ਹੈ ਅੱਧੇ ਰੇਟ 'ਤੇ ਦੇ ਦਾਂਗੇ, ਜਾਂ ਅਸੀਂ ਤੁਹਾਡੇ ਨਾਲ ਡੀਲ ਤੁਹਾਡੇ ਰੁਪਈਏ 'ਚ ਹੀ ਕਰ ਲਾਂਗੇ, ਡਾਲਰ 'ਚ ਨਹੀਂ ਕਰਦੇ, ਸਾਨੂੰ ਕਿੰਨੀ ਸਸਤੀ ਪੈ ਜਾਂਦੀ ਹੈ। ਤਾਂ ਐਟ ਦੀ ਐਂਡ ਆਫ ਦੀ ਡੇ ਇਸਰੋ ਸਾਡੇ ਵਾਸਤੇ ਇੱਕ ਬਹੁਤ ਵੱਡੀ ਡਿਪਲੋਮੈਟਿਕ ਜਿੱਤ ਦਿਵਾ ਸਕਦੀ ਹੈ ਕਿਸੇ ਵੀ ਨੈਗੋਸ਼ੀਏਸ਼ਨ 'ਚ। ਜੇ ਤੁਹਾਡਾ ਕੋਈ ਅਦਾਰਾ ਦੁਨੀਆ 'ਚ ਉੱਚੇ ਪੱਧਰ ਦਾ ਕੰਮ ਕਰਦਾ ਨਾ, ਤਾਂ ਉਹ ਤੁਹਾਡੇ ਲਈ ਕਿਤੇ ਨਾ ਕਿਤੇ ਫਾਇਦਾ ਕਮਾ ਕੇ ਦਊਗਾ। ਉਹਦੇ 'ਤੇ ਕੀਤੇ ਹੋਏ ਖਰਚੇ ਨੂੰ ਇਹ ਕੈਲਕੂਲੇਟ ਨਾ ਕੀਤਾ ਜਾਵੇ ਕਿ ਜੇ ਇਹੀ ਖਰਚਾ ਗਰੀਬਾਂ 'ਤੇ ਕਰ ਦਿੰਦੇ। ਅਸਲ ਦੇ ਵਿੱਚ ਬੇਸ਼ੱਕ ਮੋਟੇ ਤੌਰ 'ਤੇ ਗਰੀਬਾਂ ਦੇ ਮੂੰਹ 'ਚੋਂ ਰੋਟੀ ਖੋਹ ਕੇ ਇਸਰੋ ਵਾਸਤੇ ਦਿੱਤੀ ਹੋਣ ਪੈਸੇ, ਪਰ ਅਸਲ ਦੇ ਵਿੱਚ ਉਹ ਲੌਂਗ ਟਰਮ 'ਚ ਉਹਨਾਂ ਗਰੀਬਾਂ ਦਾ ਹੀ ਭਲਾ ਕਰਨਗੇ, ਕਿਉਂਕਿ ਸ਼ਾਇਦ ਇਸਰੋ ਇੰਨਾ ਕੁ ਰੈਵਨਿਊ ਜਨਰੇਟ ਕਰਕੇ ਦੇ ਦੇ। ਇਸਰੋ ਨੇ ਆਪਣੇ ਪ੍ਰਾਈਵੇਟ ਆਰਮਸ ਵੀ ਬਣਾਏ ਹੋਏ ਆ, ਅੰਤਰਿਕਸ਼, ਜਿਹੜੀ ਕਿ ਇਹਦੀ ਇੱਕ ਕਮਰਸ਼ੀਅਲ ਆਰਮ ਆ, ਜਿਹੜੀ ਇਹਦੇ ਵਾਸਤੇ ਵਪਾਰਕ ਸੌਦੇ ਖਰੀਦਦੀ ਆ। ਦੁਨੀਆ ਦੇ ਕਿੰਨੇ ਦੇਸ਼ਾਂ ਨੇ ਆਪਣੇ ਸੈਟੇਲਾਈਟ ਲਾਂਚ ਕਰਨ ਵਾਸਤੇ ਇਸਰੋ ਨੂੰ ਦੇਤੇ ਕਿ ਬਈ ਸਾਡੇ ਕੋਲ ਐਡਾ ਵੱਡਾ ਰੋਕਟ ਨਹੀਂ ਹੈਗਾ, ਜਾਂ ਸਾਡੇ ਛੋਟੇ ਛੋਟੇ ਸੈਟੇਲਾਈਟ ਆ, ਅਸੀਂ ਉਹਦੇ ਵਾਸਤੇ ਕੀ ਰੋਕਟ ਛੱਡਾਂਗੇ, ਤੁਸੀਂ ਸਾਡਾ ਸੈਟੇਲਾਈਟ ਉੱਪਰ ਭੇਜ ਦਿਓ। ਤਾਂ ਟੈਕਨੀਕਲੀ ਇਹਦਾ ਮਤਲਬ ਇਹ ਆ ਕਿ ਇਸਰੋ ਨੂੰ ਜਿਹੜੇ ਕੰਟਰੈਕਟ ਮਿਲ ਰਹੇ ਆ, ਉਹਦੇ 'ਚ ਇਸਰੋ ਪੈਸਾ ਤਾਂ ਲਊਗੀ ਉਹਨਾਂ ਤੋਂ। ਉਹ ਪੈਸਾ ਲੈ ਕੇ ਜੇ ਅਸੀਂ ਉਹਨਾਂ ਦੇ ਸੈਟੇਲਾਈਟ ਲਾਂਚ ਕਰ ਰਹੇ ਹਾਂ, ਉਹ ਪੈਸਾ ਕਿਹਦੇ ਕੋਲ ਆ ਰਿਹਾ? ਭਾਰਤ ਸਰਕਾਰ ਕੋਲ। ਸੋ ਵੇਟ ਐਂਡ ਵਾਚ, ਇਸਰੋ ਸਾਨੂੰ ਕੁਛ ਕਮਾ ਕੇ ਦਊਗੀ। ਉਸ ਤੋਂ ਬਾਅਦ ਜਦੋਂ ਇਹ ਇਸਰੋ ਕਾਮਯਾਬ ਹੋ ਗਈ ਤਾਂ ਇਸਰੋ ਨੇ ਆਪਣੀ ਇੱਕ ਨਿਊ ਸਪੇਸ ਫਰਮ ਹੋਰ ਬਣਾਈਆਂ,
ਜਿਹੜੀ ਭਾਰਤ ਦੇ ਵਿੱਚ ਪ੍ਰਾਈਵੇਟ ਪਲੇਅਰਸ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਤੁਸੀਂ ਵੀ ਸਪੇਸ ਐਕਸਪਲੋਰੇਸ਼ਨ 'ਚ ਮਤਲਬ ਕਿ ਪੁਲਾੜ ਦੀ ਖੋਜ ਵਿੱਚ ਇੰਟਰਸਟ ਸ਼ੋਅ ਕਰੋ, ਰਿਸਰਚ ਦੇ ਵਿੱਚ, ਠੀਕ ਆ, ਖੋਜ ਦੇ ਵਿੱਚ ਇੰਟਰਸਟ ਸ਼ੋਅ ਕਰੋ। ਸੋ ਇਹਦੇ ਨਾਲ ਸਾਡੀਆਂ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਨੇ ਉਹ ਜਦੋਂ ਇੰਟਰਸਟ ਸ਼ੋਅ ਕਰਨਗੀਆਂ ਤਾਂ ਉਹਨਾਂ ਨੂੰ ਇਸਰੋ ਮਦਦ ਕਰੂਗੀ ਸਪੇਸ ਐਕਸਪਲੋਰ ਕਰਨ 'ਚ। ਤਾਂ ਦੁਨੀਆ ਦੇ ਕਿੰਨੇ ਦੇਸ਼ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਸਾਡੇ ਕੋਲ ਭੇਜਣਗੇ? ਤਾਂ ਪੜ੍ਹਨ ਲਈ ਆਉਣਗੇ, ਇਹਦਾ ਮਤਲਬ ਫੋਰਨ ਕਰੰਸੀ ਸਾਡੇ ਦੇਸ਼ 'ਚ ਆਊਗੀ। ਇਹਦਾ ਮਤਲਬ ਇਹ ਆ ਕਿ ਟੈਕਨੀਕਲੀ ਸਾਨੂੰ ਇਸਰੋ ਦਾ ਬਹੁਤ ਵੱਡੇ ਪੱਧਰ 'ਤੇ ਫਾਇਦਾ ਹੋ ਸਕਦਾ ਹੈ ਜੇ ਅਸੀਂ ਪੋਜ਼ਿਟਿਵਲੀ ਚੱਲੀਏ। ਇਸਰੋ ਸਾਡੇ ਵਾਸਤੇ ਬਹੁਤ ਜ਼ਿਆਦਾ ਸਿਗਨੀਫਾਈਡ ਏਜੰਸੀ ਆ। ਪ੍ਰੈਕਟੀਕਲੀ ਦੱਸਾਂ ਤਾਂ ਇੱਕ ਮਿੰਟ, ਹਾਂਜੀ, ਇਸਰੋ ਸਾਡੇ ਵਾਸਤੇ ਬਹੁਤ ਪ੍ਰੈਕਟੀਕਲੀ ਦੇਖਿਆ ਜਾਵੇ ਤਾਂ ਬਹੁਤ ਸਿਗਨੀਫਾਈਡ ਏਜੰਸੀ ਆ। ਖੈਰ ਆ ਜਾਓ, ਸਭ ਤੋਂ ਪਹਿਲਾਂ ਕੀ ਆ ਕਿ ਇਹਦੀ ਸਾਇੰਟੀਫਿਕ ਮਹੱਤਤਾ ਕੀ ਆ, ਵਿਗਿਆਨਿਕ ਮਹੱਤਤਾ ਕੀ ਆ। ਪਹਿਲੀ ਤਾਂ ਇਹ ਆ ਕਿ ਜਿਹੜੇ ਭਾਰਤ ਦਾ ਜਿਹੜਾ ਪੁਲਾੜ ਪ੍ਰੋਗਰਾਮ ਆ, ਠੀਕ ਆ, ਇਹਦੇ ਉਦੇਸ਼ਾਂ 'ਚ ਹੀ ਤਬਦੀਲੀ ਆ ਜਾਊਗੀ। ਬਈ ਇਹਦੇ 'ਚ ਉਦੇਸ਼ਾਂ 'ਚ ਤਬਦੀਲੀ ਕਿਵੇਂ ਆਊਗੀ? ਅੱਗੇ ਪਹਿਲਾਂ ਭਾਰਤ ਪਤਾ ਕੀ ਆ, ਚੰਦਰਯਾਨ 3 ਤੋਂ ਪਹਿਲਾਂ ਭਾਰਤ ਕੀ ਸੋਚਦਾ ਸੀਗਾ ਕਿ ਅਸੀਂ ਸਪੇਸ 'ਚ ਟੈਲੀਕਮਿਊਨੀਕੇਸ਼ਨ 'ਚ ਤੀਰ ਮਾਰ ਲਈਏ, ਅਸੀਂ ਰਿਮੋਟ ਸੈਂਸਿੰਗ 'ਚ ਤੀਰ ਮਾਰ ਲਈਏ। ਹੁਣ ਭਾਰਤ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਦੂਜੇ ਪਲੈਨਟਸ ਨੂੰ ਐਕਸਪਲੋਰ ਕਰਨ ਵਾਲੇ ਪਾਸੇ ਜਾ ਰਿਹਾ ਹੈ। ਅਤੇ ਦੁਨੀਆ ਦੇ ਵਿੱਚ ਤਗੜੇ ਦੇਸ਼ਾਂ ਦੀ ਖਾਸੀਅਤ ਇਹ ਹੁੰਦੀ ਆ ਕਿ ਉਹ ਟੈਲੀਕਮਿਊਨੀਕੇਸ਼ਨ, ਰਿਮੋਟ ਸੈਂਸਿੰਗ, ਛੋਟੀਆਂ ਛੋਟੀਆਂ ਚੀਜ਼ਾਂ ਨੂੰ ਛੱਡ ਕੇ ਸਪੇਸ ਨੂੰ ਐਕਸਪਲੋਰ ਕਰਨ ਦੀਆਂ ਗੱਲਾਂ ਕਰਦੇ ਆ। ਅਤੇ ਇਹਦੇ ਨਾਲ ਇਕੱਲਾ ਪੈਸਾ ਨਹੀਂ ਖਰਚ ਹੁੰਦਾ, ਤੁਹਾਡੀ ਸਾਇੰਸ ਪੂਰੀ ਦੁਨੀਆ 'ਚ ਲੋਹਾ ਬਣਦੀ ਆ ਅਤੇ ਦੁਨੀਆ 'ਚੋਂ ਤੁਹਾਡੇ ਦੇਸ਼ 'ਚ ਐਡਮਿਸ਼ਨਾਂ ਆਉਣਗੀਆਂ ਅਤੇ ਬਹੁਤ ਕੁਛ ਹੋ ਸਕਦਾ ਹੈ। ਸਪੇਸ ਦੇ ਮਾਮਲੇ 'ਚ ਤਾਂ ਐਟਲੀਸਟ ਬਹੁਤ ਇਸਰੋ ਜਿਹੜੀ ਆ ਸਾਨੂੰ ਪ੍ਰਾਊਡ ਫੀਲ ਕਰਾ ਸਕਦੀ ਆ। ਨੈਕਸਟ ਦੂਜੀ ਗੱਲ ਇਹ ਆ ਕਿ ਇਹਦੇ ਨਾਲ ਇੰਡੀਆ ਦੇ ਜਿਹੜੇ ਚੰਦਰਮਾ 'ਤੇ ਜਾਣ ਵਾਲੇ ਫਿਊਚਰ ਮਿਸ਼ਨ ਆ, ਜਿਵੇਂ ਲੂਪੈਕਸ ਮਿਸ਼ਨ ਸਾਡਾ 2024-25 'ਚ ਸ਼ਡਿਊਲਡ ਆ। ਇਸ ਤੋਂ ਬਾਅਦ ਅਸੀਂ ਜਾਪਾਨ ਦੀ ਜਾਕਸਾ ਨਾਲ ਮਿਲ ਕੇ ਉਪਰਾਲਾ ਕਰ ਰਹੇ ਹਾਂ। ਇਹੋ ਜਿਹੇ ਮਿਸ਼ਨ ਜਿਹੜੇ ਆ ਉਹਨਾਂ ਨੂੰ ਆਸਾਨੀ ਹੋ ਜੂਗੀ ਜੇ ਇਹ ਕਾਮਯਾਬ ਹੁੰਦਾ ਹੈ ਤਾਂ ਉਹਨਾਂ ਦੇਸ਼ਾਂ ਦਾ ਕੌਨਫੀਡੈਂਸ ਵੀ ਵਧੂਗਾ ਸਾਡੇ ਨਾਲ ਕੰਮ ਕਰਨ 'ਚ। ਸਿਮਿਲਰਲੀ ਇੰਡੀਆ ਇੱਕ ਆਪਣਾ ਪਹਿਲਾ ਹਿਊਮਨ ਮਿਸ਼ਨ, ਮੈਂ ਨਹੀਂ ਕਹਿੰਦਾ ਕਿ ਸਾਡਾ ਪਹਿਲਾ ਮਿਸ਼ਨ ਚੰਦਰਮਾ 'ਤੇ ਜਾ ਰਿਹਾ ਮਨੁੱਖੀ ਮਿਸ਼ਨ, ਅਜੇ ਅਸੀਂ ਸਪੇਸ 'ਚ ਹੀ ਲੈ ਕੇ ਜਾ ਰਹੇ ਹਾਂ। ਚੰਦਰਮਾ ਤਾਂ ਬੜੀ ਦੂਰ ਆ, ਪਹਿਲਾਂ ਅਸੀਂ ਸਪੇਸ 'ਚ ਹੀ ਮਨੁੱਖ ਨੂੰ ਲੈ ਕੇ ਜਾ ਰਹੇ ਹਾਂ। ਉਹ ਮਿਸ਼ਨ ਦਾ ਨਾਮ ਆ ਗਗਨਯਾਨ। ਸਿਮਿਲਰਲੀ ਗੱਲ ਆ, ਸਾਡਾ ਇੱਕ ਮਿਸ਼ਨ ਜਿਹੜਾ ਕਿ ਹੁਣ ਤਾਂ ਲਾਂਚ ਹੋ ਚੁੱਕਿਆ ਪਰ ਚੰਦਰਯਾਨ ਦੇ ਮਾਮਲੇ 'ਚ ਤਾਂ ਫਿਊਚਰ 'ਚ ਸੀਗਾ ਨਾ, ਉੱਥੋਂ ਤੱਕ ਜਾਣ ਵਾਲਾ ਸਨ ਨੂੰ ਓਬਜ਼ਰਵ ਕਰਨ ਵਾਸਤੇ ਇੱਕ ਓਬਜ਼ਰਵੇਟਰੀ ਅਸੀਂ L1 ਪੁਆਇੰਟ 'ਤੇ ਲੈਂਗਰੇਂਜੇ ਪੁਆਇੰਟ 'ਤੇ ਲਾ ਰਹੇ ਹਾਂ, ਆਦਿਤਿਆ L1। ਸੋ ਇਹ ਜਿਹੜੇ ਮਿਸ਼ਨ ਨੇ ਇਹ ਸਾਡੇ ਵਾਸਤੇ ਹੋਰ ਆਸਾਨ ਹੋ ਜਾਣਗੇ ਜੇਕਰ ਅਸੀਂ ਮਤਲਬ ਕਿ ਚੰਦਰਯਾਨ ਨੂੰ ਕਾਮਯਾਬ ਕਰ ਲਿਆ। ਸੋ ਇਹ ਵੀ ਇੱਕ ਬਹੁਤ ਵੱਡੀ ਉਪਲਬਧੀ ਆ। ਅਗਲਾ ਇਹ ਆ ਇਸਰੋ ਦਾ ਜਿਹੜਾ ਭਵਿੱਖ ਦਾ ਵਿਜ਼ਨ ਆ, ਠੀਕ ਆ, ਉਹਨੂੰ ਬਹੁਤ ਕਲੈਰਿਟੀ ਮਿਲੂਗੀ। ਇਸਰੋ ਦਾ ਭਵਿੱਖ ਦਾ ਮਿਸ਼ਨ ਕੀ ਆ ਕਿ ਜਲਦੀ ਜਲਦੀ ਅਸੀਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਬਣਾਈਏ ਲੋਅਰ ਅਰਥ ਔਰਬਿਟ 'ਚ, ਜਿਹੜੀ ਨਿਚਲੀ ਭੂ-ਜਮਾਤ ਆ, ਠੀਕ ਆ, ਉਹਦੇ 'ਚ ਅਸੀਂ ਆਪਣਾ ਸਪੇਸ ਸਟੇਸ਼ਨ ਹੋਵੇ ਜਿਵੇਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਆ, ਜਿਵੇਂ ਚਾਈਨਾ ਦਾ ਆਪਣਾ ਸਪੇਸ ਸਟੇਸ਼ਨ ਆ, ਤਾਂ ਜੋ ਲੋਅਰ ਅਰਥ ਔਰਬਿਟ 'ਚ ਦੁਨੀਆ ਸਾਨੂੰ ਕਵੇ ਕਿ ਅਸੀਂ ਤੁਹਾਡੇ ਸਪੇਸ ਸਟੇਸ਼ਨ 'ਚ ਜਾ ਕੇ ਰਿਸਰਚ ਕਰਨੀ ਆ ਅਤੇ ਅਸੀਂ ਪੈਸੇ ਲਈਏ। ਸੋ ਇੰਡੀਆ ਦੇ ਜਿਹੜੇ ਫਿਊਚਰ ਦਾ ਜਿਹੜਾ ਵਿਜ਼ਨ ਆ ਨਾ 2030 'ਚ ਆਪਣਾ ਸਪੇਸ ਸਟੇਸ਼ਨ ਬਣਾਉਣ ਦਾ, ਉਹ ਵੀ ਪੂਰਾ ਹੋ ਜਾਊਗਾ। ਇਕਨੋਮਿਕ ਸਿਗਨੀਫਿਕੈਂਸ ਵੀ ਸਾਫ਼ ਆ ਕਿ ਇਸਰੋ ਦੀਆਂ ਜਿਹੜੀਆਂ ਕਮਰਸ਼ੀਅਲ ਵਿੰਗਸ ਨੇ, ਚਾਹੇ ਉਹ ਨਿਊ ਸਪੇਸ ਆ ਚਾਹੇ ਉਹ ਅੰਤਰਿਕਸ਼ ਆ, ਜਿਹੜੀਆਂ ਦੋ ਕੰਪਨੀਆਂ ਸਰਕਾਰੀ ਠੇਕੇ ਲੈ ਕੇ ਆਉਂਦੀਆਂ, ਇਹਨਾਂ ਦੇ ਠੇਕੇ ਵੀ ਵਧਣਗੇ, ਇਹਨਾਂ ਦੇ ਰੇਟ ਵਧਣਗੇ। ਇਹ ਦੁਨੀਆ ਦੀਆਂ ਕੰਪਨੀਆਂ, ਦੁਨੀਆ ਦੀਆਂ ਦੂਜੀਆਂ ਸਪੇਸ ਏਜੰਸੀਜ਼ ਦੇ ਜਿਹੜੇ ਸੈਟੇਲਾਈਟਸ ਨੇ ਉਹਨਾਂ ਨੂੰ ਮਹਿੰਗੇ ਭਾਅ 'ਚ ਲਾਂਚ ਕਰ ਸਕਦੇ ਆ ਅਤੇ ਦੇਸ਼ ਦੀ ਜਿਹੜੀ ਉਹ ਆ ਕਹਿ ਲਓ GDP 'ਚ ਇੱਕ ਰੋਲ ਅਦਾ ਕਰ ਸਕਦੇ ਆ ਵਧਾਉਣ 'ਚ। ਦੂਜਾ, ਇੰਡੀਆ ਦਾ ਜਿਹੜਾ ਸਪੇਸ ਟੈਕ ਈਕੋਸਿਸਟਮ ਆ ਉਹ ਬੂਸਟ ਹੋਊਗਾ, ਇੰਡੀਆ ਦਾ ਲੋਹਾ ਮੰਨੂਗਾ ਅਤੇ ਲੋਕ ਸਿਰਫ ਸਾਡੇ ਤੋਂ ਆਪਣੇ ਸੈਟੇਲਾਈਟ ਨਹੀਂ ਲਾਂਚ ਕਰਾਉਣਗੇ, ਸਾਡੇ ਤੋਂ ਬਹੁਤ ਸਾਰਾ ਸਮਾਨ ਵੀ ਖਰੀਦਣਗੇ, ਸਾਡੇ ਨਾਲ ਬਹੁਤ ਸਾਰੇ MOU ਸਮਝੌਤੇ ਸਾਈਨ ਕਰਨਗੇ ਜਿਹਦੇ ਤਹਿਤ ਉਹ ਸਾਡੇ ਤੋਂ ਸਾਡੀ ਟੈਕਨੋਲੋਜੀ ਮੰਗਣਗੇ। ਜੇ ਸਾਨੂੰ ਪੁੱਗਦਾ ਹੋਊਗਾ ਅਸੀਂ ਉਸ ਟੈਕਨੋਲੋਜੀ ਦੇ ਬਦਲੇ ਬਹੁਤ ਕੁਝ ਹੋਰ ਲੈ ਸਕਦੇ ਹਾਂ। ਕੀ ਪਤਾ ਕਿਸੇ ਦੇਸ਼ ਨੂੰ ਸਾਡੀ ਟੈਕਨੋਲੋਜੀ ਚਾਹੀਦੀ ਹੋਊਗੀ ਸਪੇਸ ਦੀ ਅਤੇ ਸਾਨੂੰ ਉਸ ਦੇਸ਼ ਤੋਂ ਡਿਫੈਂਸ ਦੀ ਟੈਕਨੋਲੋਜੀ ਚਾਹੀਦੀ ਹੋਊਗੀ, ਰੱਖਿਆ ਤਕਨੀਕ ਚਾਹੀਦੀ ਹੋਊਗੀ, ਤਾਂ ਸਾਨੂੰ ਨਾ ਨੈਗੋਸ਼ੀਏਟ ਕਰਨ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕਰੂਗੀ ਇਸਰੋ ਦੀ ਇਹ ਖੋਜ, ਜਿਹਦੇ ਨਾਲ ਕਿ ਸਾਡੇ ਜਿਹੜੇ ਦੂਜੇ ਸੌਦੇ ਆ, ਚਾਹੇ ਰੱਖਿਆ ਸੌਦੇ ਆ, ਜਿਹਨੂੰ ਅਸੀਂ ਡਿਫੈਂਸ ਡੀਲਸ ਕਹਿ ਦਿੰਦੇ ਹਾਂ, ਉਹ ਸਸਤੇ ਹੋ ਜਾਣਗੇ ਸਾਡੇ ਲਈ।
क्योंकि दुनिया सानू हुण अनपढ़ां ते गरीबां वांग नहीं देखूगी, सानू एक ताकतवर देश के तौर पर पछाण बनूगी साडी। सो ये चीज़ां बहुत मैटर करदियां। जिओपोलिटिकल मतलब कि भू राजनीतिक जिन्हों आप कह दें, डिप्लोमैटिक एंगल तो भी देखा जाए, जिओपोलिटिकल तरीके नाल देखा जाए तो भारत की एटलीस्ट आर्मिटिज अकॉर्ड दे विच साडी इंपोर्टेंस होर वध गई। आर्मिटिज अकॉर्ड उन्होंने देशों का आपस च समझौता है जिहड़े नासा भाव कि अमेरिका के आर्मिटिस मिशन दे विच हामी भरते हैं। आर्मिटिज एक अजिहा मिशन आ अपोलो तो बाद नासा का जिथे उस मून ते बंदे लैके जा रहे हैं। भारत भी उस मिशन दे विच साइंटिफिक योगदान दे रहा है, कॉन्ट्रीब्यूशन दे रहा है। भारत की कॉन्ट्रीब्यूशन नूं हुण नासा इगनोर करके नहीं चलूगा कि चल थोड़ा जिहा इन्हां तो भी बनवा लो, नहीं। भारत नूं वो इहो जी स्पेस एजेंसी के तौर पर इसरो नूं देखूगा कि जिहड़ी इन्हां वास्ते बहुत ज़्यादा इंपॉर्टेंट काम कर सकती है। क्योंकि हुण एडा वड्डा किल तो असीं ठोक ही दिता कि साउथ पोल ते जिथे तुसीं नहीं अपना कोई मिशन लॉन्च कर सके असीं उत्थे करता, तो साडी टैक्नोलॉजी कितनी एडवांस होगी तो किन्ने चीप च किन्ने सस्ते च असीं वो मिशन जिहड़ा है वो तुहाडा प्रोजैक्ट जिहड़ा है असीं बना के भेजदा तुहानूं। सो एक जिओपोलिटिक सिग्नीफिकेंस तो साडी अहमियत तो वधूगी, इहदे नाल आउटर स्पेस की जिहड़ी कोऑपरेशन आ उहदे च भी एक्सपेंशन मिलूगी। हुण देखो एक गल बड़ी क्लीयर आ, सानूं ये चीज़ चंगी तरह इहदे च क्लीयर आ कि जिहड़ा आउटर स्पेस आ ना, ठीक है, आउटर स्पेस है की आ साडी धरती के एटमोसफेयर तो बाहरली पुलाड़। इहदे च ना एक डर सारी दुनिया नूं आ कि किते कल नूं देश इस होड़ च ना मच जाण कि असीं चंद्रमा ते कलोनियां कट्टनियां है, मतलब कि असीं उस इलाके ते भी कब्जा करना है। इस करके जे सिर्फ ते सिर्फ अमरीका वर्गे जां एक अद्धे देश की होर उत्थे मोनोपली हुंदी तो शायद उन्होंने साडी सुननी भी नहीं सी। अज इंडिया भी उत्थे दावा ठोक गया। इट मीनस डिवेलप कंट्रीज़ दे विच एक डिवेलपिंग कंट्री अपना दावा ठोक रहा है, तो फिर इहो जे देश निम जाते हैं की कहते हैं कि कानूं पंगा लेना है, आ जाओ आप सारे मिल के कोऑपरेशन नाल चलीए। तुहानूं पता जदों तक खतरनाक न्यूक्लीयर वैपन्स अमीर देश बनाते सी उदों तक किसी ने कहा सी कि न्यूक्लीयर प्लोरीफरेशन रुकनी चाहिए है, मतलब कि जिहड़ी नबीआ ऊर्जा है जां न्यूक्लीयर एनर्जी आ जां न्यूक्लीयर वैपन्स आ ये खत्म होने चाहिए। नहीं, असल च इन्हां नूं खत्म करन दी गल उदों दुनिया के सामने आई आ जदों गरीब देशों ने भी न्यूक्लीयर वैपन्स बना लए। सिमिलरली आउटर स्पेस दे विच कोऑपरेशन होनी चाहिए है, मतलब बाहरी पुलाड़ आ जिहड़ा इहदे च कोऑपरेशन होनी चाहिए आ। ये गल जिहड़े अपने अमेरिका वर्गे देश उदों तक नहीं सी कहंदे जदों तक एक्सक्लूसिवली इन्हां दा कब्जा सी उत्थे। जदों गरीब देश उपर जाण लग पे फिर इन्हां नूं समझ आई है कि जे असीं हुण कोऑपरेशन की गल ना कीती ये तां उपर जाके खलारा पा देणगे। सो जदों डिवेलपिंग कंट्री किते अपनी मौजूदगी स्थापित कर दिंदे आ ना, अमीर देशों नूं डिवेलप कंट्रीज़ नूं विकसित देशों नूं हत्थां पैरां दी आपे पै जांदी है। सो ये अपने आप दे विच एक बहुत इंपॉर्टेंट पॉइंट सी जिहड़ा मैं तुहाडे सामने रखण दी कोशिश कीती है। हुण सब तो वड्डी गल बई इन्ना कुछ मैं तुहानूं गिणाता, ठीक आ, आपां इन्ने पॉइंट कंसीडर कर लए जां आपां इन्ना कुछ गिण लिया। हुण सवाल ये आ गया, मैं पहलां ही एक गल दसदा कि अज दा चैप्टर जिहड़ा लैक्चर सी ना ये सिर्फ उहदा नहीं आ अपना चंद्रयान दा, ये एक जर्नल टॉपिक सीगा कि स्पेस दे विच इन्नी पोजीशन बनाउण दे बावजूद भी इंडिया दे सामने किहड़े चैलेंजिस ने। भारत इसरो की कामयाबी तो बाद चंद्रयान की कामयाबी तो बाद सानू किहड़े-किहड़े आर्थिक फायदे पहुँचे, किहड़े-किहड़े विग्यानिक फायदे पहुँचे ते किहड़े-किहड़े भू राजनीतिक फायदे पहुँचे आ। हुण मैं ये कहना चाहुंदा कि इन्ना कुछ होने के बावजूद भी चंद्रयान 3 की सक्सैस तो बाद भी आखिर वो किहड़ियां चुनौतियां ने जिहड़ियां भारती पुलाड़ खेतर के सामने ने जिहड़ियां ये फेस कर रहा है। तुसीं कहो कि हुण किहड़ा कोई चुनौती रही, असीं तो जित ही रहे हैं, असीं आदित्य L1 भी जित लिया, असीं चंद्रयान भी नहीं, अजे भी साडे अगे बहुत चुनौतियां ने। पेपर च आ सकदा ना कि although India is a successful country, India becomes the successful country by launching Chandrayaan 3 successfully on the south pole of moon. Despite this success, what are the major challenges faced by Indian space sector?
ठीक है कि वो किहड़े चैलेंजिस ने, वो किहड़ियां चुनौतियां ने जिहड़ियां अज भी भारती पुलाड़ उद्योग जिहड़ा है वो फेस कर रहा है एड्डी वड्डी कामयाबी तो बाद भी। सीधा 200 नंबर का 200 वर्ड्स का सवाल बन सकता है। गल करते हैं वो किहड़ियां चुनौतियां ने। सब तो पहलियां तकनीकी चुनौतियां, भाव इसरो अज भी मतलब कि देखो जिहड़ा इन्ना साडे नाल ही लूना 25 चलिया सीगा, ऑलदो वो फेल हो गया पर ਉਹਨੂੰ ਚੰਦਰਯਾਨ ਨੂੰ ਉੱਥੋਂ ਤੱਕ ਪਹੁੰਚਣ 'ਚ ਲੱਗੇ 6 ਹਫ਼ਤੇ ਤੇ ਲੂਨਾ ਜਿਹੜਾ ਸੀਗਾ 5, ਉਹ ਸਿਰਫ 1 ਹਫ਼ਤੇ 'ਚ ਹੀ ਉੱਥੇ ਪਹੁੰਚ ਗਿਆ ਸੀ। ਕ੍ਰੈਸ਼ ਹੋਇਆ, ਕਿਉਂ ਹੋਇਆ ਇਹ ਵੱਖਰਾ ਕਾਰਨ ਆ। ਕ੍ਰੈਸ਼ ਤਾਂ ਸਾਡਾ ਵੀ ਚੰਦਰਯਾਨ 2 ਹੋ ਗਿਆ ਸੀ। ਸਪੋਜ਼ ਕਰੋ ਲੂਨਾ 25 ਉੱਥੇ ਇੰਨੇ ਚਿਰ 'ਚ ਪਹੁੰਚ ਜਾਂਦਾ ਤਾਂ ਓਬਵੀਅਸ ਜੀ ਗੱਲ ਆ ਉਹਨੇ 1 ਹਫ਼ਤੇ 'ਚ ਹੀ ਪਹੁੰਚ ਜਾਣਾ ਸੀ ਜੇ ਉਹ ਕ੍ਰੈਸ਼ ਨਾ ਹੁੰਦਾ। ਤਾਂ ਸਾਡੀ ਕੁਛ ਟੈਕਨੀਕ ਸਾਡੇ ਕੋਲ ਐਡਵਾਂਸ ਹੋਣੀ ਚਾਹੀਦੀ ਹੈ। ਖੈਰ ਤੁਸੀਂ ਪੜ੍ਹੇ ਲਿਖੇ ਹੋ, ਤੁਹਾਨੂੰ ਸਮਝ ਆ ਗਿਆ ਕਿ ਇੱਥੇ ਇਕੱਲਾ ਰੌਲਾ ਤਕਨੀਕ ਦਾ ਨਹੀਂ ਸੀ, ਘੱਟ ਤੇਲ ਦਾ ਵੀ ਸੀ। ਪਰ ਹਾਂ ਜੋ ਮਰਜ਼ੀ ਕਹਿ ਲਓ, ਸਾਡੇ ਦੁਨੀਆ ਤਾਂ ਸਾਨੂੰ ਕਹੂਗੀ ਨਾ ਕਿ ਤੁਹਾਡੀ ਟੈਕਨੀਕ ਸਲੋ ਆ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੀਆਂ ਟੈਕਨੀਕਲ ਚੈਲੰਜਿਸ ਜਿਹੜੇ ਆ ਉਹ ਠੀਕ ਕਰਨੇ ਪੈਣਗੇ। ਬਜਟਰੀ ਚੈਲੰਜਿਸ ਇਹ ਸਭ ਤੋਂ ਵੱਡਾ ਚੈਲੰਜ ਆ। ਜੇ ਉੱਪਰਲੀ ਆਪਸ਼ਨ ਨੂੰ ਦੇਖਿਆ ਜਾਵੇ ਉਹਦੇ 'ਚ ਕਾਰਨ ਜ਼ਿਆਦਾ ਟੈਕਨੀਕਲ ਨਹੀਂ ਸੀਗਾ, ਕਾਰਨ ਬਜਟ ਵੀ ਤਾਂ ਸੀਗਾ ਕਿ ਸਾਡਾ ਬਜਟ ਹੀ ਬਹੁਤ ਘੱਟ ਸੀ, ਸਾਨੂੰ ਇੰਨੀ ਐਲੋਕੇਸ਼ਨ ਹੈ ਹੀ ਨਹੀਂ। ਈਵਨ ਕਿ ਇਸਰੋ ਨੂੰ ਜਿਹੜਾ ਬਜਟ ਭੇਜਿਆ ਗਿਆ ਉਹ 8% ਘੱਟ ਗਿਆ ਪਿਛਲੇ ਸਾਲ ਨਾਲੋਂ। ਇਹਦਾ ਮਤਲਬ ਕਿ ਸਪੇਸ ਸੈਕਟਰ ਨੂੰ ਬਾਕੀ ਦੇਸ਼ਾਂ ਦੇ ਮੁਕਾਬਲੇ ਬਿਲਕੁਲ ਵੀ ਬਜਟ ਨਹੀਂ ਮਿਲਦਾ। 10 ਗੁਣਾ ਵੱਧ ਸਪੈਂਡ ਕਰਦਾ US ਤੇ ਚਾਈਨਾ 6 ਗੁਣਾ ਵੱਧ ਜੋ ਅੱਜ ਇੰਡੀਆ ਨੂੰ ਮਿਲ ਰਿਹਾ ਹੈ। ਇਹ 2019-20 ਦੇ ਅੰਕੜੇ ਆ ਤੇ ਜਿੰਨਾ ਇੰਡੀਆ ਨੇ ਵਧਾਇਆ ਹੋਊਗਾ ਹੁਣ ਉਹਨਾਂ ਨੇ ਵੀ ਵਧਾਇਆ ਹੋਊਗਾ। ਅੱਜ ਦੇ ਕੇਸ 'ਚ 10 ਗੁਣਾ ਤੇ 6 ਗੁਣਾ, ਮੈਨੂੰ ਲੱਗਦਾ 11 ਗੁਣਾ ਤੇ 7 ਗੁਣਾ ਨਾ ਹੋ ਗਏ ਹੁਣ। ਇੰਡੀਆ ਦੇ ਵਿੱਚ ਬਜਟ ਜਿਹੜਾ ਮਿਲਦਾ ਹੈ ਉਹ ਬਹੁਤ ਵੱਡਾ ਚੁਣੌਤੀ ਹੈ ਜੋ ਇਹਨਾਂ ਨੂੰ ਖਰਚਾ ਮਿਲਦਾ ਹੈ। ਤੀਸਰਾ ਮੈਨ ਪਾਵਰ, ਭਾਰਤ 'ਚੋਂ ਬ੍ਰੇਨ ਡਰੇਨ ਬਹੁਤ ਆ। ਗੱਲ ਉਸ ਬ੍ਰੇਨ ਡਰੇਨ ਦੀ ਨਹੀਂ ਜਿਹੜਾ ਇੱਥੋਂ ਕੈਨੇਡਾ ਜਾ ਰਿਹਾ ਹੈ, ਉਹਦਾ ਸਾਨੂੰ ਬਹੁਤਾ ਖਤਰਾ ਨਹੀਂ। ਸਾਨੂੰ ਸਭ ਤੋਂ ਵੱਧ ਖਤਰਾ ਉਸ ਬ੍ਰੇਨ ਦਾ ਹੈ ਜਿਹੜਾ ਪੜ੍ਹ ਲਿਖ ਕੇ ਚੰਗੀਆਂ ਯੂਨੀਵਰਸਿਟੀਜ਼ ਦੇ ਵਿੱਚੋਂ ਸਪੇਸ ਦੀ ਪੜ੍ਹਾਈ ਕਰਨ ਤੋਂ ਬਾਅਦ ਨਾਸਾ ਵਰਗੇ ਇੰਸਟੀਟਿਊਟ ਜਾਂ ਹੋਰ ਪ੍ਰਾਈਵੇਟ ਸੈਕਟਰ ਦੇ ਵਿਦੇਸ਼ੀ ਇੰਸਟੀਟਿਊਟਸ ਦੇ ਵਿੱਚ ਇਸ ਕਰਕੇ ਚਲਾ ਜਾਂਦਾ ਹੈ ਕਿਉਂਕਿ ਉੱਥੇ ਸੈਲਰੀ ਬਹੁਤ ਆ। ਉੱਥੇ ਸਪੇਸ ਐਕਸ ਤੁਹਾਨੂੰ ਡਾਲਰਾਂ ਦੇ ਵਿੱਚ ਲੱਖਾਂ ਕਰੋੜਾਂ ਡਾਲਰਾਂ 'ਚ ਰਾਜਾ ਬਣਾ ਦਿੰਦਾ ਹੈ। ਅਤੇ ਸਾਡੀ ਇਸਰੋ ਦੀ ਓਨੀ ਸੈਲਰੀ ਨਾ ਹੋਣ ਕਰਕੇ ਸਾਡੇ ਇੰਜੀਨੀਅਰ ਇੱਧਰ ਕੰਮ ਕਰਨਾ ਪਸੰਦ ਨਹੀਂ ਕਰਦੇ। ਸਭ ਤੋਂ ਵੱਡਾ ਚੈਲੰਜ ਆ ਸਾਡੇ ਵਾਸਤੇ ਮੈਨ ਪਾਵਰ ਦਾ। ਮੈਨ ਪਾਵਰ ਮਤਲਬ ਬ੍ਰੇਨ ਡਰੇਨ, ਜੋ ਸਟੂਡੈਂਟ ਬਹੁਤ ਜ਼ਿਆਦਾ ਸਪੇਸ ਸਾਇੰਸ ਦੀ ਪੜ੍ਹਾਈ ਕਰਨ ਤੋਂ ਬਾਅਦ ਵੀ ਬਾਹਰ ਸਵਿਚ ਕਰ ਜਾਂਦੇ ਆ। ਅਗਲਾ ਇਹ ਗੌਰਮੈਂਟ ਫੰਡਡ ਸਪੇਸ ਮਿਸ਼ਨਸ। ਇਹਦਾ ਮਤਲਬ ਆ ਕਿ ਜ਼ਿਆਦਾਤਰ ਸਾਡੇ ਮਿਸ਼ਨ ਇਸਰੋ ਦੇ ਆ। ਇਸਰੋ ਸਰਕਾਰ ਦੁਆਰਾ ਪ੍ਰਾਯੋਜਿਤ ਇੱਕ ਏਜੰਸੀ ਆ ਅਤੇ ਇੱਕ ਤਬਕਾ ਅੱਜ ਵੀ ਹੈਗਾ ਹੈ ਜਿਹੜਾ ਇਹ ਕਹਿ ਰਿਹਾ ਹੈ ਕਿ ਇਸਰੋ ਜਿਹੜੇ ਕੰਮ ਕਰਦੀ ਹੈ ਨਾ ਇਹ ਭਾਰਤ ਦੇ ਪ੍ਰਾਈਵੇਟ ਪਲੇਅਰਸ ਨੂੰ ਕਰਨੇ ਚਾਹੀਦੇ ਆ। ਉਹ ਸਪੇਸ ਦੀ ਰਿਸਰਚ 'ਚ ਭਾਰਤ ਸਰਕਾਰ ਦਾ ਬਜਟ ਓਟਣ ਅਤੇ ਹਾਂ ਜਦੋਂ ਕੱਲ੍ਹ ਨੂੰ ਉਹਨਾਂ ਨੂੰ ਲੱਗੂਗਾ ਕਿ ਬਈ ਵਿਦੇਸ਼ੀਆਂ ਵੱਲੋਂ ਪੈਸਾ ਆ ਰਿਹਾ ਹੈ ਤਾਂ ਉਹ ਵੀ ਵਿੱਚ ਹਿੱਸੇਦਾਰ ਹੋਣਗੇ। ਪਰ ਸਰਕਾਰ ਨੂੰ ਆਪਣਾ ਪੈਸਾ ਇਹੋ ਜਿਹੀਆਂ ਏਜੰਸੀਆਂ 'ਚ ਲਾਉਣ ਦੀ ਬਜਾਏ ਸੋਸ਼ਲ ਸਰਵਿਸ 'ਚ ਲਾਉਣਾ ਚਾਹੀਦਾ ਹੈ ਜਿਹੜੇ ਸੈਕਟਰ ਸਾਡੇ ਖੁੰਝੇ ਆ। ਸੋ ਇਹ ਇੱਕ ਤਬਕੇ ਦੀ ਤਾਂ ਗੱਲ ਹੈ ਹੀ ਆ। ਮੈਂ ਨਹੀਂ ਕਹਿੰਦਾ ਕਿ ਇਹ ਸਾਰੀ ਗੱਲ ਸੱਚ ਆ, ਪਰ ਇਹਦਾ ਇੱਕ ਹਿੱਸਾ ਸੱਚ ਆ ਕਿ ਸਾਡੇ ਦੇਸ਼ 'ਚ ਸਰਕਾਰ ਨੂੰ ਪ੍ਰਾਈਵੇਟ ਪਲੇਅਰਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਜਿਵੇਂ ਅਮਰੀਕਾ ਦੇ ਵਿੱਚ ਨਾਸਾ ਥੋੜ੍ਹਾ ਹੈ, ਸਪੇਸ ਐਕਸ ਕਿੰਨੇ ਤਗੜੇ ਮਿਸ਼ਨ ਅਤੇ ਕਿੰਨੇ ਤਗੜੇ ਹੈਵੀ ਰੋਕੇਟਸ ਲਾਂਚ ਕਰਦੀ ਹੈ। ਇਟ ਮੀਨਸ ਉਹਨਾਂ ਨੂੰ ਕੁਛ ਬਚਦਾ ਤਾਂ ਹੀ ਤਾਂ ਕਰਦੀ ਆ। ਨਾਸਾ ਇੰਟਰਸਟ ਸ਼ੋਅ ਕਰਦੀ ਆ ਕਿ ਹਾਂ ਤੁਸੀਂ ਇਹ ਮਿਸ਼ਨ ਭੇਜੋ ਉੱਪਰ, ਤਾਂ ਹਰ ਇੱਕ ਪ੍ਰਾਈਵੇਟ ਪਲੇਅਰ ਨੂੰ ਕੁਛ ਤਾਂ ਫਾਇਦਾ ਹੈ ਹੀ ਆ। ਸੋ ਜਿਵੇਂ ਅਤੇ ਇਹਦੇ ਨਾਲ ਫਾਇਦਾ ਕੀ ਆ, ਹੁਣ ਦੇਖੋ ਇਲੌਨ ਮਸਕ ਸਟਾਰਲਿੰਕ ਦੇ ਥਰੂ ਪੂਰੀ ਦੁਨੀਆ ਨੂੰ ਲੋਅਰ ਅਰਥ ਔਰਬਿਟ ਦੇ ਵਿੱਚ ਇੱਕ ਇੰਟਰਨੈਟ ਦੀ ਸਰਵਿਸ ਦੇਣ ਦੀ ਗੱਲ ਕਹਿ ਰਿਹਾ ਕਿ ਹੁਣ ਫਾਈਬਰ ਦਾ ਰੌਲਾ ਹੀ ਖਤਮ ਹੋ ਜਾਊਗਾ। ਸਿਮਿਲਰ ਕੰਮ ਜਿਹੜੀ ਆ ਵਨ ਵੈਬ ਕਰ ਰਹੀ ਆ। ਇਹ ਸਾਰੇ ਪ੍ਰਾਈਵੇਟ ਪਲੇਅਰ ਆ। ਇੰਡੀਆ ਦੇ ਵਿੱਚ ਵੀ ਤਾਂ ਪ੍ਰਾਈਵੇਟ ਪਲੇਅਰਸ ਬਹੁਤ ਕੰਮ ਕਰ ਰਹੇ ਆ। ਹੁਣ ਇੰਡੀਆ ਦੀ ਭਾਰਤੀ ਮਿੱਤਲ ਆ, ਏਅਰਟੈਲ ਆ, ਉਹ ਵਨ ਵੈਬ 'ਚ ਇਨਵੈਸਟ ਕਰੀ ਬੈਠੀ ਆ। ਜੇ ਭਾਰਤ ਦੇ ਵਿੱਚ ਜੀਓ ਆਪਣੀ ਏਅਰਟੈਲ ਇਹ ਤਾਂ ਆਪਸ 'ਚ ਇੱਕ ਦੂਜੇ ਨਾਲ ਦੁਸ਼ਮਣੀ ਰੱਖਦੇ ਆ ਕਿ ਮੈਂ ਇਕੱਲਾ ਆਊਂਗਾ ਬਾਕੀ ਸਾਰੇ ਖਤਮ ਕਰ ਦੂੰਗਾ। ਤੁਸੀਂ ਸਾਰੇ ਪ੍ਰਾਈਵੇਟ ਪਲੇਅਰ ਮਿਲ ਕੇ ਆਪਣਾ ਲੋਅਰ ਅਰਥ ਔਰਬਿਟ ਦੇ ਵਿੱਚ ਸਟਾਰਲਿੰਕ ਅਤੇ ਵਨ ਵੈਬ ਵਰਗਾ ਲੋਅਰ ਅਰਥ ਔਰਬਿਟ 'ਚ ਸੈਟੇਲਾਈਟ ਸਿਸਟਮ ਲਾਂਚ ਕਰ ਦਿਓ ਤਾਂ ਕਿ ਤੁਹਾਡਾ ਫਾਈਬਰ ਦਾ ਸਿਆਪਾ ਹੀ ਮੁੱਕ ਜੇ। ਸੋ ਇਸ ਤਰੀਕੇ ਨਾਲ ਮਿਲ ਕੇ ਕੋਆਰਡੀਨੇਸ਼ਨ 'ਚ ਚੱਲਣਾ ਚਾਹੀਦਾ ਜੋ ਨਹੀਂ ਚੱਲ ਪਾ ਰਹੇ। ਅਤੇ ਇੱਕ ਸਭ ਤੋਂ ਵੱਡੀ ਗੱਲ ਆ, ਭਾਰਤ 'ਚ ਕੋਈ ਵੀ ਕਾਨੂੰਨ ਨਹੀਂ ਹੈਗਾ ਜਿਹਦੇ ਮੁਤਾਬਕ ਕਿ ਫਿਕਸ ਹੋਵੇ ਕਿ ਇੰਨਾ ਇਹਦਾ ਫੰਡ ਹੋਊਗਾ,
ਆ ਸਾਡੀ ਸਪੇਸ ਪਾਲਿਸੀ ਆ, ਇਸ ਪੁਲਾੜ ਨੀਤੀ ਦੇ ਤਹਿਤ ਸਰਕਾਰ ਇੰਨਾ ਫੰਡ ਕਰੂਗੀ, ਪ੍ਰਾਈਵੇਟ ਪਲੇਅਰਸ ਨੂੰ ਮੌਕਾ ਦਿੱਤਾ ਜਾਊਗਾ, ਪ੍ਰਾਈਵੇਟ ਪਲੇਅਰਸ ਆ ਕਰਕੇ ਦੇਣਗੇ, ਜਿਹੜੀਆਂ ਸਪੇਸ ਨਾਲ ਸੰਬੰਧਿਤ ਯੂਨੀਵਰਸਿਟੀਆਂ ਸਾਡੀਆਂ ਵਿਸ਼ਵ ਵਿਦਿਆਲਿਆ ਉਹ ਆ ਕੰਮ ਕਰਕੇ ਦੇਣਗੇ। ਐਵੇਂ ਦੀ ਕੋਈ ਪਾਲਿਸੀ ਨਹੀਂ ਹੈਗੀ। ਸੋ ਇਹੋ ਜੀ ਸਾਨੂੰ ਇੱਕ ਬਿਲਕੁਲ ਲੈਜਿਸਲੇਟਿਵ ਫਰੇਮਵਰਕ ਚਾਹੀਦਾ ਹੈ। ਤੇ ਸਭ ਤੋਂ ਵੱਡੀ ਗੱਲ, ਸਾਡੇ ਕੋਲ ਜਿਹੜੇ ਵਿਵਾਦ ਨਿਪਟਾਰਾ ਵਿਧੀ ਆ ਉਹਦੀ ਬਹੁਤ ਘੱਟ ਆ। ਭਾਵ ਡਿਸਪਿਊਟ ਸੈਟਲਮੈਂਟ ਨੂੰ ਲੈ ਕੇ ਸਾਡੇ ਦੇਸ਼ 'ਚ ਕੋਈ ਇਲਾਜ ਨਹੀਂ। ਮਤਲਬ ਕਿ ਸਪੋਜ਼ ਕਰੋ ਇੱਕ ਪ੍ਰਾਈਵੇਟ ਫਰਮ ਆ, ਉਹਨੇ ਇਸਰੋ ਨਾਲ ਕੋਈ ਕੰਟਰੈਕਟ ਕੀਤਾ, ਕੋਈ ਡਿਸਪਿਊਟ ਪੈਦਾ ਹੋ ਗਿਆ, ਇਹੋ ਜਿਹੇ ਡਿਸਪਿਊਟ ਦਾ ਨਿਪਟਾਰਾ ਵਾਸਤੇ ਭਾਰਤ 'ਚ ਕੋਈ ਚੰਗੀ ਫਰਮ ਹੀ ਹੈ ਨਹੀਂ ਜਿਹੜੀ ਨਿਪਟਾਰਾ ਕਰਾ ਸਕੇ, ਜਿਹੜੀ ਕਿ ਇਹਨਾਂ ਦੋਵਾਂ 'ਚ ਇੱਕ ਮੈਡੀਏਸ਼ਨ ਦਾ ਕੰਮ ਕਰ ਸਕੇ। ਠੀਕ ਆ। ਸੋ ਉਹਦੇ ਕਰਕੇ ਕੀ ਹੁੰਦਾ, ਇਹ ਵਿਵਾਦ ਲੰਮਾ ਸਮਾਂ ਅਟਕਦੇ ਰਹਿੰਦੇ ਆ। ਉਹ ਜਿਹੜਾ ਪ੍ਰਾਈਵੇਟ ਪਲੇਅਰ ਇਨਵੈਸਟ ਕਰਨ ਦੇ ਮੂਡ 'ਚ ਆਇਆ ਹੁੰਦਾ, ਉਹਦਾ ਵੀ ਮੂਡ ਖਰਾਬ ਹੋ ਜਾਂਦਾ ਹੈ। ਉਹਨੂੰ ਦੇਖ ਕੇ ਹੋਰ ਪ੍ਰਾਈਵੇਟ ਪਲੇਅਰ ਇਨਵੈਸਟ ਕਰਨ ਦੇ ਮੂਡ 'ਚ ਰਹਿੰਦਾ ਨਹੀਂ। ਸੋ ਇਸ ਤਰੀਕੇ ਦੀਆਂ ਸਮੱਸਿਆਵਾਂ ਨਾਲ ਜਦੋਂ ਅਸੀਂ ਲੜਾਂਗੇ ਜਾਂ ਠੀਕ ਕਰ ਲਾਂਗੇ, ਉਦੋਂ ਪ੍ਰਾਈਵੇਟ ਪਲੇਅਰ ਪੁਲਾੜ ਦੇ ਵਿੱਚ, ਸਪੇਸ ਦੇ ਵਿੱਚ ਇਨਵੈਸਟ ਕਰਨ 'ਚ ਇੰਟਰਸਟ ਸ਼ੋਅ ਕਰਨਗੇ। ਉਦੋਂ ਪੁਲਾੜ ਦੇ ਵਿੱਚ ਨਿਵੇਸ਼ ਕਰਨ ਦੇ ਵਿੱਚ ਜਿਹੜੇ ਪ੍ਰਾਈਵੇਟ ਪਲੇਅਰ ਨੇ, ਨਿੱਜੀ ਖਿਡਾਰੀ ਨੇ, ਉਹ ਆਪਣਾ ਇੰਟਰਸਟ ਸ਼ੋਅ ਕਰਨਗੇ, ਉਹ ਆਪਣਾ ਮਤਲਬ ਕਿ ਪੈਸ਼ਨ ਸ਼ੋਅ ਕਰਨਗੇ। ਉਮੀਦ ਕਰਦਾ ਕਿ ਕਹਾਣੀ ਸਮਝ ਆ ਗਈ। ਸੋ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਆਪਾਂ ਨਾ ਹਰ ਇੱਕ ਚੀਜ਼ ਐਕਸਪਲੋਰ ਕਰੀ ਆ। ਹਰ ਇੱਕ ਚੀਜ਼ ਐਕਸਪਲੋਰ ਕਰਨ ਦਾ ਮਤਲਬ ਕੀ ਆ, ਅਸੀਂ ਹਰ ਇੱਕ ਪਹਿਲੂ ਤੋਂ ਦੇਖਿਆ। ਕੱਲਾ ਚੰਦਰਯਾਨ ਨਹੀਂ, ਭਾਰਤ ਇਸ ਟਾਈਮ ਸਪੇਸ ਸਾਇੰਸ ਦੇ ਮਾਮਲੇ 'ਚ ਕਿੱਥੇ ਖੜਾ ਹੈ, ਕੀ ਚੁਣੌਤੀਆਂ ਨੇ, ਭਾਵ ਚੈਲੰਜਿਸ ਨੇ, ਕੀ ਸਾਡੇ ਬੈਨੀਫਿਟਸ ਨੇ, ਚੰਦਰਯਾਨ 3 ਸਾਨੂੰ ਕੀ ਮੁੱਲ ਮੋੜ ਕੇ ਜਾਊਗਾ, ਚੰਦਰਯਾਨ 3 ਦੇ ਕੀ ਬੈਨੀਫਿਟਸ ਨੇ, ਇਕਨੋਮਿਕ ਬੈਨੀਫਿਟ ਕੀ ਆ, ਸਾਇੰਟੀਫਿਕ ਬੈਨੀਫਿਟ ਕੀ ਆ, ਜੀਓਪੋਲੀਟੀਕਲ ਬੈਨੀਫਿਟਸ ਕੀ ਨੇ, ਚੰਦਰਯਾਨ 3 ਚੰਦਰਯਾਨ 2 ਤੋਂ ਕਿਵੇਂ ਅੱਡ ਆ। ਠੀਕ ਆ। ਤੇ ਜੇ ਮੈਂ ਪੁਰਾਣੇ ਲੈਕਚਰ ਨਾਲ ਇਹਨੂੰ ਜੋੜ ਕੇ ਦੇਖਾਂ ਤਾਂ ਮੈਂ ਪੁਰਾਣੇ ਲੈਕਚਰ ਦੇ ਵਿੱਚ ਸਪੇਸ ਲਾਂਚਿੰਗ ਵਹੀਕਲਸ ਬਾਰੇ ਬੜਾ ਵਧੀਆ ਦੱਸ ਚੁੱਕਿਆ ਕਿ ਸਪੇਸ ਲਾਂਚਿੰਗ ਵਹੀਕਲਸ ਸਾਡੇ ਕਿਹੜੇ ਆ। ਸੋ ਜੇ ਤੁਸੀਂ ਨਾ ਐਕਸਟੈਂਸ਼ਨ ਦੇ ਵਿੱਚ ਦੇਖੋਗੇ ਇਹਨੂੰ, ਤਾਂ ਤੁਸੀਂ ਆਪ ਇਸ ਗੱਲ ਦਾ ਆਈਡੀਆ ਲਾ ਪਾਓਗੇ ਕਿ ਯਾਰ ਕਹਾਣੀ ਬੜੇ ਆਰਾਮ ਨਾਲ ਕਲੀਅਰ ਕੀਤੀ ਜਾ ਸਕਦੀ ਹੈ, ਬੜੀ ਰੀਝ ਨਾਲ ਸਮਝੀ ਜਾ ਸਕਦੀ ਹੈ। ਖੈਰ ਆਪਾਂ ਆਪਣੇ ਮਸਲੇ 'ਤੇ ਚੱਲਦੇ ਹਾਂ। ਮੇਨਸ ਦੀ ਤਿਆਰੀ ਕਰ ਰਹੇ ਹੋ ਤਾਂ ਉਮੀਦ ਕਰਦਾ ਕਿ ਤੁਸੀਂ ਇਸ ਸਵਾਲ ਦਾ ਜਵਾਬ ਲਿਖੋਗੇ ਜ਼ਰੂਰ, ਤੇ ਲਿਖ ਕੇ ਮੈਨੂੰ ਭੇਜੋਗੇ ਤੇ ਮੈਂ ਚੈੱਕ ਕਰੂੰਗਾ ਕਿ ਇੰਡੀਆ ਦਾ ਜਿਹੜਾ ਮੂਨ ਮਿਸ਼ਨ ਚੰਦਰਯਾਨ 3 ਆ, ਠੀਕ ਆ, ਉਹਨੇ ਇੱਕ ਇਤਿਹਾਸ ਹੀ ਲਿਖਤਾ ਚੰਦਰਮਾ ਦੇ ਦੱਖਣੀ ਧਰੁਵ ਤੇ ਉਤਰ ਕੇ। ਸਹੀ ਗੱਲ ਆ। ਕਹਿੰਦਾ ਡਿਸਕਸ ਦੀ ਨਿਊ ਅਪਗ੍ਰੇਡਸ ਇਨ ਚੰਦਰਯਾਨ 3 ਐਜ਼ ਕੰਪੇਅਰ ਟੂ ਚੰਦਰਯਾਨ 2। ਚੰਦਰਯਾਨ 3 'ਚ ਇਹੋ ਜਿਹੀ ਕਿਹੜੀਆਂ ਅਪਗ੍ਰੇਡਸ ਸੀਗੀਆਂ ਜਿਹੜੀਆਂ ਚੰਦਰਯਾਨ 2 'ਚ ਨਹੀਂ ਸੀ। ਸਵਾਲ ਦਾ ਇੱਕ ਹਿੱਸਾ ਸਮਝ ਆ ਗਿਆ। ਅਗਲਾ ਹਿੱਸਾ, ਉਹ ਕਿਹੜੀਆਂ ਚੁਣੌਤੀਆਂ ਨੇ ਜਿਹੜਾ ਭਾਰਤ ਦਾ ਸਪੇਸ ਸੈਕਟਰ ਫੇਸ ਕਰ ਰਿਹਾ ਹੈ ਚੰਦਰਯਾਨ 3 ਦੀ ਸਕਸੈਸ ਤੋਂ ਬਾਅਦ ਵੀ। ਮੈਨੂੰ ਲੱਗਦਾ ਦੋਵਾਂ ਸਵਾਲਾਂ ਦਾ ਜਵਾਬ ਜਿਹੜਾ ਹੈ ਉਹ ਮੈਂ ਇਸ ਵੀਡੀਓ ਦੇ ਵਿੱਚ ਦੇ ਹੀ ਬੈਠਾ ਹਾਂ। ਠੀਕ ਆ। ਸੋ ਅਸਲ 'ਚ ਹੁਣ ਤੁਸੀਂ ਇਹਨੂੰ ਆਪਣੇ ਸਵਾਲ ਜਵਾਬ ਦੇ ਰੂਪ ਦੇ ਵਿੱਚ ਕਿਵੇਂ ਲਿਖਣਾ ਹੈ ਇਹ ਤੁਸੀਂ ਦੇਖਣਾ ਹੈ। ਠੀਕ ਆ। ਸੋ ਉਮੀਦ ਕਰਦਾ ਕਿ ਇਹ ਲੈਕਚਰ ਜਿਹੜਾ ਹੈ ਉਹ ਤੁਹਾਨੂੰ ਸਮਝ ਆ ਗਿਆ ਹੋਊਗਾ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ। ਮਿਲਦੇ ਹਾਂ ਜੀ।